एक ओंकार सतनाम करता पुरख निर्भौ निर्वैर अकाल मूरत आजुनी सैभं गुर प्रसाद। श्री राग महला पहला कार पंजवा। अषाढ़ शलाई नह शलै नह काऊ कटारा कर सकै। ज्यों साहिब राखै त्यों रहै इस लोभी का जियो टल पलै। बिन तेल दीवा क्यों जलै बिन तेल दीवा क्यों जलै रहा। पोथी प्राण कमाइयै पौ वट्टी इत तन पाइयै। सच बूझना आण जलाइयै ए तेल दीवा इउं जलै। कर चानण साहिब तो मिलै ए तेल दीवा इउं जलै। कर चानण साहिब तो मिलै रहा। इत तन लागै बाणियां सुख होवै सेव कमाणियां। सब दुनिया आमण जाणियां विच दुनिया सेव कमाइयै। तां दरगाह बैसण पाइयै। कहो नानक बाहां लुडाइयै विच दुनिया सेव कमाइयै। तां दरगाह बैसण पाइयै। कहो नानक बाहां लुडाइयै। परम सन्मान योग गुरु प्यारी साध संगत जीओ, सतगुरु जी की गोद विच बैठ के शामां वेले दे गुरमत समागम की हाज़री भर रहे हाँ। मेरे तो पहला आप जी ने बहुत प्यार नाल सत्कारयोग भाई साहब हुणां दे जथे पासों सतगुरु की पावन बाणी का कीर्तन बहुत प्यार नाल सरवण कीता है। सिख धर्म के बानी धन गुरु नानक साहब सच्चे पातशाह महाराज जी की रसना तो उचारण किया होया पावन शब्द जिसका आपां सारियां ने जिथे पाठ सरवण किया उत्थे नाल नाल स्क्रीन ते आप जी ने शब्द के दर्शन भी किए ने, आप नाल पढ़िया भी है। ये पावन शब्द गुरु ग्रंथ साहब जी का प्रथम राग पहला राग श्री राग, उस राग विच उचारण किया होया गुरु ग्रंथ साहब जी के पावन अंक 26 के उपर सुभाईमान है। ये श्री राग दे विच जिहड़े 4 पदियां के शब्द ने उन्हां विच ये गुरु नानक साहब का आखिरी शब्द है। इस तो बाद अगे गुरु अमरदास महाराज जी के शब्द श्री राग च आरंभ हो जाते हैं। हुण जिहड़े बाणी पढ़ते हैं उन्होंने तो पता नहीं, तो आम दे ਸਰੋਤੇ ਦੇ ਦਿਮਾਗ 'ਚ ਇੱਕ ਸਵਾਲ ਪੈਦਾ ਹੋਇਆ ਹੋਏਗਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਤੇ ਗੁਰੂ ਅੰਗਦ ਸਾਹਿਬ ਦੀ ਬਾਣੀ ਆਉਣੀ ਚਾਹੀਦੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਕਿੱਦਾਂ ਆ ਗਏ? ਤੇ ਜਿਹੜੇ ਸਰੋਤੇ ਤੇ ਸਮਝਦੇ ਨੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨਹੀਂ ਹੈ ਕੋਈ, ਉਹਨਾਂ ਦੇ ਸ਼ਲੋਕ ਨੇ। ਜਿਵੇਂ ਸ਼ਬਦ ਹੁੰਦਾ ਹੈ 4 ਪਦਿਆਂ ਦਾ, 2 ਪਦਿਆਂ ਦਾ,
ਉਹਨਾਂ ਦੇ ਸਿਰਫ ਸ਼ਲੋਕ ਨੇ 63 ਸ਼ਲੋਕ ਨੇ, ਤੇ ਉਹਨਾਂ ਦੇ ਸ਼ਲੋਕ ਜਿਹੜੇ 63 ਨੇ ਉਹ ਜਿਹੜੀਆਂ ਵਾਰਾਂ ਨੇ ਉਹਨਾਂ ਵਾਰਾਂ ਦੇ ਵਿੱਚ ਵੱਖ-ਵੱਖ ਪੌੜੀਆਂ ਦੇ ਨਾਲ ਆ ਚੁੱਕੇ ਨੇ। ਤੋ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਇੱਦਾਂ ਹੀ ਜਦੋਂ ਰਾਗ ਆਰੰਭ ਹੁੰਦਾ ਹੈ, ਜਿਸ ਰਾਗ ਵਿੱਚ ਜਿਸ ਗੁਰੂ ਵਿਅਕਤੀ ਦੀ ਬਾਣੀ ਹੈ ਉਹਨਾਂ ਦੀ ਤੇ ਬਾਣੀ ਆ ਜਾਏਗੀ। ਮੰਨ ਲਓ ਉਦਾਹਰਨ ਦੇ ਤੌਰ 'ਤੇ ਵੀ ਕਿਸੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਪਰ ਗੁਰੂ ਅਮਰਦਾਸ ਦੀ ਉਸ ਰਾਗ ਵਿੱਚ ਬਾਣੀ ਨਹੀਂ, ਤੇ ਫਿਰ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਆਰੰਭ ਹੋ ਜਾਏਗੀ, ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋ ਜਾਏਗੀ। ਇਹ ਰਾਤ ਵੀ ਇਹ ਗੱਲ ਕਹੀ ਸੀ ਕਿ ਇਹ ਬਹੁਤ ਵੱਡੀਆਂ ਗੱਲਾਂ ਨਹੀਂ, ਪਰ ਸਾਡੇ ਲਈ ਵੱਡੀਆਂ ਤਾਂ ਨੇ, ਅਸੀਂ ਪੜ੍ਹਦੇ ਨਹੀਂ ਹਾਂ। ਰਾਤ ਮੈਂ ਆਰੰਭ 'ਚ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕਦੋਂ ਹੋਇਆ, ਜੋਤੀ ਜੋਤ ਸਮਾਉਣ ਦਾ ਦਿਨ ਕਿਹੜਾ ਸੀ। ਇਹ ਬਹੁਤ ਸੰਖੇਪ ਇਤਿਹਾਸ ਹੈ। ਇਹ ਜੇ ਅਸੀਂ ਰੋਜ਼ ਵੀ 5 ਮਿੰਟ ਵੀ ਟਾਈਮ ਕੱਢੀਏ, ਰਾਤ ਨੂੰ ਸੌਣ ਲੱਗਿਆ ਆਪਣੇ ਬੈੱਡ ਦੇ ਲਾਗੇ ਕਿਤਾਬ ਰੱਖ ਲਓ ਤੇ ਰੂਟੀਨ ਬਣਾ ਲਈਏ ਵੀ ਮੈਂ ਇੱਕ ਅੰਕ ਰੋਜ਼ ਪੜ੍ਹ ਕੇ, ਇੱਕ ਕਿਤਾਬ ਦਾ ਪੇਜ ਪੜ੍ਹ ਕੇ ਰਾਤ ਨੂੰ ਸੌਣਾ ਹੈ। ਜੇ ਨਹੀਂ ਵੀ 2 ਦਿਨ ਪੜ੍ਹਿਆ ਜਾਏਗਾ ਪਰ ਕੁਝ ਨਾ ਕੁਝ ਪੜ੍ਹਿਆ ਹੋਏਗਾ ਤੇ ਚੇਤਾ ਤੇ ਰਹੇਗਾ ਨਾ ਸਾਨੂੰ। ਪਰ ਇਹ ਰੁਚੀ ਸਾਡੇ ਵਿੱਚ ਬਹੁਤ ਘੱਟ ਹੈ। ਤੁਸੀਂ ਆਪਣੇ ਚੁਗਿਰਦੇ ਧਿਆਨ ਮਾਰਿਓ, ਤੁਹਾਡੇ ਵਿੱਚੋਂ ਕਿਸੇ ਦਾ ਧੀ ਪੁੱਤ ਵਿਦੇਸ਼ ਹੋਵੇ ਉਹਨੂੰ ਪੁੱਛਿਓ ਜ਼ਰੂਰ। ਗੋਰਾ 60 70 80 90 ਸਾਲ ਦਾ ਵੀ ਤੁਹਾਨੂੰ ਏਅਰਪੋਰਟ 'ਤੇ ਬੈਠਾ ਮਿਲੇਗਾ, ਕਿਸੇ ਰੇਲਵੇ ਸਟੇਸ਼ਨ 'ਤੇ ਬੈਠਾ ਮਿਲੇਗਾ, ਉਹਦੇ ਹੱਥ ਵਿੱਚ ਕਿਤਾਬ ਹੋਏਗੀ। ਜੇ ਪਲੇਨ ਦੇ ਵਿੱਚ ਬੈਠਾ ਤਾਂ ਵੀ ਕਿਤਾਬ ਹੋਏਗੀ, ਜੇ ਉਹਨੂੰ ਪਤਾ ਹੈ ਵੀ ਅਗਲੀ ਫਲਾਈਟ ਉਡੀਕ ਰਿਹਾ ਤਾਂ ਵੀ ਕਿਤਾਬ ਹੋਏਗੀ। ਪਰ ਤੁਸੀਂ ਮਾਰਿਓ ਧਿਆਨ, ਤੁਸੀਂ ਆਪਣੇ ਚੁਗਿਰਦੇ ਕਦੀ ਇੱਦਾਂ ਵੇਖਿਆ ਹੋਵੇ ਕਿ ਤੁਸੀਂ ਕਿਸੇ ਪੰਜਾਬੀ ਨੂੰ ਟ੍ਰੇਨ ਵਿੱਚ ਸਫ਼ਰ ਕਰਦਿਆਂ ਕਿਤਾਬ ਪੜ੍ਹਦਿਆਂ ਵੇਖਿਆ ਹੋਵੇ, ਬੱਸ ਵਿੱਚ ਕਿਤਾਬ ਪੜ੍ਹਦਿਆਂ ਵੇਖਿਆ ਹੋਵੇ? ਹਾਂ, ਇਹ ਕਹਿਣਗੇ ਆਓ 4 ਜਣੇ ਤਾਸ਼ ਖੇਡ ਲਈਏ, ਆਓ ਗੱਲਾਂ ਮਾਰ ਲਈਏ। ਮਤਲਬ ਜਿਹੜਾ ਸਾਡਾ ਕੰਮ ਸੀ, ਜਿਹੜਾ ਅਸੀਂ ਗੱਲ ਗਿਆਨ ਦੀ ਕਰਦੇ ਹਾਂ, ਪਰ ਗਿਆਨ ਆਪਣੇ ਆਪ 'ਚ ਕੀ ਹੈ ਜੇ ਅਸੀਂ ਪੜ੍ਹਾਂਗੇ ਸਮਝਾਂਗੇ ਨਹੀਂ। ਤੇ ਬਹੁਤ ਟਾਵੇਂ ਪਰਿਵਾਰ ਨੇ ਜਿਨ੍ਹਾਂ ਘਰਾਂ 'ਚ ਤੁਹਾਨੂੰ 2 4 5 7 ਕਿਤਾਬਾਂ ਸਿੱਖੀ ਨਾਲ ਸੰਬੰਧਿਤ ਮਿਲ ਜਾਣਗੀਆਂ। ਅੱਜ ਨੂੰ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, 2 ਪੁਸਤਕਾਂ ਮੈਨੂੰ ਅੱਜ ਵੀ ਯਾਦ ਹੈ। ਅਸੀਂ 5-7 ਸਾਲ ਪਹਿਲਾਂ ਜਦੋਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਮਾਗਮ ਸ਼ੁਰੂ ਕੀਤੇ ਤੇ ਅਸੀਂ ਇਹ ਕਿਤਾਬਾਂ ਇਕੱਠੀਆਂ ਬੁੱਕ ਕਰ ਲਈਆਂ, ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਇੰਨੀਆਂ ਕਿਤਾਬਾਂ ਲੈ ਕੇ ਕਿੱਥੇ ਜਾਂਦੇ ਹੋ? ਜਦੋਂ ਅਸੀਂ ਕਿਤਾਬ ਲੈ ਕੇ ਇੱਦਾਂ ਜਾਣਾ, ਪੁੱਛਣਾ ਵੀ ਆਹ ਚੜੋ ਪੜ੍ਹੋ, ਤੇ ਇਹ ਰੁਚੀ ਹੈ ਨਹੀਂ। ਤੁਸੀਂ ਕੱਪੜੇ ਦੀ ਦੁਕਾਨ 'ਤੇ ਜਾਂਦੇ ਹੋ, ਕੱਪੜੇ ਦਾ ਨਾਮ ਲੈਂਦੇ ਹੋ ਵੀ ਮੈਨੂੰ ਫਲਾਣਾ ਕੱਪੜਾ ਚਾਹੀਦਾ ਹੈ। ਤੁਸੀਂ ਫਰਿੱਜ ਲੈਣ ਜਾਂਦੇ ਹੋ, ਤੁਸੀਂ ਉਹਦਾ ਨਾਮ ਦੱਸਦੇ ਹੋ। ਤੁਸੀਂ ਗੱਡੀ ਲੈਣ ਜਾਂਦੇ ਹੋ, ਤੁਸੀਂ ਮਠਿਆਈ ਲੈਣ ਜਾਂਦੇ ਹੋ, ਇੱਦਾਂ ਥੋੜ੍ਹਾ ਕਹਿੰਦੇ ਹੋ ਸਾਨੂੰ ਮਠਿਆਈ ਦੇ ਦਿਓ। ਤੁਸੀਂ ਦੱਸਦੇ ਹੋ ਤੁਹਾਨੂੰ ਰਸਗੁੱਲੇ ਚਾਹੀਦੇ ਨੇ, ਗੁਲਾਬ ਜਾਮੁਨ ਚਾਹੀਦੀ ਹੈ, ਚਮਚਮ ਚਾਹੀਦੀ ਹੈ, ਤੁਸੀਂ ਨਾਮ ਲੈਂਦੇ ਹੋ ਨਾ। ਫਰੂਟ ਲੈਣ ਜਾਂਦੇ ਹੋ, ਇੱਦਾਂ ਥੋੜ੍ਹਾ ਕਹਿੰਦੇ ਹੋ ਜਿਹੜਾ ਮਰਜ਼ੀ ਪਾ ਦੇ, ਤੁਸੀਂ ਫਰੂਟ ਦਾ ਬਕਾਇਦਾ ਨਾਮ ਲੈਂਦੇ ਹੋ। ਪਰ ਕਿਤਾਬਾਂ ਦਾ ਸਟਾਲ ਲਾ ਲਓ, ਟਾਵਾਂ ਸਰੋਤਾ ਆਣ ਕੇ ਕਹੇਗਾ ਮੈਨੂੰ ਫਲਾਣੇ ਰਾਈਟਰ ਦੀ ਕਿਤਾਬ ਦਿਓ, ਫਲਾਣੀ ਕਿਤਾਬ ਦਿਓ। ਕੀ ਕਹਿਣਗੇ? ਕੋਈ ਚੰਗੀ ਜੀ ਕਿਤਾਬ ਹੈਗੀ ਹੈ? ਹੁਣ ਚੰਗੀ ਜੀ ਦਾ ਫਾਰਮੂਲਾ ਕੀ ਹੈ? ਕੀ ਕਸਵੱਟੀ ਹੈ ਚੰਗੀ ਕਿਤਾਬ ਦੀ? ਚੰਗੀ ਜੀ ਕਿਤਾਬ ਦੀ ਕਸਵੱਟੀ ਥੋੜ੍ਹਾ ਕੋਈ ਵੀ ਕਿੱਦਾਂ ਪਤਾ ਲੱਗੇਗਾ? ਵੀ ਰਾਈਟਰ ਦਾ ਪਤਾ ਹੋਵੇ ਕਿ ਮੈਨੂੰ ਫਲਾਣੇ ਰਾਈਟਰ ਦੀ ਕਿਤਾਬ ਮਿਲ ਜਾਏਗੀ, ਇਹਦਾ ਮਤਲਬ ਮਾੜਾ ਮੋਟ ਪਤਾ ਇਹਨੂੰ ਪ੍ਰਿੰਸੀਪਲ ਗੰਗਾ ਸਿੰਘ ਬਾਰੇ, ਗੰਡਾ ਸਿੰਘ ਬਾਰੇ, ਕਰਮ ਸਿੰਘ ਹਿਸਟੋਰੀਅਨ ਬਾਰੇ, ਵੀ ਮਾੜਾ ਮੋਟੇ ਨੇ ਕੁਝ ਪੜ੍ਹਿਆ। ਇਹਦੇ ਪ੍ਰੋਫੈਸਰ ਸਾਹਿਬ ਸਿੰਘ ਬਾਰੇ ਪੁੱਛੇ ਆਣ ਕੇ ਕਿਤਾਬ ਬਾਰੇ ਕਹਾਂਗੇ। ਜਿਵੇਂ ਕੱਪੜੇ ਬਾਰੇ ਅਸੀਂ ਘਰੋਂ ਸੋਚ ਕੇ ਜਾਂਦੇ ਹਾਂ, ਫਰੂਟ ਬਾਰੇ ਸੋਚ ਕੇ ਜਾਂਦੇ ਹਾਂ, ਸਬਜ਼ੀਆਂ ਬਾਰੇ ਸੋਚ ਕੇ ਜਾਂਦੇ ਵੀ ਆਹ ਲੈ ਕੇ ਆਉਣੀ ਹੈ। ਪਰ ਜਦੋਂ ਸਾਹਿਤ ਦੀ ਗੱਲ ਆਏਗੀ, ਕੋਈ ਚੰਗੀ ਜੀ ਕਿਤਾਬ ਹੈਗੀ ਹੈ ਤੇ ਦੇ ਦਿਓ ਜੀ। ਅਗਲੇ ਫਿਰ ਚੰਗੀ ਜੀ ਕਿਤਾਬ ਦੇ ਦਿੰਦੇ ਨੇ। ਪੂਰਨਮਾਸ਼ੀ ਦਾ ਫਲ, ਮੱਸਿਆ ਦਾ ਫਲ, ਸੰਗਰਾਮ ਦਾ ਫਲ, 5 ਰਾਸ਼ੀਆਂ ਦਾ ਫਲ, 12 ਰਾਸ਼ੀਆਂ ਦਾ ਫਲ, ਆਹ ਪੜ੍ਹੋਗੇ ਤੇ ਇਹਦਾ ਫਲ, ਆਹ ਪੜ੍ਹੋਗੇ ਤੇ ਇਹਦਾ ਫਲ, ਨਾ ਪੜ੍ਹੋਗੇ ਤੇ ਆਹ ਨੁਕਸਾਨ, ਆਹ ਪੜ੍ਹੋਗੇ ਤੇ ਆਹ ਫਾਇਦਾ। ਇਹੋ ਕੁਝ ਹੀ ਹੋ ਰਿਹਾ। ਅੰਦਰ ਸਮਾਗਮ ਹੋਣਗੇ, ਬਾਹਰ ਸਿਮਰਨੇ ਵਿਕ ਰਹੇ ਹੋਣਗੇ, ਦੰਦੀਆਂ ਚੜਾ ਰਹੇ ਨੇ, ਦੁਕਾਨਾਂ 'ਤੇ ਪਏ ਸਿਮਰਨੇ ਗੁਰੂ ਗ੍ਰੰਥ ਸਾਹਿਬ ਨੂੰ ਕਿ ਲਾ ਲਓ ਜ਼ੋਰ। ਤੁਸੀਂ ਤੇ ਬਾਣੀ 'ਚ ਲਿਖ ਦਿੱਤਾ ਵੀ ਗੱਜ 3.5 ਧੋਤੀਆਂ, ਅੱਗੇ ਤੁਸੀਂ ਬੋਲੋ ਹੁਣ ਤੇਰੇ ਪਾਇਨ ਤੱਗ, ਅੱਗੇ ਬੋਲੋ ਹੁਣ ਗਲੀ, ਉਹ ਬੋਲੋ ਭਾਈ, ਫੇਰ ਕਹਿਣਾ ਕੋਲੋਂ ਕਹਿ ਗਿਆ ਗਲੀ ਜਨਾ। ਇਹ ਜਪ ਮਾਲੀ ਕਿਹਨੂੰ ਕਹਿੰਦੇ ਭਲਾ? ਬੋਲੋ ਭਾਈ।
ਮਾਲਾ ਨੂੰ ਕਹਿੰਦੇ ਆ ਨਾ। ਲੋਟੇ ਓਏ ਬਨਾਰਸ ਕੇ, ਕੀ ਲਿਖਿਆ ਉਹਨਾਂ ਨੂੰ? ਤੇ ਜੇ ਕੋਈ ਅੱਜ ਮਾਲਾ ਫੇਰੇ ਕਹਿੰਦੇ ਬਾਬਾ ਜੀ ਹੈ ਪੁੱਗੇ ਹੋਏ ਨੇ, ਅਵਸਥਾ ਉੱਚੀ ਹੈ ਤਾਂ ਮਾਲਾ ਫੇਰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਲਾ ਦਾ ਖੰਡਨ ਕੀਤਾ। ਹਾਂ, ਜਿਹੜੀ ਮਾਲਾ ਫੇਰਨ ਲਈ ਕਿਹਾ ਉਸ ਬੰਨੇ ਜਾਣ ਨੂੰ ਤਿਆਰ ਹੀ ਨਹੀਂ। ਉਹ ਕਿਹੜੀ ਹੈ? ਸਾਲਗ੍ਰਾਮ ਵਿਪ ਪੂਜ ਮਨਾਵੋ ਸੋਕ੍ਰਿਤ ਤੁਲਸੀ ਮਾਲਾ। ਜਿਹੜੀ ਅਸਲੀ ਮਾਲਾ ਸੀ ਉਹ ਸੋਕ੍ਰਿਤ ਤੁਲਸੀ ਮਾਲਾ ਸੀ। ਕਰੈਕਟਰ ਨੂੰ ਮਾਲਾ ਬਣਾ, ਆਪਣੀ ਕਰਨੀ ਨੂੰ ਮਾਲਾ ਬਣਾ, ਆਚਰਣ ਨੂੰ ਮਾਲਾ ਬਣਾ। ਉਹ ਬਣਾਉਣੀ ਥੋੜ੍ਹੀ ਜਿਹੀ ਔਖੀ ਹੈ, ਅਤੇ ਸਿਮਰਨਾ ਫੜਨਾ ਫੁੱਟ 1.5 ਫੁੱਟ ਦਾ ਸੌਖਾ ਹੈ। ਆਓ ਗੁਰੂ ਕਿਰਪਾ ਕਰੇ। ਸ਼ਬਦ ਆਪਾਂ ਗੁਰੂ ਨਾਨਕ ਸਾਹਿਬ ਦਾ ਬੜੇ ਪਿਆਰ ਨਾਲ ਸੁਣਿਆ। ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵਿੱਚੋਂ ਕਈ ਗੁਰਮੁਖ ਪਿਆਰੇ, ਕਈ ਮੇਰੀਆਂ ਭੈਣਾਂ ਮਾਤਾਵਾਂ ਬਾਣੀ ਪੜ੍ਹਨ ਵਾਲੀਆਂ ਬੈਠੀਆਂ ਹੋਣਗੀਆਂ। ਆਮ ਸ਼ਬਦਾਂ ਵਿੱਚ ਰਹਾਉ ਦਾ ਬੰਦ ਇੱਕ ਆਉਂਦਾ ਹੈ, ਪਰ ਇਸ ਸ਼ਬਦ ਵਿੱਚ ਰਹਾਉ ਦੇ ਬੰਦ 2 ਨੇ। ਰਹਾਉ ਦਾ ਅਰਥ ਠਹਿਰ ਹੈ, ਰੁਕ। ਭਾਈ ਸ਼ਬਦ ਨੂੰ ਧਿਆਨ ਨਾਲ ਪੜ੍ਹ, ਸ਼ਬਦ ਦਾ ਕੇਂਦਰੀ ਭਾਵ ਹੈ। ਹੁਣ ਇਸ ਸ਼ਬਦ ਵਿੱਚ 2 ਰਹਾਉ ਦੇ ਬੰਦ ਨੇ। 33 ਨੰਬਰ ਸ਼ਬਦ ਹੈ, 26 ਨੰਬਰ ਅੰਕ 'ਤੇ ਹੈ। ਗਿਣਤੀ ਮੁਤਾਬਕ 33 ਨੰਬਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਜਦੋਂ ਸ੍ਰੀ ਰਾਗ ਆਰੰਭ ਹੁੰਦਾ ਹੈ, ਮੋਤੀ ਤਾਂ ਮੰਦਰ ਉਸਰੇ ਤੋਂ ਸ਼ੁਰੂ ਹੋਇਆ ਪਹਿਲਾ ਸ਼ਬਦ, ਅਤੇ ਅਛਲ ਛਲਾਈ ਨਹਿ ਛਲੇ 33 ਨੰਬਰ ਸ਼ਬਦ ਹੈ। ਹੁਣ ਇਹ ਸ਼ਬਦ ਵਿੱਚ 2 ਰਹਾਉ ਦੇ ਬੰਦ ਵਿੱਚ, ਇੱਕ ਰਹਾਉ ਦੇ ਬੰਦ ਵਿੱਚ ਸਵਾਲ ਹੈ, ਕੁਐਸਚਨ ਹੈ, ਅਤੇ ਦੂਜੇ ਰਹਾਉ ਦੇ ਬੰਦ ਵਿੱਚ ਉਸੇ ਸਾਲ ਦਾ ਜਵਾਬ ਹੈ। ਗੁਰੂ ਸਾਹਿਬ ਜੀ ਨੇ ਐਡੀ ਸੋਹਣੇ ਤਰੀਕੇ ਨਾਲ ਬਾਣੀ ਉਚਾਰਨ ਕੀਤੀ ਹੈ ਵੀ ਕੋਈ ਇੱਦਾਂ ਦਾ ਸਵਾਲ ਨਹੀਂ ਪੈਦਾ ਕੀਤਾ ਜਿਹਦਾ ਜਵਾਬ ਲੱਭਣ ਲਈ ਸਾਨੂੰ ਕਿਤੇ ਬਾਹਰ ਜਾਣਾ ਪਵੇ। ਸਵਾਲ ਵੀ ਪੈਦਾ ਕੀਤਾ ਹੈ, ਜਿਵੇਂ ਆਪਾਂ ਜਪਜੀ ਸਾਹਿਬ 'ਚ ਸ਼ੁਰੂ ਕਰ ਲਈਏ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਹੁਕਮ ਨਾਨਕ ਲਿਖਿਆ ਨਾਲ। ਸੱਚਾ ਬੰਦਾ ਕਿਵੇਂ ਬਣੇ? ਤੇ ਕਹਿੰਦੇ ਹੁਕਮ 'ਚ ਤੁਰਨਾ ਸ਼ੁਰੂ ਕਰ ਦੇ, ਰਜਾ ਦੀ ਪਾਲਣਾ ਕਰਨੀ ਸ਼ੁਰੂ ਕਰ ਦੇ, ਤੇਰੇ ਤੇ ਉਹਦੇ ਦਰਮਿਆਨ ਜਿਹੜੀ ਕੂੜ ਦੀ ਕੰਧ ਆਪਣੇ ਆਪ ਡਿੱਗ ਪਵੇਗੀ। ਫਿਰ ਤੂੰ ਇੱਦਾਂ ਕਹੇਂਗਾ, ਹਉ ਪੁੱਤ ਤੇਰਾ ਤੂੰ ਬਾਪ ਮੇਰਾ, ਏਕ ਹੈ ਠਾਹਰ ਦੋਹਾਂ ਬਸੇਰਾ। ਇਹ ਜਿਹੜੀ ਦੀਵਾਰ ਤੂੰ ਖੜੀ ਕੀਤੀ ਡਿੱਗ ਪਵੇਗੀ ਜਦੋਂ ਉਹਦੀ ਰਜਾ 'ਚ ਤੁਰਨਾ ਸ਼ੁਰੂ ਕਰੇਗਾ। ਹੁਣ ਪਹਿਲਾ ਜਿਹੜਾ ਰਹਾਉ ਦਾ ਬੰਦ ਹੈ ਉਹ ਇੱਕ ਸਵਾਲ ਹੈ। ਬਿਨ ਤੇਲ ਦੀਵਾ ਕਿਉਂ ਜਲੇ? ਹੁਣ ਜਿਹੜੇ ਇਹ ਕਹਿੰਦੇ ਨੇ ਜੀ ਬਾਣੀ ਸਮਝ ਤੋਂ ਪਰੇ ਹੈ, ਜਿਹੜੇ ਆਮ ਡੇਰੇਦਾਰਾਂ ਨੇ ਇਹਦਾ ਫਾਇਦਾ ਉਠਾਇਆ ਨਾ, ਤਾਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪਣੇ ਗੀਤ ਇੱਦਾਂ ਗਾਉਣੇ ਸ਼ੁਰੂ ਕਰਤੇ, ਅਤੇ ਇਹ ਲੰਬਾ ਟਾਈਮ ਪ੍ਰਚਾਰ ਕੀਤਾ ਜੀ ਬਾਣੀ ਔਖੀ ਹੈ, ਬਾਣੀ ਸਮਝ ਤੋਂ ਪਰੇ ਹੈ। ਇਸ ਕਰਕੇ ਸਾਡੇ ਬਾਬਾ ਜੀ ਸੌਖੀਆਂ ਧਾਰਨਾ ਲਾ ਕੇ ਬਾਣੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਗੁਰੂ ਸਾਹਿਬ ਦਾ ਇੱਕ ਇੱਕ ਸ਼ਬਦ, ਜਿਹੜਾ ਵਿਅਕਤੀ ਸਕੂਲੇ ਵੀ ਨਹੀਂ ਨਾ ਗਿਆ, ਇੰਜ ਕਹਿ ਲਓ ਵੀ ਜਿਹਨੂੰ ਅੱਖਰ ਪੜ੍ਹਨਾ ਵੀ ਨਹੀਂ ਆਉਂਦਾ, ਜੇ ਉਹ ਪੜ੍ਹ ਨਹੀਂ ਸਕਦਾ ਅਤੇ ਕਿਸੇ ਕੋਲੋਂ ਧਿਆਨ ਨਾਲ ਸੁਣ ਲਵੇ ਉਹਨੂੰ ਵੀ ਗੱਲ ਸਮਝ ਆ ਸਕਦੀ ਹੈ। ਹੁਣ ਆਪਾਂ ਕਹਾਂਗੇ ਇੱਕ ਬੰਦੇ ਨੂੰ ਪੜ੍ਹਨਾ, ਕਿ ਹਰ ਬੰਦੇ ਨੂੰ ਡਾਕਟਰ ਜਿੰਨਾ ਗਿਆਨ ਹੈ, ਪਰ ਡਾਕਟਰ ਦਾ ਫਾਇਦਾ ਤਾਂ ਆਪਾਂ ਸਾਰੇ ਉਠਾਉਂਦੇ ਹਾਂ ਨਾ। ਉਹ ਕਹਿੰਦਾ ਆਹ ਗੋਲੀ ਖਾਣੀ ਹੈ, ਆਹ ਗੋਲੀ ਨਹੀਂ ਖਾਣੀ, ਆਹ ਟੈਬਲੇਟ ਤੇਰੀ ਫਾਇਦੇ ਵਾਸਤੇ ਆ, ਆਹ ਨੁਕਸਾਨਦਾਇਕ ਹੈ, ਆਹ ਚੀਜ਼ ਤੂੰ ਖਾਣੀ ਹੈ, ਆਹ ਵਸਤੂ ਨਹੀਂ ਖਾਣੀ, ਆਪਾਂ ਮੰਨ ਲੈਂਦੇ ਹਾਂ। ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਵਿੱਚ ਇੱਦਾਂ ਪੱਖ ਦੇਤਾ ਵੀ ਆਹ ਕੰਮ ਤੇਰੇ ਕਰਨ ਵਾਲੇ, ਆਹ ਕੰਮ ਤੇਰੇ ਨਹੀਂ ਕਰਨ ਵਾਲੇ। ਹੁਣ ਇਹ ਸ਼ਬਦ ਵਿੱਚ ਜਿਹੜਾ ਬੰਦਾ ਕਦੀ ਸਕੂਲ ਵੀ ਨਹੀਂ ਗਿਆ, ਜਿਹਨੂੰ ਇੱਕ ਅੱਖਰ ਪੜ੍ਹਨਾ ਵੀ ਨਹੀਂ ਆਉਂਦਾ, ਉਹਨੂੰ ਵੀ ਪਤਾ ਦੀਵੇ ਦੀ ਰੌਸ਼ਨੀ ਕਰਨ ਲੱਗਿਆਂ 3 ਚੀਜ਼ਾਂ ਦਾ ਹੋਣਾ ਜ਼ਰੂਰੀ ਹੈ, ਅਤੇ ਬਿਨਾਂ ਤੇਲ ਤੋਂ ਦੀਵਾ ਕਦੀ ਵੀ ਜਗਦਾ ਨਹੀਂ। ਪਹਿਲਾਂ ਦੀਵਾ ਹੋਏਗਾ, ਫਿਰ ਉਹਦੇ ਵਿੱਚ ਤੇਲ ਹੋਏਗਾ, ਫਿਰ ਅੱਗੇ ਰੂੰ ਦੀ ਕਾਟਨ ਦੀ ਵੱਟੀ ਹੋਏਗੀ, ਫਿਰ ਚੌਥੀ ਉਹਨੂੰ ਅੱਗ ਲਾਉਣੀ ਹੈ, ਫਿਰ ਜਾ ਕੇ ਚਾਨਣ ਹੋਏਗਾ। ਹੁਣ ਕੀ ਗੁਰੂ ਸਾਹਿਬ ਇੱਥੇ ਕਿਸੇ ਸਰੋਂ ਦੇ, ਤੋਰੀਏ ਦੇ, ਤਿਲਾਂ ਦੇ, ਬਾਹਰ ਦੇ ਤੇਲ ਦੀ ਗੱਲ ਕਰ ਰਹੇ ਨੇ? ਇੱਥੇ ਕਹਿੰਦੇ ਨੇ ਬਿਨ ਤੇਲ ਦੀਵਾ ਕਿਉਂ ਜਲੇ? ਬਿਨਾਂ ਤੇਲ ਤੋਂ ਦੀਵਾ ਕਿੱਦਾਂ ਜਗ ਸਕਦਾ ਹੈ ਭਲਾ? ਇਹ ਸਵਾਲ ਪੈਦਾ ਕਰਤਾ ਗੁਰੂ ਸਾਹਿਬ ਜੀ ਨੇ। ਮੈਨੂੰ ਆਸ ਆ ਕਿ ਆਪਣੇ ਪੜ੍ਹਦਿਆਂ ਤੁਹਾਨੂੰ ਬਿਨਾਂ ਅਰਥ ਕੀਤਿਆਂ ਵੀ ਗੱਲ ਸਮਝ ਆਏਗੀ। ਇੱਕ ਵਾਰ ਸਾਰੇ ਜਾਣੇ ਇਹਨਾਂ ਤੁਕਾਂ ਨੂੰ ਪੜ੍ਹੋ। ਬਿਨ ਤੇਲ ਦੀਵਾ ਕਿਉਂ ਜਲੇ, ਬਿਨ ਤੇਲ ਦੀਵਾ ਕਿਉਂ ਜਲੇ,
बिन तेल दीवा क्यों जले, बिन तेल दीवा क्यों जले। पोथी पुराण कमाई है, पोथी पुराण कमाई है। भौ वट्टी इत तन पाई है, भौ वट्टी इत तन पाई है। सच बूझण आण जलाई है, सच बूझण आण जलाई है। ए तेल दीवा यों जले, ए तेल दीवा यों जले। कर चानण साहिब तो मिले, कर चानण साहिब तो मिले। कर चानण साहिब तो मिले, कर चानण साहिब तो मिले। बिन तेल दीवा क्यों जले, बिन तेल दीवा क्यों जले। दीवा मेरा एक नाम, दीवा मेरा एक नाम। दीवा मेरा एक नाम, दीवा मेरा एक नाम। दुख विच पाया तेल, दुख विच पाया तेल। बिन तेल दीवा क्यों जले, बिन तेल दीवा क्यों जले। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਸਾਹਮਣੇ ਗੱਲ ਰੱਖੀ ਹੈ, ਵਿਚਾਰ ਦਿੱਤਾ ਹੈ ਕਿ ਬਿਨਾਂ ਤੇਲ ਤੋਂ ਦੀਵਾ ਕਿਵੇਂ ਜਗ ਸਕਦਾ ਹੈ। ਮਹਾਰਾਜ ਪੁੱਛੀਏ ਕਿਹੜੇ ਦੀਵੇ ਦੀ ਗੱਲ ਹੋ ਰਹੀ ਹੈ ਇੱਥੇ? ਜਿਹੜੇ ਦੀਵੇ ਦੀ ਤੁਸੀਂ ਗੱਲ ਕਰ ਰਹੇ ਹੋ ਕਿੱਥੋਂ ਮਿਲਦਾ ਹੈ? ਤਾਂ ਉਹਦਾ ਜਵਾਬ ਸਤਿਗੁਰੂ ਜੀ ਨੇ ਬੜਾ ਪਿਆਰਾ ਦਿੱਤਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਇਹ ਜ਼ਿੰਦਗੀ ਦਾ ਦੀਵਾ ਜਗਾਉਣ ਵਾਸਤੇ, ਜ਼ਿੰਦਗੀ ਨੂੰ ਰੌਸ਼ਨਮਈ ਕਰਨ ਵਾਸਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰੋ? ਪੋਥੀ ਪੁਰਾਣ ਕਮਾਈ ਹੈ। ਆਪਣੇ ਗੁਰੂ ਦੀ ਗੱਲ, ਆਪਣੇ ਗੁਰੂ ਦੇ ਸ਼ਬਦ ਨੂੰ, ਜਿਹਨੂੰ ਆਪਾਂ ਆਮ ਬੋਲੀ 'ਚ ਕਹਿੰਦੇ ਤੁਸੀਂ ਸ਼ਬਦ ਦੀ ਕਮਾਈ ਕਰਦੇ ਜੇ, ਆਮ ਬੋਲਿਆ ਜਾਂਦਾ ਨਾ, ਤੁਸੀਂ ਸ਼ਬਦ ਦੀ ਕਮਾਈ ਕਰਦੇ ਜੇ। ਸ਼ਬਦ ਨੂੰ ਕਮਾਉਣਾ ਕੀ ਹੈ? ਤੁਹਾਨੂੰ ਡਾਕਟਰ ਨੇ ਮੈਡੀਸਨ ਦੱਸ ਦਿੱਤੀ, ਤੁਸੀਂ ਉਸ ਮੈਡੀਸਨ ਨੂੰ ਸਮਝ ਕੇ ਖਾਂਦੇ ਹੋ ਕਿ ਇਕੱਲਾ ਮੈਡੀਸਨ ਦਾ ਨਾਮ ਲੈਂਦੇ ਹੋ? ਹਰ ਇੱਕ ਦਾ ਜਵਾਬ ਆਏਗਾ ਕਿ ਮੈਂ ਮੈਡੀਸਨ ਟਾਈਮ ਨਾਲ, ਬੋਲੋ ਸਾਰੇ, ਖਾਂਦਾ ਹਾਂ। ਟਾਈਮ ਨਾਲ ਖਾਂਦਾ ਹਾਂ, ਪਰਹੇਜ਼ ਕਰਦਾ ਹਾਂ। ਕਿਹੜੇ ਵਕਤ ਕਿੰਨੇ ਟਾਈਮ ਖਾਣੀ ਇਹ ਖਾਂਦਾ ਹਾਂ। ਸਮਝ ਲਓ ਡਾਕਟਰ ਦੀ ਜਿਹੜੀ ਸਲਾਹ ਹੈ ਉਹਨੂੰ ਮਰੀਜ਼ ਆਪਣੀ ਜ਼ਿੰਦਗੀ 'ਚ ਕਮਾਉਂਦਾ ਹੈ, ਅਤੇ ਕਮਾਉਂਦਾ ਹੈ। ਜਿਉਂ-ਜਿਉਂ ਕਮਾਈ ਜਾਂਦਾ ਹੈ ਤਿਉਂ-ਤਿਉਂ ਰੋਗ ਉਹਦੀ ਜ਼ਿੰਦਗੀ ਦੇ ਘਟਦੇ ਜਾਂਦੇ ਨੇ ਅਤੇ ਅਰੋਗਤਾ ਉਹਦੇ ਜੀਵਨ 'ਚ ਆਉਂਦੀ ਜਾਂਦੀ ਹੈ। ਜੇ ਉਹ ਸਿਰਫ ਦਵਾਈ ਨੂੰ ਜ਼ੁਬਾਨੀ ਕਲਾਮੀ ਉਹਦਾ ਨਾਮ ਲਈ ਜਾਵੇ, ਮੈਡੀਸਨ ਦਾ ਨਾਮ ਲਈ ਜਾਵੇ, ਕੀ ਮਰੀਜ਼ ਠੀਕ ਹੋ ਸਕਦਾ? ਸਾਧ ਸੰਗਤ ਜੀ ਬੋਲ ਕੇ ਦੱਸਿਓ। ਉਹਨੂੰ ਪਰਹੇਜ਼ ਦੇ ਨਾਲ ਉਹ ਦਵਾਈ, ਉਹ ਮੈਡੀਸਨ ਖਾਣੀ ਪੈਣੀ ਹੈ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਬਿਨ ਤੇਲ ਦੀਵਾ ਕਿਉਂ ਜਲੇ? ਬਿਨਾਂ ਤੇਲ ਤੋਂ ਦੀਵਾ ਕਿਵੇਂ ਜਗੇਗਾ? ਕਿਵੇਂ ਜਗ ਸਕਦਾ ਹੈ?
ਤੇ ਪਾਤਸ਼ਾਹ ਜੀ ਕਹਿੰਦੇ ਨੇ ਪੋਥੀ ਪੁਰਾਣ ਕਮਾਈਐ। ਜਦੋਂ ਅਸੀਂ ਆਪਣੇ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ 'ਚ ਕਮਾਵਾਂਗੇ, ਸ਼ਬਦ ਨੂੰ ਕਮਾਵਾਂਗੇ, ਜੋ ਗੁਰੂ ਨੇ ਸਿੱਖਿਆ ਦਿੱਤੀ ਹੈ ਉਹਨੂੰ ਆਪਣੀ ਰੋਜ਼ਮर्रा ਦੀ ਜ਼ਿੰਦਗੀ 'ਚ ਲਾਗੂ ਕਰਾਂਗੇ, ਇੱਕ ਇੱਕ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਦੇਵਾਂਗੇ। ਮੰਨ ਲਓ ਇਹ ਤੇਲ ਹੈ ਜਿਹੜਾ ਦੀਵੇ ਦੇ ਵਿੱਚ ਪੈਣਾ ਹੈ। ਦੀਵਾ ਕਿਹੜਾ? ਦੀਵਾ ਮੇਰਾ ਏਕ ਨਾਮ। ਹੇ ਮੇਰੇ ਮਾਲਕ ਜੀ, ਤੁਹਾਡਾ ਨਾਮ ਮੇਰੇ ਵਾਸਤੇ ਦੀਵਾ ਹੈ, ਤੁਹਾਡਾ ਨਾਮ ਮੇਰੇ ਵਾਸਤੇ ਦੀਵਾ ਹੈ। ਜਿਉਂ ਜਿਉਂ ਮੈਂ ਪੋਥੀ ਪੁਰਾਣ ਨੂੰ ਕਮਾਉਣਾ ਵਾਂ, ਜਿਉਂ ਜਿਉਂ ਮੈਂ ਗੁਰੂ ਦੀ ਸਿੱਖਿਆ ਨੂੰ ਕਮਾਉਣਾ ਵਾਂ, ਇਹ ਮੇਰੇ ਵਾਸਤੇ ਤੇਲ ਇਕੱਠਾ ਹੁੰਦਾ ਜਾਂਦਾ। ਤੇ ਹੁਣ ਇਹ ਤੇਲ ਬਾਹਰੋਂ ਲਿਆਉਣ ਦੀ ਲੋੜ ਨਹੀਂ। ਜੇ ਤੇ ਬਾਹਰੀ ਤੌਰ ਤੇ ਦੀਵਾ ਜਗਾਉਣਾ ਹੋਵੇ ਤੇ ਕੁਦਰਤੀ ਗੱਲ ਹੈ, ਸਰੋਂ ਤੋਰੀਆ ਤੁਹਾਡੇ ਘਰ ਦਾ ਨਹੀਂ, ਤੁਸੀਂ ਮੁੱਲ ਲੈ ਕੇ ਆਓਗੇ ਤੇਲ, ਪੈਸੇ ਲੱਗਣਗੇ। ਇੱਕ ਚੀਜ਼ ਨੋਟ ਕਰਿਓ, ਜਿਹੜੀ ਪੂਜਾ ਬ੍ਰਾਹਮਣ ਲੋਕਾਂ ਨੂੰ ਦੱਸਦਾ ਸੀ ਨਾ, ਉਸ ਪੂਜਾ ਤੇ ਪੈਸਾ ਖਰਚ ਹੁੰਦਾ ਹੈ ਤੇ ਉਹ ਸਾਰੀ ਸਮੱਗਰੀ ਬਾਹਰ ਪਈ ਹੈ। ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਨੇ ਦੱਸੀ, ਉਹਦਾ ਸਾਰਾ ਮਟੀਰੀਅਲ ਬੰਦੇ ਦੇ ਅੰਦਰ ਪਿਆ ਹੈ। ਤੁਹਾਡੀ ਬੋਡੀ ਹੈ, ਸਾਰਾ ਸਮਾਨ ਅੰਦਰ ਪਿਆ। ਇੱਕ ਹੋਰ ਸੌਖੀ ਐਗਜ਼ਾਮਪਲ ਲੈ ਲਓ, ਜਿੰਨੀਆਂ ਤੁਹਾਨੂੰ ਬਿਮਾਰੀਆਂ ਲੱਗੀਆਂ ਨੇ, ਇਹਨਾਂ ਦਾ ਇਲਾਜ, ਇਹਨਾਂ ਦੀ ਮੈਡੀਸਨ ਬਾਹਰ ਹੈ। ਮੰਨ ਲਓ ਤੁਹਾਡੇ ਸਰੀਰ ਨੂੰ ਕੋਈ ਰੋਗ ਲੱਗਾ ਹੈ, ਤੁਹਾਨੂੰ ਕੋਈ ਡਾਕਟਰ ਮੈਡੀਸਨ ਦੱਸਦਾ ਹੈ, ਤੁਸੀਂ ਫਲਾਣੇ ਜਾ ਕੇ ਹਸਪੀਟਲੋਂ ਲੈ ਕੇ ਆਉਂਦੇ ਹੋ, ਬਣਾਈ ਕਿਸੇ ਕੰਪਨੀ ਨੇ ਹੈ, ਕਿਸੇ ਡਾਕਟਰ ਨੇ ਲਿਖ ਕੇ ਦਿੱਤੀ ਹੈ, ਤੁਹਾਡੇ ਕੋਲ ਆਈ ਹੈ, ਤੁਸੀਂ ਉਸ ਮੈਡੀਸਨ ਨੂੰ ਖਾ ਲਿਆ, ਕਹੋਗੇ ਤਾਂ ਦਾ ਰੋਗ ਠੀਕ ਹੋ ਗਿਆ ਮੇਰਾ। ਪਰ ਜਿਹੜੀਆਂ ਮਨ ਨੂੰ ਬਿਮਾਰੀਆਂ ਲੱਗੀਆਂ ਨੇ ਨਾ, ਇਹਦਾ ਸਾਰਾ ਜਿਹੜਾ ਜਿੰਨੀ ਦਵਾਈ ਹੈ ਨਾ, ਉਹ ਬੰਦੇ ਦੇ ਅੰਦਰ ਪਈ ਹੋਈ ਹੈ। ਪਾਤਸ਼ਾਹ ਜੀ ਕਹਿੰਦੇ ਨੇ ਦੁੱਖ ਮੋਰਾ ਮਾਰਨ ਹਰ ਨਾਮ। ਦੁੱਖ ਜਿਹੜੇ ਨੇ ਨਾ, ਇਨਸਾਨੀ ਜੀਵਨ ਵਾਸਤੇ ਜ਼ਹਿਰ ਦਾ ਕੰਮ ਕਰਦੇ ਨੇ। ਜਿੰਨੇ ਵੀ ਇਨਸਾਨੀ ਜੀਵਨ ਵਾਸਤੇ ਦੁੱਖ ਨੇ, ਜ਼ਹਿਰ ਦਾ ਕੰਮ ਕਰਦੇ ਨੇ। ਦੁੱਖ ਮੋਹਰਾ ਮਾਰਨ ਹਰ ਨਾਮ। ਹਰੀ ਨਾਮ ਦੀਆਂ ਜੜੀਆਂ ਬੂਟੀਆਂ ਪਾ ਕੇ ਇਹਨੂੰ ਮਾਰਨਾ। ਇੱਕ ਵੈਦ ਦੀ ਦੁਕਾਨ ਦਾ ਪੂਰਾ ਨਕਸ਼ਾ ਖਿੱਚਿਆ, ਜਿਵੇਂ ਵੈਦ ਦੇ ਕੋਲ ਤੁਸੀਂ ਜਾਓ, ਸੰਖੀਆ ਆਮ ਬੰਦਿਆਂ ਵਾਸਤੇ ਜ਼ਹਿਰ ਹੈ, ਪਰ ਵੈਦ ਨੂੰ ਲੱਭ ਜੇ ਉਹਨੂੰ ਚਾਅ ਚੜ੍ਹ ਜਾਂਦਾ, ਉਹ ਸੰਖੀਏ ਨੂੰ ਮਾਰ ਕੇ ਉਹਦੀਆਂ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਪਾ ਕੇ ਉਹਦੀ ਕਈ ਪ੍ਰਕਾਰ ਦੀ ਦਵਾਈ ਤਿਆਰ ਕਰਦਾ। ਕਹਿੰਦੇ ਦੁੱਖ ਮੋਹਰਾ ਮਾਰਨ ਹਰ ਨਾਮ। ਸਿਲਾ ਸੰਤੋਖ। ਸੰਤੋਖ ਨੂੰ ਉਹ ਸਿਲ ਬਣਾ ਲਾ ਜਿਹਦੇ ਤੇ ਉਹ ਸੰਖੀਆ ਰੱਖ ਕੇ ਜੜੀਆਂ ਬੂਟੀਆਂ ਪਾ ਕੇ ਰਗੜਦਾ। ਯਾਨੀ ਕਿ ਤੇਰੇ ਅੰਦਰ ਸਬਰ ਹੋਵੇ, ਸੰਤੋਖ ਹੋਵੇ, ਉਹ ਸਿਲ ਹੋਵੇ। ਤੇ ਪੀਸਣ ਹੱਥ ਦਾਨ। ਪੀਸਣ ਹੱਥ ਦਾਨ ਦਾ ਅਰਥ ਹੈ, ਇੱਕ ਵੈਦ ਦੇ ਕੋਲ ਹੱਥ ਵਿੱਚ ਫੜਿਆ ਪੱਥਰ ਹੁੰਦਾ ਹੈ, ਇੱਕ ਥੱਲੇ ਪੱਥਰ ਹੁੰਦਾ ਜਿਹਦੇ ਵਿੱਚ ਰੱਖ ਕੇ ਉਹ ਦਵਾਈ ਨੂੰ ਰਗੜਦਾ ਹੈ। ਜਿਹੜਾ ਵੈਦ ਦੇ ਹੱਥ ਵਿੱਚ ਫੜਿਆ ਪੱਥਰ ਹੈ, ਉਹ ਕੀ ਹੋਵੇ? ਪੀਸਣ ਹੱਥ ਦਾਨ। ਲੋਕ ਭਲਾਈ ਦੇ ਕੰਮ ਕਰਨੇ, ਕਿਸੇ ਦੀ ਮਦਦ ਕਰਨੀ। ਦਾਨ ਦਾ ਮੀਨਿੰਗ ਕੀ ਹੈ? ਕਿਸੇ ਲੋੜਵੰਦ ਦੀ ਮਦਦ ਕਰਨੀ। ਇਹ ਤੇਰੇ ਹੱਥ ਵਿੱਚ ਫੜਿਆ ਪੱਥਰ ਹੋਵੇ। ਸਬਰ। ਹੁਣ ਸਬਰ ਹੋਏਗਾ ਤੇ ਬੰਦਾ ਲੋੜਵੰਦ ਦੀ ਮਦਦ ਕਰੂ। ਲਾਲਚੀ ਬੰਦਾ ਤੇ ਮਦਦ ਕਰਨ, ਕਿਉਂਕਿ ਸੇਵ ਕੀਤੀ ਸੰਤੋਖੀ। ਜਿਹਨੇ ਸੱਚੋ ਸੱਚ। ਬੇਸੰਤੋਖਾ ਬੰਦਾ ਸੇਵਾ ਕਰ ਸਕਦਾ ਜੀ? ਸਾਧ ਸੰਗਤ ਜੀ ਬੋਲ ਕੇ ਦੱਸਿਓ, ਬੋਲੋ ਪਿਆਰਿਓ। ਬੇਸੰਤੋਖੇ ਬੰਦੇ ਨੂੰ ਤੁਸੀਂ ਖੀਰ ਦੀ ਬਾਲਟੀ ਫੜਾ ਦਿਓ ਤੇ ਇਹ ਵੀ ਨਾਲ ਕਹਿ ਦਿਓ ਵੀ ਆਖਰੀ ਬਾਲਟੀ ਖੀਰ ਦੀ, ਪਰ ਪਤਾ ਹੋਵੇ ਵੀ ਸੰਗਤ ਅਜੇ ਕਾਫੀ ਹੈ। ਬੇਸੰਤੋਖੇ ਬੰਦੇ ਦੀ ਗੱਲ ਕਰ ਰਿਹਾ ਮੈਂ। ਉਹਨੂੰ ਪਹਿਲਾਂ ਟੈਨਸ਼ਨ ਹੋ ਜਾਣੀ ਹੈ ਵੀ 4 ਕਟੋਰੀਆਂ ਕੱਢ ਕੇ ਆਪਣੀਆਂ ਰੱਖ ਲਈਏ, ਆਖਰੀ ਬਾਲਟੀ ਰਹਿ ਗਈ ਹੈ, ਮਗਰ ਤੇ ਹੈ ਕੋਈ ਨਹੀਂ, ਸਵੇਰ ਦੇ ਲੱਗੇ ਆ। ਪਰ ਜਿਹੜਾ ਸਬਰ ਵਾਲਾ ਉਹ ਕੀ ਆਂਦਾ? ਕਹਿੰਦਾ ਨਾ ਨਾ, ਸੰਗਤ ਨੂੰ ਛਕਾਓ, ਨਹੀਂ ਮਿਲੀ ਤੇ ਕੋਈ ਗੱਲ ਨਹੀਂ, ਸੰਗਤ ਛਕ ਲਈ, ਆਪਾਂ ਛਕ ਲਈ। ਬੇਸੰਤੋਖੇ ਨੂੰ ਟੈਨਸ਼ਨ ਹੋ ਗਈ, ਕਹਿੰਦਾ ਇਹੋ ਤੇ ਬਾਲਟੀ ਰਹਿ ਗਈ ਹੈ, ਸੰਗਤ ਅਜੇ ਕਾਫੀ ਪਈ ਹੈ। ਉਹ ਆਪਣੀ 4 ਕਟੋਰੀਆਂ ਕੱਢ ਕੇ ਰੱਖ ਲਈਆਂ, ਸੰਗਤ ਨੂੰ ਉੱਦਾਂ ਹੀ ਛਕਾਤੀ। ਕਈਆਂ ਨੇ ਵਿੱਚੋਂ ਮੰਗੀ ਵੀ, ਖੀਰ ਮੋਗੀ ਜੀ? ਹਾਂਜੀ ਮੋਗੀ ਆ ਜੀ। ਹੁਣ ਗੱਲ ਚੌਲ ਤੇ ਦੁੱਧ ਹੀ ਨੇ। ਗੱਲ ਤੇ ਪਰਖ ਹੋ ਗਈ ਵੀ ਜਿਹੜਾ ਬੰਦਾ ਇੱਕ ਖੀਰ ਵਰਤਾਉਣ ਤੋਂ ਮਾੜਾ ਜਿਹਾ ਲਾਲਚ ਵਿਖਾ ਸਕਦਾ ਹੈ, ਸੋਚੋ ਜੇ ਕੱਲ੍ਹ ਨੂੰ ਕੋਈ ਅਹੁਦਾ ਮਿਲ ਗਿਆ ਇਹਨੂੰ, ਕਿਉਂ ਸਾਧ ਸੰਗਤ ਜੀ? ਜੋ ਕੋਈ ਅਹੁਦਾ ਮਿਲ ਗਿਆ, ਫਿਰ ਪੁਲ ਖਾਊ ਕਿ ਨਹੀਂ ਖਾਊ? ਰੋਡ ਖਾਏਗਾ ਕਿ ਨਹੀਂ ਖਾਏਗਾ? ਕਰਪਸ਼ਨ ਕਰੇਗਾ ਕਿ ਨਹੀਂ ਕਰੇਗਾ? ਤੁਸੀਂ ਤੇ ਨੀਅਤ ਪਰਖ ਲਈ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੋ ਕ੍ਰਿਤ
ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਗੱਲ ਕਹੀ, ਬੇਸੰਤੋਖਾ ਬੰਦਾ ਸੇਵਾ ਵੀ ਨਹੀਂ ਕਰ ਸਕਦਾ। ਹੁਣ ਇੱਥੇ ਸਿਲਾ ਸੰਤੋਖ ਆਖਿਆ, ਸੰਤੋਖ ਨੂੰ ਸਿਲ ਬਣਾ ਲਾ, ਲੋਕ ਭਲਾਈ ਦੇ ਕੰਮਾਂ ਨੂੰ ਹੱਥ ਵਿੱਚ ਫੜਿਆ ਪੱਥਰ ਬਣਾ ਲਾ। ਸਿਲਾ ਸੰਤੋਖ, ਪੀਸਨ ਹੱਥ ਦਾਨ। ਪਾਸ਼ਾ ਜੀ ਇਹ ਹੁਣੇ ਦਵਾਈ ਤਿਆਰ ਹੋ ਗਈ, ਕੀ ਕਰਾਂ? ਕਹਿੰਦੇ ਨਿਤ ਨਿਤ ਲੇਵੋ। ਹੁਣ ਤੁਸੀਂ ਕਿਸੇ ਡਾਕਟਰ ਕੋਲ ਦਵਾਈ ਲੈਣ ਜਾਂਦੇ, ਉਹਨੂੰ ਪੁੱਛਦੇ ਜੀ ਕਿੰਨਾ ਟਾਈਮ ਖਾਣੀ ਹੈ? ਉਹ ਕਹਿੰਦਾ ਨਾ ਮਹੀਨਾ ਖਾ ਲਾ, 6 ਮਹੀਨੇ ਖਾ ਲਾ, ਸਾਲ ਖਾ ਲਾ, ਫਿਰ ਘਟਾ ਦਿਆਂਗੇ, ਕਿਉਂਕਿ ਉਸ ਦਵਾਈ ਦਾ ਨੁਕਸਾਨ ਹੋ ਸਕਦਾ। ਇਸ ਦਵਾਈ ਦਾ ਕੋਈ ਨੁਕਸਾਨ ਹੈ? ਮੈਂ ਸਬਰ ਕਿੰਨਾ ਕੁ ਚਿਰ ਧਾਰਨ ਕਰਾਂ? ਮੈਂ ਕਿਸੇ ਲੋੜਵੰਦ ਦੀ ਮਦਦ ਕਿੰਨੀ ਕੁ ਦੇਰ ਕਰਾਂ? ਇਹ ਤਾਂ ਦਵਾਈ ਹੈ ਨਾ। ਕਹਿੰਦੇ ਨਿਤ ਨਿਤ ਲੇਵੋ। ਸਾਰੇ ਬੋਲੋ ਨਾਲ ਨਾਲ, ਨਿਤ ਨਿਤ ਲੇਵੋ। ਇਹ ਹੈ ਨਿਤ ਦਾ ਨੇਮ, ਇਹ ਹੈ ਨਿਤਨੇਮ। ਨਿਤ ਦਾ ਨੇਮ, ਜਿਵੇਂ ਰੋਟੀ ਨਿਤ ਦਾ ਨੇਮ ਹੈ, ਇਸ਼ਨਾਨ ਨਿਤ ਦਾ ਨੇਮ ਹੈ, ਕੱਪੜੇ ਰੋਜ਼ ਨਵੇਂ ਸਾਫ਼ ਧੋਤੇ ਪਾਉਣਾ ਨਿਤ ਦਾ ਨੇਮ ਹੈ। ਇਹਨੂੰ ਆਪਣੀ ਜ਼ਿੰਦਗੀ ਦਾ ਨਿਤ ਦਾ ਨੇਮ ਬਣਾ ਲਾ। ਨਿਤ ਨਿਤ ਲੇਵੋ ਨਾ ਛੀਜੈ ਦੇ। ਅੱਜ ਦੇ ਕਿਉਂ ਛਿੱਜਦੀ? ਅੱਜ ਕਿਉਂ ਬੰਦਾ ਖਿੱਚਦਾ? ਕਿਉਂ ਕਹਿੰਦਾ ਅੱਜ? ਕਿਉਂ ਬੰਦਾ ਆਪਣੇ ਮਕਾਨ ਦੇ ਛੱਤ ਨਾਲ ਲੱਗੇ ਹੋਏ ਪੱਖੇ ਨਾਲ ਰੱਸਾ ਬਣ ਕੇ ਕਿਉਂ ਫਾਹ ਲੈਂਦਾ ਹੈ? ਕਿਉਂ ਕਹਿੰਦਾ ਮੇਰਾ ਮਰਨ ਨੂੰ ਜੀ ਕਰਦਾ ਹੈ? ਕਿਉਂ ਕਹਿ ਰਿਹਾ ਮੈਂ ਰੇਲ ਦੀ ਪਟੜੀ ਥੱਲੇ ਸਿਰ ਦੇ ਦੇਣਾ ਹੈ? ਛਿੱਜ ਰਿਹਾ ਹੈ, ਸੰਤੋਖ ਦੀ ਸੇਲ ਹੈ ਨਹੀਂ। ਹੱਥ ਵਿੱਚ ਫੜਿਆ ਹੋਇਆ ਪੱਥਰ ਲੋਕ ਭਲਾਈ ਦੇ ਕੰਮਾਂ ਵਾਲਾ ਹੈ ਨਹੀਂ। ਨਿਤ ਨਿਤ ਲੇਵੋ ਨਾ ਛੀਜੇ ਦੇ, ਅੰਤ ਕਾਲ ਜਮ ਮਾਰੇ ਠੇ, ਤੇ ਨਾ ਜਮ ਦੀ ਮਾਰ ਪਊ। ਹੁਣ ਦਵਾਈ ਜਿਉਂਦੇ ਖਾਣੀ ਹੈ ਤੇ ਜਮ ਵੀ ਫਿਰ ਜਿਉਂਦੇ ਆਊਗਾ ਨਾ। ਕਿਹੜਾ ਜਮ? ਸਾਡੇ ਤੇ ਇਹ ਕਹਿੰਦੇ ਮਰਨ ਤੋਂ ਬਾਅਦ ਜਮਾਂ ਦੇ ਵਸ ਪੈਣਾ। ਬਾਣੀ ਕਹਿੰਦੀ ਨਹੀਂ, ਜਮਾਂ ਦੇ ਵਸ ਮਰਨ ਤੋਂ ਬਾਅਦ ਨਹੀਂ ਪੈਣਾ, ਜਮਾਂ ਦੇ ਵਸ ਪਿਆ ਹੋਇਆ ਹੈ। ਕਿਹੜੇ ਹੈ ਜੀ ਜਮ? ਆਓ ਗਿਣਤੀ ਕਰੀਏ, ਨਾਲ ਨਾਲ ਬੋਲੀ ਜਾਇਓ। ਅਵਰ ਪੰਚ, अवर पंच हम एक जना, क्यों राखों कर बार मना, मारे लूटे नीत नीत, किस आगे करी पुकार जना, श्री राम नामा उचर मना, आगे जम दल बिखम कहना। अगे जमा दा दल उत्ते पंज कहता। अवर पंच हम एक जना, वो पंज ते मैं कला। सरवर पंखी हेकड़ो फाही वाल 50, ए तन लहरी गढ़ थिया सच्चे तेरी आस। अवर पंच मैं कला, ਇੱਥੇ ਜਮਾਂ ਦਾ ਦਲ ਕਹਿਤਾ। ਤੇ ਹੁਣ ਗੱਲ ਸਮਝੋਗੀ ਕਿ ਇਹ ਪੰਜ ਹੀ ਜਮਾਂ ਦਾ ਦਲ ਹੈ। ਅੱਛਾ, ਕਾਮ ਵਾਸ਼ਨਾਵਾਂ, ਲਾਲਚ, ਕ੍ਰੋਧ, ਹੰਕਾਰ, ਇਹਨਾਂ ਦੇ ਵਸ ਮਰਨ ਤੋਂ ਬਾਅਦ ਪੈਂਦਾ ਕਿ ਜਿਉਂਦੇ? ਬੋਲ ਕੇ ਦੱਸਿਓ ਜੀ ਪਿਆਰਿਓ, ਬੋਲੋ ਸਾਧ ਸੰਗਤ ਜੀ। ਹਾਂਜੀ, ਜਿਉਂਦੇ ਪੈਂਦਾ ਨਾ। ਤੇ ਫਿਰ ਜਿਉਂਦੇ ਕਹਿਣ ਦੀ ਲੋੜ ਨਾ, ਮੈਨੂੰ ਇਹਨਾਂ ਜਮਾਂ ਤੋਂ ਬਚਾਓ, ਇਹ ਜੰਮ ਮੇਰੇ ਗਲ 'ਚ ਰੱਸਾ ਪਾਈ ਫਿਰਦੇ ਆ। ਅੱਛਾ, ਸਾਰੀ ਜ਼ਿੰਦਗੀ ਕਾਮ ਵਾਸ਼ਨਾਵਾਂ ਨੇ ਗਲ 'ਚ ਰੱਸਾ ਪਾ ਛੱਡਿਆ, ਲਾਲਚ ਨੇ ਉਂਗਲਾਂ 'ਤੇ ਨਚਾ ਛੱਡਿਆ, ਕ੍ਰੋਧ ਨੇ ਨਚਾ ਛੱਡਿਆ, ਹੰਕਾਰ ਨੇ ਟਿਕਣ ਹੀ ਨਹੀਂ ਦਿੱਤਾ, ਤੇ ਬੰਦਾ ਜਾਂਦਾ ਮਰ। ਅਸੀਂ ਮਗਰੋਂ ਕਹਿ ਰਹੇ ਹੁੰਦੇ ਹਾਂ, ਮਹਾਰਾਜ ਇਹਨੂੰ ਜਮਾਂ ਤੋਂ ਬਚਾਇਓ, ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾਇਓ। ਤੇ ਬਾਪੂ ਜੀ ਅੱਗੇ ਕਹਿੰਦੇ ਸਾਰੀਆਂ ਤੇ ਭੋਗ ਲੀਆਂ ਨੇ, ਇੱਕ ਜੂਨ ਛੱਡੋ ਜਿਹੜੀ ਇਹਨੇ ਛੱਡੀ ਹੋਵੇ। ਅਖੀਰ ਤੱਕ ਲਾਲਚ ਨਹੀਂ ਛੱਡਿਆ, ਅਖੀਰ ਤੱਕ ਨਿਗਾਹ ਸਾਫ਼ ਨਹੀਂ ਹੋਈ, ਅਖੀਰ ਤੱਕ ਚੰਗਾ ਨਹੀਂ ਸੁਣਿਆ, ਰਿਸ਼ਤੇਦਾਰਾਂ ਨਾਲ ਲਾਲਚ ਕਰਕੇ। ਕਦੀ ਨਾ ਜਦੋਂ ਬਾਣੀ 'ਚ ਇਹ ਗੱਲ ਆਖੀ ਨਾ, ਤੂੰ ਆਪਣੇ ਆਪ ਨਾਲ ਜੋੜਨ, ਆਪਣੇ ਆਪ ਦੀ ਖੋਜ ਕਰ, ਆਪਣੇ ਆਪ ਨੂੰ ਪੜ੍ਹ। ਇਹਦਾ ਮਤਲਬ ਕੀ ਭਲਾ? ਤੁਹਾਡੀ ਕਿਸੇ ਰਿਸ਼ਤੇਦਾਰ ਨਾਲ ਨਹੀਂ ਬਣਦੀ। ਮੰਨ ਲਓ ਤੁਹਾਡੇ ਨਾਲ ਕੋਈ ਦੂਰ ਹੋਇਆ, ਤੁਸੀਂ ਜਦੋਂ ਆਪਣੇ ਆਪ ਨਾਲ ਗੱਲਾਂ ਕਰੋਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਇਹਨਾਂ ਪੰਜਾਂ ਵਕਾਰਾਂ ਵਿੱਚੋਂ ਕਿਹੜਾ ਵਕਾਰ ਸੀ ਜਿਹਦੇ ਕਰਕੇ ਅੱਜ ਮੇਰੇ ਤੋਂ ਕੋਈ ਦੂਰ ਹੋਇਆ। ਮੈਂ ਨਹੀਂ ਕਹਿੰਦਾ ਵੀ ਸਾਰਾ ਕੋਈ ਅਗਲਾ ਹੀ ਗਲਤ ਹੈ,
ਕਿਤੇ ਨਾ ਕਿਤੇ ਤੇ ਆਪਣੇ 'ਚ ਵੀ ਕਮੀਆਂ ਹੁੰਦੀਆਂ ਨੇ ਨਾ। ਤਾੜੀ ਇੱਕ ਹੱਥ ਨਾਲ ਤੇ ਵੱਜਦੀ ਨਹੀਂ। ਤੁਸੀਂ ਹੁਣ ਸਾਰਾ ਬਲੇਮ ਤੁਸੀਂ ਕਿਸੇ ਪਰਿਵਾਰ 'ਚ ਵੇਖ ਲਓ, ਜੇ 4 ਜੀਆਂ ਦੀ ਨਹੀਂ ਬਣਦੀ, 5 ਦੀ ਨਹੀਂ ਬਣਦੀ, ਉੱਥੇ ਇਕੱਲੇ ਨੂੰ ਪੁੱਛ ਕੇ ਵੇਖੋ, ਹਰ ਇੱਕ ਕਹਿੰਦਾ ਮੈਂ ਸਹੀ ਹਾਂ। ਗਲਤ ਇਹ ਹੈ, ਜੇ ਸਾਰੇ ਸਹੀ ਨੇ ਤੇ ਲੜਾਈ ਕਰ ਕੌਣ ਗਿਆ ਸਾਡੇ ਘਰ? 5 ਵਕਾਰਾਂ ਤੋਂ ਬਿਨਾਂ ਤੇ 6ਵਾਂ ਵੀ ਕਾਰਨ ਹੀ ਕੋਈ ਨਹੀਂ ਹੈਗਾ ਲੜਾਈ ਦਾ। ਤਾਂ ਪਾਸ਼ਾ ਇੱਥੇ ਕਹਿੰਦੇ ਨਿਤ ਨਿਤ ਲੇਵੋ ਨਾ ਸ਼ੀਜੈ ਦੇ, ਅੰਤ ਕਾਲ ਜਮ ਮਾਰੇ ਠੇ। ਪਾਸ਼ਾ ਕਹਿੰਦੇ ਐਸਾ ਦਾਰੂ ਖਾਹੇ ਗਵਾਰ, ਇੱਦਾਂ ਦਾ ਦਾਰੂ ਗਵਾਰ ਰੋਜ਼ ਖਾ, ਜਿਤ ਖਾਧੈ ਤੇਰੇ ਜਾਹੇ ਵਿਕਾਰ, ਜਿਹਨੂੰ ਖਾਣ ਨਾਲ ਤੇਰੇ ਵਿਕਾਰ ਦੂਰ ਹੋ ਜਾਣ। ਐਸਾ ਦਾਰੂ ਖਾਹੇ ਗਵਾਰ, ਹੇ ਗਵਾਰ ਇੱਦਾਂ ਦਾ ਦਾਰੂ ਰੋਜ਼ ਖਾ। ਹੁਣ ਇਹ ਦਵਾਈ ਜਿਹੜੀ ਦੱਸੀ ਆ, ਕਿਉਂ ਜੀ ਇਹ ਬਾਹਰ ਪਈ ਆ ਕਿ ਸਾਡੇ ਅੰਦਰ ਹੀ ਆ? ਬੋਲ ਕੇ ਦੱਸਿਓ ਪਿਆਰਿਓ। ਸਬਰ ਬੰਦੇ ਦੇ ਅੰਦਰ ਹੈ ਕਿ ਬਾਹਰ ਪਿਆ ਕਿਤੇ? ਅੰਦਰ ਹੀ ਹੈ। ਲੋਕ ਭਲਾਈ ਦੇ ਕੰਮਾਂ ਦੀ ਵਿਚਾਰ ਤੁਹਾਡੇ ਅੰਦਰ ਹੀ। ਅੱਜ ਤੱਕ ਉਹ ਬੰਦਾ ਇੱਦਾਂ ਦਾ ਸੁਣਿਆ ਜਿਹੜਾ ਇਹ ਕਵੇ ਮੈਂ ਫਲਾਣੇ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਸਬਰ ਦੇ, ਉਹਨੇ ਮੈਨੂੰ ਸਬਰ ਦੇ ਤਾ, ਮੈਂ ਸਬਰ ਵਰਤਣ ਲੱਗ ਪਿਆ। ਇੱਦਾਂ ਦਾ ਕਦੀ ਕੋਈ ਬੰਦਾ ਸੁਣਿਆ? ਨਾ 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 ਨਾ। ਗੁਰੂ ਸਾਹਿਬ ਵੀ ਇਹ ਗੱਲ ਕਹਿੰਦੇ ਆ, ਕਹਿੰਦੇ ਸਾਰਾ ਕੁਝ ਤੇ ਤੇਰੇ ਕੋਲ ਆ, ਮੈਂ ਤਾਂ ਸਿਰਫ ਤੈਨੂੰ ਦੱਸਣਾ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ। ਕਿਉਂਕਿ ਮੱਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ, ਅੰਮ੍ਰਿਤ ਨੀਰ ਗਿਆਨ ਮਨ ਮੱਜਨ, 8 ਤੀਰਥ ਸੰਗ ਗਏ, ਗੁਰ ਉਪਦੇਸ਼ ਜਵਾਹਰ ਮਾਣਕ ਸੇਵੈ ਸਿੱਖ ਸੁਖੋਜ ਲੈ। ਗੁਰੂ ਸਾਹਿਬ ਕਹਿੰਦੇ ਸਭ ਕੁਝ ਤੇਰੇ ਅੰਦਰ ਹੀ ਹੈ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਸੁਖੀ ਹੋਣ ਦਾ ਮਟੀਰੀਅਲ ਵੀ ਤੇਰੇ ਕੋਲ ਹੈ, ਦੁਖੀ ਹੋਣ ਦਾ ਮਟੀਰੀਅਲ ਵੀ ਤੇਰੇ ਕੋਲ ਹੈ। ਕੋਈ ਕਿਸੇ ਨੂੰ ਸੁਖੀ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ। ਸੁਖੀ ਵੀ ਤੂੰ ਆਪ ਹੋਣਾ, ਦੁਖੀ ਵੀ ਤੂੰ ਆਪ ਹੋਣਾ। ਇਹੋ ਬਾਣੀ ਆਂਦੀ ਆਪਣੇ ਆਪ ਨੂੰ ਚੀਨ, ਜਨ ਨਾਨਕ ਬਿਨਾ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ, ਰੋਜ਼ ਆਪਣੇ ਗੁਰੂ ਦੇ ਸ਼ਬਦ ਨੂੰ ਕਮਾ, ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੇਤਾ ਕਰ, ਜੋੜ ਘਟਾਓ ਕਰ। ਮੈਂ ਅੱਜ ਕਿੰਨੀ ਵਾਰ ਚੰਗਾ ਸੋਚੇ ਤੇ ਕਿੰਨੀ ਵਾਰ ਚੰਗਾ ਕੀਤਾ ਹੈ, ਕਿੰਨੀ ਵਾਰ ਮੇਰੇ ਦਿਮਾਗ 'ਚ ਮਾੜੇ ਖਿਆਲ ਆਏ ਤੇ ਕਿੰਨੀ ਵਾਰ ਮੈਂ ਮਾੜਾ ਕੰਮ ਕੀਤਾ, ਗਿਣਤੀ ਕਰ ਲਾ। ਜਦੋਂ ਤੇਰੇ ਜ਼ਿੰਦਗੀ 'ਚੋਂ ਮਾੜਿਆਂ ਕੰਮਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ, ਚੰਗਿਆਂ ਕੰਮਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਸਮਝ ਲਈ ਤੂੰ ਕਮਾਈ ਕਰਨ ਲੱਗ ਪਿਆ, ਤੂੰ ਕਮਾਉਣ ਲੱਗ ਪਿਆ। ਸਮਝ ਲਓ ਤੇਰੇ ਕੋਲ ਤੇਲ ਆ ਗਿਆ, ਪੋਥੀ ਪੁਰਾਣ ਕਮਾਈ ਹੈ। ਹੁਣ ਨਾਲ ਵੱਟੀ ਵੀ ਚਾਹੀਦੀ ਹੈ, ਇਕੱਲੀ ਤੇਲ ਨੂੰ ਤੇ ਅੱਗ ਲੱਗਣੀ ਕੋਈ ਨਹੀਂ, ਉਹ 'ਚ ਰੂੰ ਦੀ ਵੱਟੀ ਵੀ ਚਾਹੀਦੀ ਹੈ। ਉਹ ਕੀ ਆ? ਭੌ ਵੱਟੀ। ਭੌ ਮੀਨ ਕੀ? ਅਦਬ, ਡਰ। ਇਤ ਤਨ ਪਾਈਏ, ਭੌ ਦੀ ਵੱਟੀ ਆਪਣੇ ਤਨ ਵਿੱਚ ਪਾ ਲਾ, ਜਾਨੀ ਕਿ ਨਿਰਮਲ ਭੌ ਤੇਰੇ ਜੀਵਨ ਵਿੱਚ ਹੋਏ। ਸੱਚ ਬੂਝਣ ਆਣ ਜਲਾਈ ਹੈ, ਸੱਚ ਨੂੰ ਬੁੱਝਣਾ, ਇਹ ਉਸ ਰੂੰ ਦੀ ਵੱਟੀ ਨੂੰ ਅੱਗ ਲਾਉਣੀ ਹੈ, ਸੱਚ ਨੂੰ ਬੁੱਝ ਲੈਣਾ। ਹੁਣ ਜਦੋਂ ਬੁੱਝਣ ਦੀ ਗੱਲ ਆਉਂਦੀ ਉਦੋਂ ਸਮੱਸਿਆ ਖੜੀ ਹੁੰਦੀ ਹੈ। ਭਗਤ ਕਬੀਰ ਜੀ ਨੇ ਕਿਹਾ ਨਾ, ਹੁਣ ਸੁਣਿਓ ਧਿਆਨ ਨਾਲ, ਕਿਆ ਪੜੀ ਹੈ, ਸਾਰੇ ਬੋਲੀ ਜਾਓ ਨਾਲ ਨਾਲ ਜੀ, ਕਿਆ ਪੜੀ ਹੈ, ਕਿਆ ਪੜੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਣਾ ਸੁਣੀਐ। ਇਹ ਸਾਰੇ ਕੁਐਸਚਨ ਮਾਰਕ ਨੇ, ਇਹ ਸਵਾਲ ਹੈ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕੀ ਪੜ੍ਹ ਲਿਆ ਤੇ ਕੀ ਗੁਣ ਲਿਆ, ਤੂੰ ਵਿਚਾਰ ਕਰ ਲਿਆ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ। ਹੁਣ ਇਹ ਕਿਆ ਕੁਐਸਚਨ ਮਾਰਕ ਹੈ। ਕੀ ਹੋ ਗਿਆ ਤੂੰ ਪੜ੍ਹ ਲਿਆ ਤੇ ਸੁਣ ਲਿਆ? ਜੋ ਸਹਿਜ ਨਾ ਮਿਲਿਓ ਸੋਈ। ਜੇ ਉਸ ਪੜ੍ਹਨ ਸੁਣਨ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਟਿਕਾ ਨਹੀਂ ਆਇਆ, ਕੁਝ ਤੂੰ ਪ੍ਰਾਪਤ ਨਹੀਂ ਕੀਤਾ, ਜ਼ਿੰਦਗੀ 'ਚ ਤਬਦੀਲੀ ਨਹੀਂ ਆਈ, ਕੀ ਫਾਇਦਾ ਪੜ੍ਹਨ ਤੇ ਸੁਣਨ ਦਾ? ਜੋ ਸਹਿਜ ਨਾ ਮਿਲਿਓ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ, ਕੀ ਹੋਰ ਹੀ ਹੋਰ ਸੋਚਾਂ ਸੋਚੀ ਜਾ ਰਹੇ ਹੈ, ਹੋਰ ਹੀ
ਚਿੰਤਾਵਾਂ 'ਚ, ਹੋਰ ਹੀ ਝੋਰਿਆਂ 'ਚ, ਜਿਹੜਾ ਅਸਲੀ ਕੰਮ ਛੱਡ ਕੇ ਹੋਰ ਹੀ ਕੰਮਾਂ 'ਚ ਪਿਆ ਹੋਇਆ। ਅੰਧਿਆਰੇ ਦੀਪਕ ਚਾਹੀਏ, ਹਨੇਰਾ ਹੋਵੇ ਤੇ ਦੀਵਾ ਚਾਹੀਦਾ। ਹੁਣ ਇਹ ਕਿਹੜੇ ਬੰਦੇ ਨੂੰ ਨਹੀਂ ਸਮਝੀ? ਕਮਰੇ 'ਚ ਹਨੇਰਾ ਹੋਵੇ ਤੇ ਚੀਜ਼ ਲੱਭਣ ਲਈ ਚਾਨਣ ਚਾਹੀਦਾ ਕਿ ਨਹੀਂ ਚਾਹੀਦਾ? ਬੋਲੋ ਸਾਧ ਸੰਗਤ। ਅੱਜ ਕੱਲ੍ਹ ਤਾਂ ਸੌਖਾ, ਅੱਜ ਕੱਲ੍ਹ ਤਾਂ ਹਰ ਬੰਦੇ ਕੋਲ ਮੋਬਾਈਲ ਹੈ, ਮਿੰਟੋ ਮਿੰਟ ਹੀ ਲਾਈਟ ਆਨ ਕਰ ਦਿੰਦਾ। ਉਦੋਂ ਦੀਵੇ ਜਗਾਈਦੇ ਸੀ, ਚਾਨਣ ਕਰੀਦਾ ਸੀ। ਕਹਿੰਦੇ ਜੇ ਇੱਕ ਹਨੇਰੇ ਕਮਰੇ ਵਿੱਚ ਦੀਵਾ ਚਾਹੀਦਾ ਤੇ ਐਸ ਹਨੇਰੀ ਜ਼ਿੰਦਗੀ ਵਿੱਚ ਵੀ ਤੇ ਦੀਵਾ ਚਾਹੀਦਾ। ਇੱਥੇ ਤੇ ਅਗਿਆਨਤਾ ਦਾ ਹਨੇਰਾ ਹੈ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ। ਇਹ ਦੀਵਾ ਇਸ ਲਈ ਜਗਾਉਣਾ ਹੈ ਕਿ ਇੱਕ ਬਸਤ ਅਗੋਚਰ, ਜਿਹੜੀ ਅਗੋਚਰ ਇੰਦਰੀਆਂ ਤੋਂ ਪਰੇ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਸ ਵਸਤੂ ਅਗੋਚਰ ਨੂੰ ਮੈਂ ਲੱਭ ਸਕਾਂ, ਸਾਂਝ ਪਾ ਸਕਾਂ, ਉਹਦੇ ਨਾਲ ਨੇੜਤਾ ਬਣ ਸਕੇ। ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਅੱਛਾ, ਜਦੋਂ ਮੈਂ ਉਸ ਵਸਤੂ ਅਗੋਚਰ ਨੂੰ ਪ੍ਰਾਪਤ ਕਰ ਲਿਆ, ਸਾਂਝ ਪਾ ਲਈ, ਤੇ ਫਿਰ ਘਟ ਦੀਪਕ ਰਿਹਾ ਸਮਾਈ। ਘਟ ਵਿੱਚ, ਹਿਰਦੇ ਵਿੱਚ ਹੀ ਉਹ ਦੀਵਾ ਜਗਦਾ ਹਮੇਸ਼ਾ ਹੀ। ਫਿਰ ਉਸ ਦੀਵੇ ਨੂੰ ਕੋਈ ਦੁਨੀਆ ਦਾ ਝੱਖੜ ਹਨੇਰੀ ਬੁਝਾ ਨਹੀਂ ਸਕਦੀ। ਆਹ ਦੀਵਾ ਜਗਾਉਣਾ ਸੀ। ਅਸੀਂ ਹੋਰ ਹੀ ਦੀਵੇ ਜਗਾਉਣ ਲੱਗ ਪਏ। ਅਸੀਂ ਬਾਹਰ ਦੇ ਦੀਵੇ ਜਗਾਉਣ ਲੱਗ ਪਏ, ਦੇਸੀ ਘਿਓ ਦੀਆਂ ਜੋਤਾਂ ਵਾਲੇ ਬੰਨੇ ਤੁਰ ਪਏ। ਜਿਹੜਾ ਅਸਲੀ ਦੀਵਾ ਜਗਾਉਣਾ ਸੀ ਉਧਰ ਅਸੀਂ ਹੁਣ ਇਸ ਦੀਵੇ 'ਤੇ ਵੀ ਕੋਈ ਖਰਚਾ ਨਹੀਂ ਆਉਂਦਾ। ਇੱਕ ਰੱਤੀ ਭਰ ਵੀ ਕੋਈ ਬਾਹਰੋਂ ਪੈਸਾ ਲਾਉਣ ਦੀ ਲੋੜ ਨਹੀਂ। ਸਾਰਾ ਮਟੀਰੀਅਲ ਬੰਦੇ ਦੇ ਕੋਲ ਆਪਣੇ ਪਿਆ ਹੋਇਆ। ਘਟ ਦੀਪਕ ਰਹਿਆ ਸਮਾਈ, ਹੁਣ ਕਹੇ ਕਬੀਰ ਅਬ ਜਾਣਿਆ। ਹੁਣ ਭਗਤ ਕਬੀਰ ਜੀ ਕਹਿੰਦੇ ਹੁਣ ਮੈਂ ਜਾਣ ਲਿਆ, ਹੁਣ ਮੈਂ ਉਸ ਸੱਚ ਨਾਲ ਸਾਂਝ ਪਾ ਲਈ ਹੈ। ਕਹੇ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ। ਹੁਣ ਜਦੋਂ ਜਾਣ ਲਿਆ ਤੇ ਮਨ ਵੀ ਮੰਨ ਗਿਆ। ਅੱਜ ਮਨ ਕਿਉਂ ਨਹੀਂ ਮੰਨਦਾ ਗੁਰੂ ਤੇ? ਕਿਉਂਕਿ ਸਾਡੀ ਗੁਰੂ ਨਾਲ ਜਾਣ ਪਛਾਣ ਨਹੀਂ ਹੈ। ਇੱਕ ਸੌਖੀ ਐਗਜ਼ਾਮਪਲ ਦੇਵਾਂ। ਬੱਚੇ ਨੂੰ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਲੈ ਕੇ ਜਾਓ, ਬੱਚੇ ਦਾ ਵੀ ਉੱਥੇ ਰਹਿਣ ਨੂੰ ਦਿਲ ਕਰਦਾ ਜਿੱਥੇ ਉਹਦੀ ਜਾਣ ਪਛਾਣ ਹੈ। ਜਾਣ ਪਛਾਣ ਹੋਏਗੀ ਉਹ 2-4 ਦਿਨ, ਹਫ਼ਤਾ 15 ਦਿਨ ਵੀ ਰਹਿ ਸਕਦਾ। ਜਿੱਥੇ ਜਾਣ ਪਛਾਣ ਨਹੀਂ, ਉੱਥੇ ਉਹਦੇ ਵਾਸਤੇ 10-15 ਮਿੰਟ ਵੀ ਕੱਢਣੇ ਔਖੇ ਹੁੰਦੇ ਨੇ। ਪਹਿਲਾਂ ਜਾਣ ਪਛਾਣ, ਫਿਰ ਮਨ ਮੰਨਦਾ ਹੈ। ਪਹਿਲਾਂ ਜਾਣ ਪਛਾਣ, ਫਿਰ ਮਨ ਮੰਨਦਾ ਹੈ। ਅੱਜ ਗੁਰੂ ਵਾਲੇ ਬੰਨੇ ਮਨ ਕਿਉਂ ਨਹੀਂ ਮੰਨ ਰਿਹਾ? ਇਹ ਗੁਰੂ ਨਾਲ ਹੀ ਇਹ ਗੱਲਾਂ ਕਿਉਂ ਕਰਦੇ? ਮਨ ਨਹੀਂ ਟਿਕਦਾ ਕਿਉਂਕਿ ਜਾਣ ਪਛਾਣ ਹੈ ਨਹੀਂ। ਡੇਰਿਆਂ 'ਤੇ ਕਿਉਂ ਮਨ ਟਿਕਦਾ? ਉੱਥੇ ਜਾਣ ਪਛਾਣ ਹੈ। ਉੱਥੇ ਤਾਂ ਬਾਬਿਆਂ ਬਾਰੇ ਪੂਰਾ ਪਤਾ ਹੈ ਵੀ ਆਹ ਬਾਬਾ ਇੱਦਾਂ ਜੰਮਿਆ ਸੀ, ਆਹ ਬਾਬਾ ਇੱਦਾਂ ਜੰਮਿਆ ਸੀ, ਇਸ ਬਾਬੇ ਦੀ ਇੰਨੀ ਪ੍ਰਾਪਰਟੀ, ਆਹ ਬਾਬਾ ਫਲਾਣੇ ਭੋਰੇ 'ਚ ਬੈਠਾ ਸੀ, ਆਹ ਇੱਦਾਂ ਕਰਦਾ, ਆਹ ਇੱਦਾਂ ਕਰਦਾ। ਗੁਰੂ ਬਾਰੇ ਪਤਾ ਵੀ ਕੱਖ ਨਹੀਂ। ਮਨ ਕਿਉਂ ਨਹੀਂ ਮੰਨਦਾ? ਕੋਈ ਜਾਣ ਪਛਾਣ। ਕਿਉਂਕਿ ਹੁਣ ਇੱਥੇ ਸ਼ਬਦ ਵਰਤਿਆ, ਜਬ ਜਾਣਿਆ ਤਉ ਮਨ ਮਾਨਿਆ। ਜਦੋਂ ਜਾਣ ਪਛਾਣ ਹੋ ਗਈ ਤੇ ਮਨ ਮੰਨ ਗਿਆ। ਹੁਣ ਅਗਲਾ ਚੱਕਰ ਸੁਣਿਓ। ਹੁਣ ਮਨ ਮੰਨੈ ਲੋਕ ਨਾ ਭਤੀਜੈ। ਹੁਣ ਜਦੋਂ ਦਾ ਮਨ ਮੰਨਿਆ ਵਾ, ਲੋਕ ਨਹੀਂ ਖੁਸ਼ ਹੁੰਦੇ। ਕਿਉਂਕਿ ਪਹਿਲਾਂ ਮੈਂ ਲੋਕਾਂ ਵਾਲੇ ਕਰਮ ਕਾਂਡ ਕਰਦਾ ਸੀ, ਆਰਤੀਆਂ ਕਰਦਾ ਸੀ, ਥਾਲ ਕਮਾਉਂਦਾ ਸੀ, ਕਰਮ ਕਾਂਡ ਕਰਦਾ ਸੀ, ਪਖੰਡ ਕਰਦਾ ਸੀ, ਤੇ ਦੁਨੀਆ ਬੜੀ ਖੁਸ਼ ਸੀ ਵੀ ਇਹਦੇ ਨਾਲ ਦਾ ਤੇ ਬੰਦਾ ਹੀ ਕੋਈ ਨਹੀਂ। ਹੁਣ ਜਦੋਂ ਦੀ ਗੁਰੂ ਗ੍ਰੰਥ ਸਾਹਿਬ ਨਾਲ ਜਾਣ ਪਛਾਣ ਹੋਈ ਆ, ਉਦੋਂ ਦੇ ਉਹ ਕੰਮ ਛੱਡ ਦਿੱਤੇ ਨੇ। ਹੁਣ ਲੋਕੀ ਖੁਸ਼ ਨਹੀਂ। ਹੁਣ ਰਿਸ਼ਤੇਦਾਰ ਦੇ ਲੈ ਇਹਨੂੰ ਜ਼ਿਆਦਾ ਸਮਝ ਲੱਗ ਗਈ। ਮਨ ਮਾਨੇ, ਸਾਹਮਣੇ ਆ ਰਿਹਾ, ਮਨ ਮਾਨੇ ਲੋਕ ਨਾ, ਲੋਕੀ ਖੁਸ਼ ਹੀ ਹੈ ਨਹੀਂ। ਲੋਕ ਨਹੀਂ ਖੁਸ਼ ਹੈਗੇ। ਕਿਉਂ? ਕਿਉਂਕਿ ਮਨ ਮੰਨ ਗਿਆ। ਮਨ ਮਾਨੇ ਲੋਕ ਨਾ ਭਤੀਜੈ। ਤੇ ਭਗਤ ਕਬੀਰ ਕਹਿੰਦੇ ਨਹਿ ਭਤੀਜੈ, ਨਾ ਭਤੀਜੈ, ਅੱਗੇ ਬੋਲੋ, ਨਾ ਖੁਸ਼ ਹੋ ਦੁਨੀਆ ਦੇ ਲੋਕੋ, ਮੈਂ ਤੁਹਾਨੂੰ ਖੁਸ਼ ਥੋੜ੍ਹਾ ਕਰਨਾ ਹੈ, ਮੈਂ ਤੇ ਆਪਣੇ ਗੁਰੂ ਵੱਲ ਵੇਖਣਾ ਹੈ। ਤੇ ਅੱਜ ਬਹੁਤਾ ਜ਼ੋਰ ਕਿਹਨਾਂ ਨੂੰ ਖੁਸ਼ ਕਰਨ 'ਤੇ ਲੱਗਾ? ਬੋਲ ਕੇ ਹੁਣ ਤੁਸੀਂ ਦੱਸ ਦਿਓ, ਬੋਲੋ ਜੀ। ਦੁਨੀਆ ਨੂੰ, ਉਹਨਾਂ ਨੂੰ ਪਤਾ ਲੱਗੇ ਇਹਦੇ ਨਾਲ ਦੀ ਪੂਜਾ ਕੋਈ ਨਹੀਂ ਕਰਦਾ,
ਹੁਣ ਅੱਗੋਂ ਪਿੱਛੋਂ ਬੰਦਾ ਤੁਸੀਂ ਵੇਖੋ, ਇਹ ਮਾਥੇ ਤਿਲਕ ਤੇ ਹੱਥ ਮਾਲਾ ਤੇ ਤੀਜਾ ਬਾਨਾ। ਬਾਨਾ ਮੀਨਿੰਗ ਵਰਦੀ। ਇਹ ਤਿੰਨਾਂ ਦਾ ਨਾਮ ਲਿਆ। ਮਾਥੇ ਤਿਲਕ, ਹੱਥ ਮਾਲਾ, ਬਾਨਾ, ਲੋਗਨ ਰਾਮ। ਇਹ ਸ਼ਬਦ ਕਿਉਂ ਵਰਤਿਆ ਤੇ ਮੱਥੇ ਤੇ ਤਿਲਕ, ਹੱਥ ਵਿੱਚ ਮਾਲਾ ਤੇ ਤੀਜਾ ਬਾਨਾ? ਇਹ ਤਿੰਨੇ ਚੀਜ਼ਾਂ ਬਾਹਰੋਂ ਦਿਸਦੀਆਂ। ਮੱਥੇ ਦਾ ਤਿਲਕ ਵੀ ਬਾਹਰੋਂ ਦਿਸਦਾ, ਹੱਥ ਵਿੱਚ ਫੜੀ ਮਾਲਾ ਵੀ ਬਾਹਰੋਂ ਦਿਸਦੀ, ਤੇ ਤੀਜਾ ਬਾਣਾ। ਬਾਣਾ ਮੈਨੂੰ ਵਰਦੀ, ਇਹ ਵੀ ਬਾਹਰੋਂ ਦਿਸਦੀ ਹੈ ਵੀ ਇਹ ਧਰਮੀ ਹੈ। ਹੁਣ ਬੰਦੇ ਨੇ ਪੈਂਟ ਕੋਟ ਪਾਇਆ ਹੋਵੇ, ਪੈਂਟ ਕਮੀਜ਼ ਪਾਈ ਹੋਵੇ, ਤੁਸੀਂ ਉਹਨੂੰ ਕਹੋਗੇ ਸਾਡੇ ਘਰ ਚਰਨ ਪਾਓ ਜੀ, ਪਰ ਉਸੇ ਬੰਦੇ ਨੇ ਤੁਸੀਂ ਇੱਦਾਂ, ਮੈਂ ਤਾਂ ਕਈ ਵਾਰੀ ਸਟੇਜ 'ਤੇ ਬੰਗਲਾ ਸਾਹਿਬ ਤੋਂ ਬੋਲਿਆ ਸੀ ਇੱਕ ਵਾਰ, ਵੀ ਜਿਹਨੂੰ ਤੁਸੀਂ ਪੁੱਗੇ ਤੋਂ ਪੁੱਗਿਆ ਬ੍ਰਹਮ ਗਿਆਨੀ ਕਹਿੰਦੇ ਹੋ ਨਾ, ਉਹਨੂੰ ਤੁਸੀਂ ਆਮ ਗ੍ਰਸਤੀਆਂ ਵਾਲੇ ਕੱਪੜੇ ਪਵਾ ਦਿਓ, ਇੱਦਾਂ ਪੈਂਟ ਕੋਟ ਟਾਈ ਲਵਾ ਦਿਓ, ਇੱਦਾਂ ਫੇਰ ਕਹੋਗੇ ਵੀ ਤੁਸੀਂ ਸਾਡੇ ਘਰ ਦਾ ਚਰਨ ਪਾਓ ਜੀ ਆਣ ਕੇ। ਤੁਸੀਂ ਕਹਣਾ ਇਹ ਤਾਂ ਪਾੜਾ ਲੱਗਦਾ ਬਈ, ਇਹ ਤਾਂ ਕੋਈ ਵਕੀਲ ਲੱਗਦਾ ਹੈ। ਇਹਦਾ ਮਤਲਬ ਵਰਦੀ ਬੰਦੇ ਨੂੰ ਬਦਲਦੀ ਹੈ। ਗੁਰੂ ਨਾਨਕ ਸਾਹਿਬ ਜੀ ਬਾਰੇ ਪੜ੍ਹ ਕੇ ਵੇਖੋ, ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰੇ ਨੇ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਤੇ ਆਈ, ਬਾਜੋਂ ਗੁਰੂ ਗੁਬਾਰ ਹੈ, ਹਾ ਹਾ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਬਾਬੇ ਨੇ ਭੇਖ ਬਣਾਇਆ ਆਪ, ਉਦਾਸੀ ਕੀ ਰੀਤ ਚਲਾਈ। ਜਿੱਦਾਂ ਦੇ ਗੇਰੂਏ ਰੰਗ ਦੇ ਕੱਪੜੇ ਵੀ ਪਾਏ, ਨੀਲੇ ਬਸਤਰ ਵੀ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਜਦੋਂ ਸਾਰੇ ਪ੍ਰਚਾਰ ਦੌਰੇ ਸਮਾਪਤ ਕਰ ਦਿੱਤੇ, ਫਿਰ ਬਾਬਾ ਆਇਆ ਕਰਤਾਰਪੁਰ। ਇਹ ਪਹਿਲੀ ਵਾਰ ਦੀਆਂ ਪੌੜੀਆਂ ਨੇ, ਭਾਈ ਗੁਰਦਾਸ ਜੀ ਦੀਆਂ ਪਹਿਲੀ ਵਾਰ ਦੀਆਂ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ। ਇਹ ਭੇਖ ਕਿਉਂ ਲਾਇਆ? ਕਿਤੇ ਮੇਰੇ ਭੇਖ ਦੀ ਪੂਜਾ ਨਾ ਕਰ ਲੱਗ ਪੈਣ। ਪੈਰ ਸੰਸਾਰੀ ਕੱਪੜੇ, ਆ ਸਾਹਮਣੇ ਪੜੋ, ਪੈਰ ਮੰਜੀ ਬੈਠ ਕੀਆ। ਸੰਸਾਰੀ ਕੱਪੜੇ ਕਿਹੜੇ ਹੋਣਗੇ? ਅੱਜ ਗ੍ਰਸਤੀ ਕੱਪੜੇ ਕਿਹੋ ਜਿਹੇ ਪਾਉਂਦਾ? ਕੋਈ ਪੈਂਟ ਕੋਟ ਪਾਉਂਦਾ, ਕੋਈ ਪੈਂਟ ਕਮੀਜ਼ ਪਾਉਂਦਾ, ਕੋਈ ਕਮੀਜ਼ ਪਜਾਮਾ ਪਾਉਂਦਾ, ਜਿਵੇਂ ਆਮ ਗ੍ਰਸਤੀਆਂ ਵਾਲੇ ਜਿਹੜੇ ਵੀ ਕੋਈ ਬੰਦਾ ਪਾਉਂਦਾ। ਪੁਲਿਸ ਵਾਲੇ ਦੀ ਆਪਣੀ ਵਰਦੀ, ਡਾਕਟਰ ਦੀ ਆਪਣੀ ਵਰਦੀ, ਟੀਟੀ ਦੀ ਆਪਣੀ ਵਰਦੀ, ਪਾਇਲਟ ਦੀ ਆਪਣੀ ਵਰਦੀ, ਆਰਮੀ ਦੇ ਅਫਸਰ ਦੀ ਆਪਣੀ ਹੈਗੀ ਨਾ, ਆਪਣੀ ਆਪਣੀ ਵਰਦੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉਦੋਂ ਕਰਤਾਰਪੁਰ ਕਿਹੜੀ ਵਰਦੀ ਪਾਈ ਹੋਏਗੀ ਫਿਰ? ਕਿਉਂਕਿ ਪੈਰ ਸੰਸਾਰੀ ਕੱਪੜੇ। ਜਦੋਂ ਬਾਬਾ ਹਲ ਵਾਹੁੰਦੇ ਹੋਣਗੇ ਉੱਥੇ ਕਰਤਾਰਪੁਰ ਸਾਹਿਬ, ਤੇ ਆਮ ਗ੍ਰਸਤੀਆਂ ਵਾਲੇ ਕੱਪੜੇ ਪਾਏ। ਹੁਣ ਗੁਰੂ ਨਾਨਕ ਸਾਹਿਬ ਜੀ ਵਰਦੀ ਦੀ ਵਰਤੋਂ ਕਰਦੇ ਆ ਜਿੱਥੇ ਜਾਂਦੇ ਆ, ਪਰ ਜਦੋਂ ਆਮ ਸੰਸਾਰੀ ਬੰਦਿਆਂ 'ਚ ਬੈਠੇ ਨੇ ਉਦੋਂ ਆਮ ਕੱਪੜੇ ਪਾਏ ਨੇ। ਤੇ ਇੱਥੇ ਸਮਾਜ ਵਿੱਚ ਹੁਣ ਜਿਨ੍ਹਾਂ ਕੋਲ, ਜਿਹੜੇ ਭੇਖੀਆਂ ਕੋਲ ਸਾਡਾ ਸਮਾਜ ਤੁਰਿਆ ਫਿਰਦਾ, ਉਹ ਰੋਟੀ ਖਾਣ ਲੱਗਿਆਂ ਵੀ ਉਹ ਬਾਣਾ, ਤੁਰਦਿਆਂ ਫਿਰਦਿਆਂ ਵੀ ਉਹ ਬਾਣਾ। ਤੇ ਲੋਕੀ ਫਿਰ ਤਾਂ ਹੀ ਕਹਿੰਦੇ ਬਾਬਾ ਜੀ ਆਏ ਚਰਨ ਪਾਓ ਬਾਬਾ ਜੀ ਕੋਲੋਂ। ਜਿਹੜੀ ਬਾਣੀ ਮਾਥੇ ਤਿਲਕ ਹੱਥ ਮਾਲਾ ਬਾਣਾ ਦੀ ਗੱਲ ਕਰਦੀ ਪਈ ਹੈ, ਇਹਦਾ ਮਤਲਬ ਕੱਪੜੇ ਨੇ ਬਦਲਤਾ। ਕੱਪੜਾ ਲੈ ਲਓ ਤੁਸੀਂ, ਉਸੇ ਕੱਪੜੇ ਦਾ ਪੈਂਟ ਕੋਟ ਬਣਾ ਲਓ, ਉਸੇ ਕੱਪੜੇ ਦਾ ਚੋਲਾ ਬਣਾ ਲਓ। ਚੋਲਾ ਵੇਖ ਕੇ ਬਾਬਾ ਲੱਗਣਾ, ਪੈਂਟ ਕੋਟ ਵੇਖ ਕੇ ਲੱਗਣਾ ਵੀ ਇਹ ਤਾਂ ਕਿ ਸਕੂਲ 'ਚ ਟੀਚਰ ਲੱਗਦਾ ਵੀ। ਇਹਦਾ ਮਤਲਬ ਕੱਪੜੇ ਨੇ ਬਦਲਤਾ, ਬੰਦਾ ਤਾਂ ਕੁਝ ਨਾ ਹੋਇਆ। ਬੰਦੇ ਦੀ ਆਪਣੀ ਲਿਆਕਤ ਕੀ ਹੋਈ? ਇਸੇ ਕਰਕੇ ਅਗਲਿਆਂ ਨੇ ਗੁਰੂ ਬਾਣੀ ਤੇ ਪਾਸੇ, ਅਗਲਿਆਂ ਨੇ ਮੂੰਹ ਬੰਨ ਕੇ ਪਾਠ ਕਿਉਂ ਕੀਤੇ? ਵੀ ਕਿਤੇ ਇਹਨਾਂ ਨੂੰ ਸਮਝ ਨਾ ਆ ਜਾਏ। ਦੁਨੀਆ ਦਾ ਕੋਈ ਸਕੂਲ ਐਸਾ ਨਹੀਂ ਜਿੱਥੇ ਟੀਚਰ ਨੂੰ ਕਿਹਾ ਜਾਏ ਕਿ ਤੂੰ ਮੂੰਹ ਤੇ ਘੁੱਟ ਕੇ ਕੱਪੜਾ ਬੰਨ ਲਾ ਤੇ ਸਟੂਡੈਂਟ ਨੂੰ ਪੜ੍ਹਾ। ਦੁਨੀਆ ਦੀ ਕੋਈ ਅਦਾਲਤ ਵਿਖਾ ਦੇ ਜਿੱਥੇ ਜੱਜ ਨੂੰ ਕਿਹਾ ਜਾਵੇ ਤੂੰ ਫੈਸਲਾ ਸੁਣਾ, ਪਰ ਮੂੰਹ ਤੇ ਘੁੱਟ ਕੇ ਕੱਪੜਾ ਬੰਨ ਲਾ। ਸਕੂਲ ਦੇ ਵਿੱਚ ਵੀ ਇੱਕ ਵਕਤ, ਇੱਕ ਟਾਈਮ, ਇੱਕ ਕਲਾਸਰੂਮ 'ਚ ਇੱਕ ਟੀਚਰ ਪੜ੍ਹਾਉਂਦਾ ਹੈ। ਤੁਹਾਡੇ ਘਰ ਇੱਕ ਰੂਮ ਵਿੱਚ ਇੱਕ ਟੀਵੀ ਲੱਗਾ ਹੈ, ਇੱਕ ਲੌਬੀ 'ਚ ਇੱਕ ਟੀਵੀ ਲੱਗਾ ਹੈ। ਆਪਾਂ ਇੱਕ ਜਗ੍ਹਾ ਤੇ ਦੋ ਇਕੱਠੇ ਟੀਵੀ ਵੀ ਨਹੀਂ ਲਾਉਂਦੇ, ਤੇ ਇੱਕੇ ਜਗ੍ਹਾ ਤੇ 5-5, 10-10, 20-20, 30-30, 40-40, 50-50 ਇੱਦਾਂ ਸਰੂਪਾਂ ਦੀਆਂ ਲੜੀਆਂ ਲਾ ਕੇ ਅਖੰਡ ਪਾਠ ਕਰਨੇ। ਇਮਾਨਦਾਰੀ ਨਾਲ ਦੱਸਿਓ, ਇਹ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ? ਹੋਵੇ ਇੱਕ ਟੀਚਰ ਤੇ 50 ਵਿਦਿਆਰਥੀ ਪੜ੍ਹਨ ਵਾਲੇ ਹੋਣ ਤੇ ਗੱਲ ਫੱਬਦੀ ਹੈ। ਵਿਦਿਆਰਥੀ ਇੱਕ ਹੋਵੇ ਤੇ ਟੀਚਰ 50 ਹੋਣ, ਕੋਈ ਸੈਂਸ ਹੈ?
ਉਹ ਬੋਲੋ ਭਾਈ ਗੁਰੂ ਕੇ ਪਿਆਰਿਓ, ਨਹੀਂ ਹੋ ਰਿਹਾ। ਇੱਥੇ ਜਪ ਤਪ ਸਮਾਗਮ, ਇੱਥੇ ਅਖੰਡ ਪਾਠਾਂ ਦੀਆਂ ਲੜੀਆਂ, ਇੱਥੇ ਇਕੋਤਰੀਆਂ, ਇਹ ਗੁਰਮਤਿ ਨਹੀਂ ਹੈ। ਅਗਲਿਆਂ ਸਾਨੂੰ ਸਵਾਇਆ ਵੀ ਸੁੱਤੇ ਰਹੋ, ਸੁੱਤੇ ਰਹੋ। ਤੁਸੀਂ ਸੌਂਗੇ, ਸਾਡਾ ਜਬਾ ਤੁਹਾਡੇ 'ਤੇ ਜਾਰੀ ਰਹੇਗਾ। ਆ ਤੇ ਹੁਣ ਗੁਰਮਤਿ ਸਮਾਗਮ ਹੋਣ ਲੱਗੇ, ਨਹੀਂ ਤੇ ਜਪ ਤਪ ਸਮਾਗਮ, ਇੱਕੋ ਪਤਾ ਨਹੀਂ ਕਿਹੜੇ ਕਿਹੜੇ ਮੋਨ ਵਰਤ ਅਖੰਡ ਪਾਠ, ਪਤਾ ਨਹੀਂ ਕਿਹੜੇ ਕਿਹੜੇ ਨਵੇਂ ਨਵੇਂ ਨਾਂ ਦੇਣੇ ਸ਼ੁਰੂ ਕਰ ਦਿੱਤੇ। ਸੰਪਟ ਪਾਠ, ਐਸੇ ਐਸੇ ਪਰਿਵਾਰਾਂ ਦੇ ਜਿਨ੍ਹਾਂ ਦੇ ਮਰੀਜ਼ ਹਸਪੀਟਲਾਂ 'ਚ ਇਲਾਜ ਚੱਲ ਰਿਹਾ ਸੀ, ਵੈਂਟੀਲੇਟਰ 'ਤੇ ਪਏ ਹੋਇਆਂ ਨੂੰ ਘਰ ਲੈ ਆਂਦਾ, ਇੱਕ ਵਾਰੀ ਸੰਪਟ ਪਾਠ ਕਰਾਓ, ਠੀਕ ਹੋ ਜਾਣਾ ਤੁਹਾਡੇ ਮਰੀਜ਼ ਨੇ। ਪਾਠ ਜੇ ਅੱਧ 'ਚ ਗਿਆ, ਮਰੀਜ਼ ਚੜ੍ਹਾਈ ਕਰ ਗਿਆ, ਪੁੱਛਿਆ ਕੀ ਹੋਇਆ, ਤੁਹਾਡੇ ਕੋਲ ਮਰਿਆਦਾ ਨਹੀਂ ਨਿਭੀ। ਇਹ ਬਲੇਮ ਥੋੜ੍ਹਾ ਮਹਾਂਪੁਰਖਾਂ ਆਪਣੇ ਸਿਰ 'ਤੇ ਲੈਣਾ, ਤੁਸੀਂ ਕਿਤੇ ਝੂਠੇ ਮਿੱਠੇ ਹੱਥ ਲਾਤੇ ਹੋਣੇ ਨੇ। ਅੱਛਾ ਕਮਾਲ ਦੀਆਂ, ਦੂਜਿਆਂ ਦੇ ਪੁੱਤ ਧੀ ਸੰਪਟ ਪਾਠ ਨਾ ਠੀਕ ਕਰਦੇ ਹੋ, ਬਾਬੇ ਨੂੰ ਤੁਸੀਂ ਹਸਪੀਟਲ ਚੱਕੀ ਫਿਰਦੇ ਹੋ। ਸੰਪਟ ਪਾਠ ਕਰਾਓ ਤਗੜੇ ਹੋ ਕੇ, ਗੁਰਬਾਣੀ ਪੜ੍ਹਾਓ ਤਗੜੇ ਸ਼ਬਦਾਂ ਦੇ ਨਾਲ, ਤੇ ਕੀ ਕੁਝ ਨਹੀਂ ਹੁੰਦਾ। ਕਦੋਂ ਵਰਤਾਂਗੇ ਦਿਮਾਗ ਆਪਣਾ? ਮੈਂ ਕਦੀ ਕਦੀ ਸੋਚਦਾ ਸਾਡੇ ਤਾਂ ਦਿਮਾਗ ਫਰੈਸ਼ ਹੀ ਪਏ ਨੇ, ਜੇ ਵਰਤੇ ਹੀ ਨਹੀਂ ਸੁੱਖ ਨਾਲ। ਮੰਨ ਲਓ ਜੇ ਕਿਤੇ ਇੱਦਾਂ ਹੀ ਦਿਮਾਗ ਵਾਪਸ ਜਾਂਦੇ ਹੋਣ ਨਾ ਰੱਬ ਕੋਲ, ਤੇ ਸੱਚੀ ਗੱਲ ਹੈ ਸਾਨੂੰ ਪਰਮੇਸ਼ਰ ਨੇ ਪੁੱਛ ਹੀ ਲੈਣਾ, ਉਹ ਥੋੜ੍ਹਾ ਬਹੁਤਾ ਵਰਤ ਲੈਂਦਾ, ਉਹ ਧਾਗੇ ਬੰਨ੍ਹ ਕੇ ਗੁਜ਼ਾਰਾ ਕਰਦਾ ਰਿਹਾ। ਤੂੰ ਤਾਂ ਫਰੈਸ਼ ਹੀ ਲੈ ਆ, ਨਾਲ ਹੀ ਚੱਕ ਕੇ ਉੱਦਾਂ ਹੀ। ਜੁੱਤੀ ਲੈ ਕੇ ਆਈ, ਉਹ ਵੀ ਵਰਤੀ ਦੀ ਹੈ। ਕੱਪੜਾ ਲੈ ਕੇ ਆਈਏ, ਉਹ ਵੀ ਸਾਲ 6 ਮਹੀਨਿਆਂ ਦਾ ਘਸ ਘਸ ਕੇ ਪੁਰਾਣਾ ਹੋ ਜਾਂਦਾ ਹੈ। ਗੱਡੀ ਲਈਏ, ਮੈਟ ਸਾਲ 6 ਮਹੀਨਿਆਂ ਬਾਅਦ ਪੈਰ ਰੱਖ ਕੇ ਮੈਟ ਪਾਏਦਾਨ, ਉਹ ਵੀ ਘਸ ਜਾਂਦੇ ਆ। ਬ੍ਰੇਕਾਂ ਘਸ ਜਾਂਦੀਆਂ, ਸਟੀਅਰਿੰਗ ਰੋਜ਼ ਹੱਥ ਜਿੱਥੇ ਪੈਂਦਾ ਉੱਥੋਂ ਨਿਸ਼ਾਨ ਪੈ ਜਾਂਦੇ ਆ ਵੀ ਇਹਨੇ ਗੱਡੀ ਇੰਨਾ ਟਾਈਮ ਚਲਾਈ ਹੈ। ਟਾਇਰ ਬਦਲਣ ਵਾਲੇ ਹੋ ਜਾਂਦੇ ਨੇ 70-80 ਹਜ਼ਾਰ ਕਿਲੋਮੀਟਰ ਤੋਂ ਬਾਅਦ। ਇਹਨੂੰ ਵੀ ਵਰਤ ਲਾ, ਇਹ ਤੈਨੂੰ ਵਰਤਣ ਲਈ ਦਿੱਤਾ ਹੈ। ਇੱਕ ਕੋਠਲੇ ਮੈਂ ਕੋਠਰੀ, ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਬੀਰ ਕੀ ਲਿਹੋ ਵਸਤ ਸਮਾਰ। ਇਹ ਸਰੀਰ ਇੱਕ ਕੋਠਾ ਹੈ, ਇਹਦੇ ਵਿੱਚ ਦਿਮਾਗ ਨਿੱਕੀ ਜਿਹੀ ਕੋਠੜੀ ਆ। ਕੋਠ ਰਹਿ ਮੈਂ ਕੋਠਰੀ, ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਬੀਰ ਕੋ ਲਿਹੋ ਵਸਤ ਸਮਾਰ। ਸਰੀਰ ਕੋਠਾ ਵਾ, ਦਿਮਾਗ ਇਹਦੇ ਵਿੱਚ ਨਿੱਕੀ ਜਿਹੀ ਕੋਠੜੀ ਆ। ਫਿਰ ਜਿਹੜਾ ਇਸ ਦਿਮਾਗ ਰੂਪੀ ਕੋਠੜੀ 'ਚ ਸੋਹਣੀਆਂ ਸੋਹਣੀਆਂ ਵਿਚਾਰਾਂ ਕਰਦਾ, ਫਿਰ ਆਪਾਂ ਘਰਾਂ 'ਚ ਨਹੀਂ ਕਹਿੰਦੇ ਸਾਡੀ ਧੀ ਸਿਆਣੀ ਬੜੀ ਆ, ਉਹਦੀ ਦਿਮਾਗ ਦੀ ਕੋਠੜੀ ਸਿਆਣੀ ਆ ਨਾ। ਉਹ ਸੱਸ ਹੋ ਸਕਦੀ ਆ, ਮਾਂ ਹੋ ਸਕਦੀ ਆ, ਪੁੱਤਰ ਹੋ ਸਕਦਾ, ਧੀ ਹੋ ਸਕਦੀ ਆ, ਨੂੰਹ ਹੋ ਸਕਦੀ, ਸੱਸ ਹੋ ਸਕਦੀ ਆ, ਪਰ ਪਰਿਵਾਰ ਦਾ ਕੋਈ ਮੈਂਬਰ ਵੀ ਹੋ ਸਕਦਾ। ਅਤੇ ਬਾਹਰੋਂ ਬੜਾ ਐ ਬਣਿਆ ਤਣਿਆ ਹੋਵੇ, ਗੱਲ ਕਰਨੀ ਨਾ ਆਉਂਦੀ ਹੋਵੇ, ਅਤੇ ਕੀ ਕਹਿੰਦੇ ਨੇ, ਉਹ ਭਾਈ ਚੋਪੀ ਰਹੀ, ਝੱਲ ਖਿਲਾਰਦਾ ਹੈ। ਬੋਲਣ ਪਾਜ ਉਗਾੜਿਆ ਜੋ ਮੂਲੀ ਪੱਤਾ, ਬੋਲਿਆਂ ਪਾਜ ਉਗੜ ਜਾਂਦਾ ਜਿਵੇਂ ਮੂਲੀ ਪੱਤਾ। ਜਦੋਂ ਤੱਕ ਚੁੱਪ ਹੈ ਤੁਸੀਂ ਕਹੋਗੇ ਬੜਾ ਸਿਆਣਾ ਹੈ, ਬੜੀ ਸਿਆਣੀ ਹੈ। ਹੁਣ ਇੱਥੇ ਸ਼ਬਦ ਬੜਾ ਕੋਠ ਰਹਿ ਮੈਂ ਕੋਠਰੀ, ਪਰਮ ਕੋਠੀ ਵਿਚਾਰ। ਸਰੀਰ ਕੋਠਾ, ਦਿਮਾਗ ਇਹਦੇ ਵਿੱਚ ਨਿੱਕੀ ਜਿਹੀ ਕੋਠੜੀ ਆ। ਅਤੇ ਇਸ ਦਿਮਾਗ ਰੂਪੀ ਕੋਠੜੀ ਜਦੋਂ ਸੋਹਣੀਆਂ ਸੋਹਣੀਆਂ ਵਿਚਾਰਾਂ ਕਰੀਦੀਆਂ ਵਾ, ਸੋਹਣੇ ਸੋਹਣੇ ਖਿਆਲ ਪਾਈਦੇ ਆ, ਸੋਹਣੇ ਸੋਹਣੇ ਸ਼ਬਦਾਂ ਵਿੱਚ ਨੂੰ ਇਹਨੂੰ ਪਰੋਈਦਾ, ਇਹ ਫਿਰ ਸਿਆਣਾ ਬਣਦਾ। ਗੁਰਦੀਨੀ ਬਸਤ ਕਬੀਰ ਕੋ ਲੇਵ ਵਸਤ ਸਮਾਰ। ਭਗਤ ਕਬੀਰ ਜੀ ਨੂੰ, ਭਗਤ ਕਬੀਰ ਜੀ ਕਹਿੰਦੇ, ਰੱਬ ਜੀ ਕਹਿੰਦੇ ਇਹ ਵਸਤੂ ਬੜੀ ਕਮਾਲ ਦੀ, ਨੂੰ ਸੰਭਾਲ ਲਾ। ਭਗਤ ਕਬੀਰ ਜੀ ਕਹਿੰਦੇ ਜੇ ਏਡੀ ਵਧੂਆ ਵਸਤੂ ਆ ਨਾ, ਮੈਂ ਫਿਰ ਕੋਲ ਨਹੀਂ ਰੱਖਣੀ। ਕਬੀਰ ਦੀ ਸੰਸਾਰ ਕੋ ਮੈਂ ਕੋਈ ਦੇਹਧਾਰੀ ਬਾਬਾ ਵੀ ਤੇਰੇ ਕੰਨਾਂ 'ਚ ਮੰਤਰ ਦੇਤਾ, ਗਾਹ ਨਾ ਦੇਈ। ਹੈਗੇ ਨਾ ਇਹੋ ਜਿਹੇ ਬਾਬੇ, ਅਸੀਂ ਨਾਮ ਲਿਆ ਜੀ ਦੱਸ ਦਿਓ, ਨਹੀਂ ਦੱਸਣਾ ਨਹੀਂ। ਕਿਉਂ ਜੀ? ਬਾਣੀ ਇੰਝ ਕਹਿੰਦੀ ਹੈ, ਬਾਣੀ ਕਹਿੰਦੀ ਖਾਵੇਂ ਖਰਚੈ ਟੋਟ ਨਾ ਆਵੇ। ਅਗਲਿਆਂ ਨੂੰ ਪਤਾ ਵੀ ਘਰ ਵਾਲੀ ਨੂੰ ਵੀ ਉਹ ਸ਼ਬਦ ਦਿੱਤਾ, ਬਾਪ ਨੂੰ ਵੀ ਉਹ ਦਿੱਤਾ, ਪੁੱਤ ਨੂੰ ਵੀ ਉਹ ਦਿੱਤਾ, ਅਤੇ ਇੱਦਾਂ ਦੱਸਣਾ ਇਹ ਸ਼ਬਦ ਤੈਨੂੰ ਦਿੱਤਾ, ਅੱਗੇ ਨਹੀਂ ਦੱਸਣਾ। ਅਤੇ ਜੇ ਉਹਨਾਂ ਨੇ ਇੱਦਾਂ ਮਤਲਬ ਦੱਸਤਾ, ਉਹਨਾਂ ਅੱਛਾ ਇਹੋ 5 ਸ਼ਬਦ ਤੈਨੂੰ ਦਿੱਤੇ, ਇਹੋ ਹੀ ਮੈਨੂੰ ਦਿੱਤੇ। ਅਤੇ ਇੱਧਰ ਬਾਪੂ ਦਾ ਕਿੱਡਾ ਪਿਆਰਾ ਉਪਦੇਸ਼ ਸੀ, ਸਵੇਰੇ ਉੱਠ ਕੇ ਤੂੰ ਸਹਿਜ ਪਾਠ ਕਰ, ਬਾਣੀ ਪੜ੍ਹ, ਤੂੰ ਸ਼ਬਦ ਪੜ੍ਹ। ਪਤਨੀ ਕਹੇ ਲੈ ਮੈਂ ਘਰ ਦਾ ਕੰਮ ਕਰ ਲੈਂਦੀ ਹਾਂ, ਨਾਲ ਨਾਲ ਕੰਮ ਹੋਈ ਗਿਆ, ਘਰ ਦੇ ਕੰਮ ਸਵਾਰ ਲਏ, ਨਾਲੇ ਬਾਣੀ ਪੜ੍ਹੀ ਗਏ। ਕਿੰਨਾ ਸੌਖਾ ਰਾਹ ਦਿੱਤਾ ਸੀ ਸਾਨੂੰ। ਇੱਥੇ ਤਾਂ ਧਰਮਾਂ ਦੇ ਨਾਂ 'ਤੇ ਵੀ ਲੜਾ ਛੱਡਿਆ, ਸਾਡਾ ਬਾਬਾ ਉੱਚਾ, ਤੁਹਾਡਾ ਬਾਬਾ ਨੀਵਾਂ, ਤੁਸੀਂ ਉਹਨੂੰ ਮੰਨਦੇ, ਅਸੀਂ ਇਹਨੂੰ ਮੰਨਦੇ। ਕਈਆਂ ਦੇ ਘਰਾਂ 'ਚ ਇਸ ਗੱਲ ਤੋਂ ਵੀ ਬਖੇੜੇ ਹੋਏ ਨੇ।
इस गल तो भी घरां 'च लड़ाइयां पै गईयां। सारियां घरां विच नशे लड़ाई नहीं हैगी। सुभाਅ कईयां पक्षां की प्रॉब्लम है साडे समाज में। असी ऐबदार्थ असी नशा मानते हैं। हंकार ऐब नहीं, लालच ऐब नहीं, ऐब तन चिकड़ो, ऐबां दा चिकड़ है इस तन विच। ए मन मींडको कमल की सार नहीं मूल पाई। ये मन मेंढक है, ऐबां दा चिकड़ है, कमल की सार नहीं मूल पाई। पौर उस्ताद नित भाखिया बोले, क्यों बूझे जे नहीं बुझाई। तो पातशाह इत्थे कहंदे ने, पोथी पुराण कमाई है, भौ वट्टी इत धन पाई है। सच बूझण, सच नूं बुझना। कह कबीरा बजाने जब जाने तो मन मिले। सच बूझण आण जलाई है, ये तेल दीवा इहों जल है। ऐदां ऐदां तेल होएगा, ऐदां दीवा जगेगा, फिर कर चानण। हुण तुसीं अंदरों कोई समान लभण जाना होवे ते तुसीं हनेरा होवे, की कहीदा भला, नाल टॉर्च ले जा, लाइट जगा ला, तेनों समान लभ जू। कहते कर चानण साहिब तो मिले। तेनों साहिब कित्थों मिलना, तू तेरे अंदर ते हनेरा है। तो इस हनेरे वास्ते की पुछण जांदे ने, ये 10वां द्वार किदां खुलदा जी। कई इसे चक्करां 'च पए होए ने। अच्छा भाई साहब जी 10वें द्वार की की निशानी है। मैं क्या क्यों पुछ के की करना है, किते मैं 11वें च ना चल जावां, भी उत्थे रुकना भी तो हैगा ना। उन्होंने दिमाग 'च शायद 10वें द्वार का अर्थ अंदर कोई चानण हो जाता है। जिदन 10वां द्वार खुल गया, तेनों माँ चो भी रब दिसू, तेनों पत्नी चो भी रब दिसू, तेनों भरा चो भी रब दिसू। ठगी मार लगे हथ कंबणगे, किहदे नाल बेईमानी कर रहे हैं, किहदे नाल धोखा कर रहे हैं। फिर उच्चे चढ़ के देखिया, आ मैं धरती तो 3 फुट उच्चा वां तो मैनूं थोड़ा जिहा वध दिसदा है। जे आपां मकान की छत ते खलोवांगे थोड़ा जिहा होर दूर दिसेगा, तीजी मंजिल ते खलोवांगे होर दूर, चौथी मंजिल ते होर दूर, 5वीं मंजिल ते होर दूर, दूर तक दिसेगा ना। बस जिन्ना सुरत उच्ची हुंदी जाएगी, फिर तुहानूं दूर तक तुसीं अपनी जिंदगी के फैसले कर सकते हो। अज सुरत ही बड़ी नीवीं है, खलोते बड़े थल्ले हैं, मेंढक बने पे हैं, डड्डू बने पे हैं, कूप भरे हो जैसे दादरा। कश देश विदेश ना बूझ, ऐसे सारे बोलो, ऐसे मेरा मन बिखिया बिमोया, कश आरा पार न सूझ। सगल भवन के नायका एक छिन दर्श दिखाए जी, सगल भवन के नायका। तो किन्ने प्यारे बचन कहते, सच बूझण आण जलाई है, ये तेल दीवा इउं जलै, कर चानण साहिब तो मिले। फिर साहिब मिल जाएगा, चानण हो जाएगा। ये तेल दीवा इदां जगेगा। अछाड़ छलाई न छले। अछाड़ का अर्थ है ना छली जाण वाली। माया नूं कोई नहीं छल सकता, पर माया सारिਆਂ ਨੂੰ छलदी है। अछाड़ है ना, ये छलाई न छले, न घाऊ कटारा कर सके। पर पातशाह दे नहीं, माया नूं भी छलिया। गुरु ते गुरु के सिखां ने लोगों वास्ते पुत्र माया है, धी माया है, घर माया है, जमीनां जायदादां माया ही ने। माया के कई रूप ने। एक चेता रखियो, जिन्हें भी आप इत्थे बैठे हैं, हुण मैं तुहाडे सामने सेब का नाम लेना, भी सेब की पिक्चर बनाओ अपने दिमाग च, एप्पल की, अपने ब्रेन च एप्पल की पिक्चर बन गई। मैं क्या प्लेन की पिक्चर बनाओ, एक प्लेन की पिक्चर बन गई दिमाग च। ध्यान ना सुनियो, मैं क्या आपो अपने दिमाग च ट्रेन की पिक्चर बनाओ। सारिਆਂ ਦੇ दिमाग च ट्रेन की एक पिक्चर बन गई, तस्वीर बन गई भी ट्रेन इदां दी हुंदी है। गड्डी की पिक्चर बनाओ, गड्डी की पिक्चर बन गई। हुण सुनियो, माया की पिक्चर बनाओ दिमाग च। माया की पिक्चर किहड़ी बनेगी भला, बोलो सारे, बोलो प्यारे हो। पैसा बनू ना, कि सिर्फ पैसे माया ने। हुण एप्पल की पिक्चर बन गई क्योंकि एप्पल का पता सी। प्लेन की पिक्चर बन गई, प्लेन बारे पता है। हुण माया की पिक्चर बनाओ, की बनी, जिते गांधी की फोटो आप कह जी ये माया है, डॉलर पाउंड सोना, कि ये माया, ये माया है। पर माया का एक रूप है, मुकम्मल माया नहीं है। माया के कई रूप ने, कई रूप, एक रूप नहीं। एवं थोड़ा भगत कबीर जी ने आख्या सी, कबीर आई मुझे पै अनक करे कर भेस। एक रूप चाहिए किते, हम राखे गुरे अपने उन कीनो आदेश। किते पत्नी के रूप च, किते पुत्र के रूप च, किते अहुदे के रूप च। 'च। माया के कई रूप ने। जिवें आ शरीर है,
ਕਿਸੇ ਦੀ ਬਾਂਹ ਕੱਟੀ ਗਈ, ਆਪਾਂ ਇਹ ਥੋੜ੍ਹਾ ਕਹਿੰਦੇ ਬੰਦਾ ਮਰ ਗਿਆ, ਖਤਮ ਹੋ ਗਿਆ, ਅੰਗ ਕੱਟਿਆ ਗਿਆ। ਇਹ ਉਦੋਂ ਡੈਡ ਹੋਏਗਾ ਜਦੋਂ ਹਮ ਆਦਮੀ ਹਾਂ ਇੱਕਦਮ ਵਾਲੀ ਖੇਲ ਖਤਮ ਹੋ ਗਈ। ਫਿਰ ਸਰੀਰ ਦੇ ਅੰਗ ਭਾਵੇਂ ਸਾਰੇ ਰਹਿਣ। ਜਿੱਦਾਂ ਦਰਖਤ ਦੀ ਇੱਕ ਟਾਹਣੀ ਜ਼ਮੀਨ 'ਤੇ ਡਿੱਗੀ ਹੈ, ਆਪਾਂ ਕਦੀ ਕਿਹਾ ਦਰਖਤ ਡਿੱਗਾ ਹੈ? ਆਪਾਂ ਕਹਿੰਦੇ ਟਾਹਣੀ ਡਿੱਗੀ ਹੈ। ਇੱਦਾਂ ਮਾਇਆ ਦਾ ਇਹ ਪੈਸਾ ਇੱਕ ਰੂਪ ਹੈ, ਮੁਕੰਮਲ ਮਾਇਆ ਨਹੀਂ ਹੈ। ਮਾਇਆ ਦੇ ਕਈ ਰੂਪ ਨੇ। ਐਵੇਂ ਥੋੜ੍ਹਾ ਆਖਿਆ ਸੀ ਗੁਰੂ ਅਮਰਦਾਸ ਜੀ ਨੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਜਿੱਦਾਂ ਦੀ ਅਗਨ ਮਾਤਾ ਦੇ ਉਦਰ 'ਚ ਹੈ, ਉੱਦਾਂ ਦੀ ਬਾਹਰ ਮਾਇਆ ਦੀ ਅੱਗ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾਂ ਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੈ। ਉਹ ਹਰ ਵਸਤੂ ਮਾਇਆ ਹੈ ਜਿਹੜੀ ਤੁਹਾਨੂੰ ਸੱਚ ਦੇ ਰਸਤੇ 'ਤੇ ਤੁਰਨ ਤੋਂ ਰੁਕਾਵਟ ਖੜੀ ਕਰਦੀ ਹੈ। ਉਹ ਕੋਈ ਵੀ ਹੋ ਸਕਦਾ, ਕਿਸੇ ਲਈ ਪੁੱਤਰ ਮਾਇਆ, ਕਿਸੇ ਲਈ ਧੀ ਮਾਇਆ, ਕਿਸੇ ਲਈ ਅਹੁਦਾ ਮਾਇਆ। ਪਰ ਗੁਰੂ ਪਾਤਸ਼ਾਹ ਨੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਸਾਡੇ ਤੋਂ ਵਾਰੇ ਨੇ। ਕਿਸੇ ਨੇ ਮਾਇਆ ਦੇ ਚੀਥੜੇ ਉੜਦੇ ਵੇਖਣੇ ਹੋਣ ਤੇ ਸੁਰਤ ਚਮਕੌਰ ਸਾਹਿਬ ਦੀ ਗੜੀ 'ਚ ਲੈ ਜਾਓ, ਸਰਹੰਦ ਫਤਿਹਗੜ੍ਹ ਸਾਹਿਬ ਲੈ ਜਾਓ, ਦਿੱਲੀ ਲੈ ਆਓ, ਇੱਥੇ ਜਿੱਥੇ 4 ਸਾਲ 7 ਮਹੀਨੇ ਦੇ ਸਾਹਿਬਜ਼ਾਦੇ ਨੂੰ ਧਰਤੀ 'ਤੇ ਲੰਮਾ ਪਾ ਕੇ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ ਹੈ। ਇਸ ਤੋਂ ਵੱਡੀ ਮਿਸਾਲ ਹੈ? ਲੋਕ ਪੁੱਤਰ ਮੋਹ 'ਚ ਪੈ ਕੇ ਤੇ ਵੱਡੇ ਵੱਡੇ ਸਮਝੌਤੇ ਕਰ ਜਾਂਦੇ ਨੇ। ਇੱਥੇ ਪੁੱਤਰ ਮਾਇਆ ਦੇ ਰੂਪ 'ਚ ਸਾਡੇ ਸਾਹਮਣੇ ਬਾਪ ਦੇ ਮੂੰਹ ਦੇ ਵਿੱਚ ਕਲੇਜਾ ਪਾਇਆ ਗਿਆ, ਪਰ ਬਾਪ ਅਡੋਲ ਹੈ। ਇਸ ਤੋਂ ਵੱਡੀ ਮਿਸਾਲ ਹੈ? ਮਾਸੂਮ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੀ ਗਲਾਂ 'ਚ ਹਾਰ ਪਾਏ ਗਏ। ਭਾਈ ਸ਼ੁਬੇਗ ਸਿੰਘ ਤੇ ਭਾਈ ਸ਼ਾਬਾਸ਼ ਸਿੰਘ ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀ 'ਤੇ ਚਾੜਿਆ ਗਿਆ। ਇਸ ਤੋਂ ਵੱਡੀ ਕਿਹੜੀ ਐਗਜ਼ਾਮਪਲ ਹੋਏਗੀ? ਮਾਇਆ ਦੇ ਕਿਸੇ ਨੇ ਚੀਥੜੇ ਉੜਦੇ ਵੇਖਣੇ ਹੋਣ, ਮਾਇਆ ਨੂੰ ਵੀ ਛਲ ਕੇ ਵਿਖਾਤਾ ਵੀ ਮਾਇਆ ਤੂੰ ਦੁਨੀਆ ਨੂੰ ਛਲਦੀ ਆਈ ਹੈ, ਆ ਤੈਨੂੰ ਦੱਸੀਏ ਕੀ ਕਰਨਾ ਹੈ। ਪਰ ਅਸੀਂ ਹੌਲੀ ਹੌਲੀ ਸਭ ਕੁਝ ਭੁਲਾਉਂਦੇ ਗਏ। ਅਛਾਲ ਛਲਾਈ ਨਹਿ ਛਲੈ ਨਾ ਘਾਓ ਕਟਾਰਾ ਕਰ ਸਕੈ, ਜਿਉਂ ਸਾਹਿਬ ਰਾਖੈ ਤਿਉਂ ਰਹੈ। ਜਦੋਂ ਮਾਇਆ ਦਾ ਝੱਖੜ ਵਗਦਾ, ਮਾਇਆ ਦੇ ਝੱਖੜ 'ਚ ਦੀਵੇ ਜਗਦੇ ਰੱਖਣੇ ਬੜੇ ਔਖੇ ਹੁੰਦੇ ਨੇ। ਹੁਣ ਜਦੋਂ ਝੱਖੜ ਵਗਦਾ ਹੋਵੇ ਦੀਵੇ 'ਤੇ ਅਸਰ ਪੈਂਦਾ ਨਾ ਸਾਧ ਸੰਗਤ ਜੀ। ਜਦੋਂ ਹਨੇਰ ਵਗਦਾ ਹੋਵੇ ਦੀਵਾ ਬੁਝਦਾ ਨਾ, ਉਦੋਂ ਦੀਵੇ ਨੂੰ ਬਚਾ ਕੇ ਰੱਖਣਾ ਪੈਂਦਾ ਵੀ ਬੁਝ ਨਾ ਜਾਵੇ। ਹੁਣ ਇੱਥੇ ਝੱਖੜ ਵਗ ਰਿਹਾ, ਫੈਸ਼ਨ ਪ੍ਰਸਤੀ ਦਾ, ਵਹਿਮਾਂ ਦਾ, ਭਰਮਾਂ ਦਾ, ਪਖੰਡ ਦਾ। ਦੀਵੇ ਬੁਝ ਰਹੇ ਨੇ। ਜਗਦੇ ਉਹਨਾਂ ਦੇ ਰਹਿਣਗੇ ਜਿਹੜੇ ਮਾਲਕ ਦੀ ਰਜ਼ਾ ਵਿੱਚ ਤੁਰਨਾ ਚਾਹੁੰਦੇ ਨੇ। ਅੱਜ ਮਾਰੋ ਆਪੋ ਆਪਣੇ ਪਰਿਵਾਰਾਂ ਵੱਲ ਧਿਆਨ। ਅਸੀਂ ਆਪਣੇ ਘਰਾਂ ਵਿੱਚੋਂ ਆਪਣਾ ਮੂਲ ਮਾਂ ਬੋਲੀ ਨੂੰ ਵਿਸਾਰ ਕੇ ਬੈਠ ਗਏ ਹਾਂ। ਦਿੱਲੀ ਦੀ ਧਰਤੀ 'ਤੇ ਇੱਕ ਮਹਾਰਾਸ਼ਟਰ ਦਾ ਵਿਅਕਤੀ ਆਪਣੀ ਦੁਕਾਨ ਪਾਉਂਦਾ ਹੈ, ਉਹ ਪਹਿਲਾਂ ਮਰਾਠੀ 'ਚ ਬੋਰਡ ਲਾਉਂਦਾ ਹੈ, ਦੂਜੇ 'ਤੇ ਇੰਗਲਿਸ਼ ਹਿੰਦੀ 'ਚ ਲਿਖਦਾ ਹੈ, ਤਾਂ ਕਿ ਇਹਨੂੰ ਪਤਾ ਲੱਗ ਜੇ ਵੀ ਮੈਂ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਇੱਥੇ ਤੁਹਾਡੇ ਦਿੱਲੀ ਦੇ ਹੀ ਸੀ, ਉਹ ਕੈਪਟਨ ਸੀ, ਮੈਂ ਬੰਗਲਾ ਸਾਹਿਬ ਕਥਾ ਕਰਦਾ ਹੁੰਦਾ ਸੀ। 2008 ਦੀ ਗੱਲ ਹੈ। ਉਹਨਾਂ ਨੇ ਆਪਣੇ ਬੇਟੇ ਦਾ ਆਨੰਦ ਕਾਰਜ ਕੀਤਾ ਅਤੇ ਉਹਨਾਂ ਨੇ ਮੇਰੇ ਕੋਲ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਲੈ ਕੇ ਆਏ, ਪੰਜਾਬੀ ਛਪਾਇਆ ਉਹਨਾਂ ਨੇ। ਕਹਿੰਦਾ ਜਦੋਂ ਮੈਂ ਦਿੱਲੀ 'ਚ ਕਾਰਡ ਵੰਡੇ ਇੱਦਾਂ, ਅਤੇ ਮੇਰੀ ਪਤਨੀ ਕਹਿੰਦੇ ਜੀ ਆਪਾਂ ਇੰਗਲਿਸ਼ ਵਿੱਚ ਕਾਰਡ ਛਪਾਈਏ। ਕਹਿੰਦਾ ਮੈਂ ਮੇਨ ਪੰਜਾਬੀ ਛਪਾਵਾਂਗਾ ਕਿਉਂਕਿ ਆਪਣੇ ਸਾਰੇ ਰਿਸ਼ਤੇਦਾਰ ਹੀ ਪੰਜਾਬੀ ਨੇ। ਅਤੇ ਪਤਨੀ ਹੱਸ ਕੇ ਆਉਂਦੀ ਜੀ ਪੰਜਾਬੀ ਕਈਆਂ ਨੂੰ ਪੜ੍ਹਨੀ ਨਹੀਂ ਆਉਂਦੀ। ਤੋ ਹੱਸ ਕੇ ਕਹਿੰਦੇ ਜਦੋਂ ਗੁਆਂਢੀਆਂ ਕੋਲ ਪੜ੍ਹਾਉਣ ਜਾਣਗੇ, ਕਿਸੇ ਕੋਲ ਪੜ੍ਹਾਉਣ ਜਾਣਗੇ, ਸ਼ਰਮ ਤਾਂ ਆਊਗੀ ਵੀ ਸਾਨੂੰ ਪੰਜਾਬੀ ਹੋ ਕੇ ਪੰਜਾਬੀ ਪੜ੍ਹਨੀ। ਬੋਲੋ ਸਾਰੇ। ਹੁਣ ਹਾਲਾਤ ਵੇਖੋ ਕਿਹੜੇ ਬਣੇ ਪਏ ਨੇ। ਅਦਾਲਤਾਂ ਤੱਕ ਗੱਲਾਂ ਚਲੇ ਗਈਆਂ ਵੀ ਜਿੱਥੇ ਤੁਹਾਡੀਆਂ ਕਮੇਟੀਆਂ ਦੇ ਆਗੂਆਂ ਨੂੰ ਹੀ ਤੁਹਾਨੂੰ ਪੰਜਾਬੀ ਪੜ੍ਹਨੀ ਨਾ ਆਵੇ, ਤੁਸੀਂ ਕਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਪਏ ਹੋ? ਅਸੀਂ ਪਹੁੰਚ ਕਿੱਥੇ ਗਏ ਹਾਂ? ਤੁਹਾਨੂੰ ਨਾਂ ਲਿਖਣਾ ਨਾ ਆਵੇ, ਤੁਹਾਨੂੰ ਪੰਜਾਬੀ ਸ਼ਬਦਾਂ ਦੀ ਬਣਤਰ ਬਾਰੇ ਨਾ ਪਤਾ ਹੋਵੇ ਵੀ ਕਿਹੜਾ ਅੱਖਰ ਹੈ। ਅਸੀਂ ਮਜ਼ਾਕ ਦੇ ਪਾਤਰ ਨਹੀਂ ਬਣ ਗਏ। ਤੁਸੀਂ ਉੱਦਾਂ ਡੀਂਗਾ ਮਾਰਦੇ ਹੋ ਜੀ, ਨਿਸ਼ਾਨ ਸਾਹਿਬ 100 ਫੁੱਟ ਉੱਚਾ ਕਰਦੇ ਹੋ। ਇੱਕ ਮਰਾਠੀ ਬੰਦੇ ਨੂੰ ਮਾਣ ਹੈ, ਇੱਕ ਤੁਸੀਂ ਤੁਹਾਡੇ ਵਿੱਚੋਂ ਇਟਲੀ ਕੋਈ ਬੰਦਾ ਗਿਆ ਹੋਵੇ ਤੁਹਾਡੇ 'ਚੋਂ, ਅਗਲਿਆਂ ਨੇ ਸਾਈਨ ਬੋਰਡ ਆਪਣੀ ਲੈਂਗੁਏਜ ਇਟਾਲੀਅਨ 'ਚ ਲਾਏ ਹੋਏ ਨੇ ਉੱਥੇ। ਉਹ ਕਹਿੰਦੇ ਤੁਸੀਂ ਸਾਡੇ ਦੇਸ਼ ਆਇਓ, ਭਾਸ਼ਾ ਸਿੱਖੋ ਜੇ ਤੁਹਾਨੂੰ ਜ਼ਰੂਰਤ ਹੈ ਤਾਂ। ਰੋਡ 'ਤੇ ਤੁਸੀਂ ਜਾਂਦੇ ਹੋ, ਸਾਈਨ ਬੋਰਡ ਅਗਲਿਆਂ ਨੇ ਆਪਣੇ ਲਾਏ ਹੋਏ ਨੇ ਉੱਥੇ। ਇੱਥੇ ਅਸੀਂ ਕਿੰਨਾ ਕੁ ਔਖਾ ਹੈ ਜੇ ਤੁਸੀਂ ਆਪਣੇ ਘਰ ਦਾ ਸਾਈਨ ਬੋਰਡ ਪੰਜਾਬੀ 'ਚ ਲਾ ਲਓਗੇ ਜੀ। ਇੱਕ ਤਾਂ ਅਗਲੇ ਨੂੰ ਪਤਾ ਲੱਗੂ ਇੱਥੇ ਪੰਜਾਬੀ ਪਰਿਵਾਰ ਰਹਿੰਦਾ।
ਘਰਾਂ 'ਚ ਪੰਜਾਬੀ ਬੋਲੋ ਮਾਵਾਂ ਨਾਲ। ਮੈਂ ਅਮਰੀਕਾ 'ਚ ਵੇਖਿਆ, ਇਹ ਗੱਲ ਨਿਊਯਾਰਕ ਦੇ ਏਰੀਏ ਦੀ ਗੱਲ ਹੈ। ਇੱਕ ਪਰਿਵਾਰ 'ਚ ਗਿਆ, ਉੱਥੇ ਬਜ਼ੁਰਗ ਨੇ ਸਾਹਮਣੇ ਲਿਖ ਕੇ ਲਾਇਆ, ਸਾਡੇ ਘਰ ਪੰਜਾਬੀ ਭਾਸ਼ਾ ਤੋਂ ਬਿਨਾਂ ਦੂਜੀ ਭਾਸ਼ਾ ਬੋਲੀ ਨਹੀਂ ਜਾਂਦੀ। ਅਤੇ ਉਹਨਾਂ ਦੇ ਪੋਤਰੇ ਇੰਨੀ ਠੇਠ ਪੰਜਾਬੀ ਬੋਲਦੇ ਸੀ। ਮੈਂ ਸਹਿ ਸੁਭਾਏ ਪੁੱਛਿਆ, ਮੈਂ ਕਿਹਾ ਜੀ ਇਹ ਬੱਚੇ ਇੱਥੋਂ ਦੇ ਬੋਰਨ ਨੇ, ਇੱਥੋਂ ਦੇ ਜੰਮਪਲ ਨੇ? ਕਹਿੰਦੇ ਬਿਲਕੁਲ। ਕਹਿੰਦੇ ਇੱਕੋ ਤਰੀਕਾ ਰੱਖਿਆ, ਜਦੋਂ ਬੱਚਾ ਹਿੰਦੀ 'ਚ ਇੰਗਲਿਸ਼ 'ਚ ਕੋਈ ਗੱਲ ਕਰਦਾ, ਮੈਂ ਅੱਗੇ ਜਵਾਬ ਹੀ ਨਹੀਂ ਦਿੰਦਾ। ਅਸੀਂ ਘਰਦਿਆਂ ਨੇ ਇੱਕ ਏਕਾ ਬਣਾਇਆ ਵੀ ਅਸੀਂ ਇਹਨਾਂ ਦੀ ਗੱਲ ਦਾ ਜਵਾਬ ਹੀ ਨਹੀਂ ਦੇਣਾ। ਹੌਲੀ ਹੌਲੀ ਆਪੇ ਪੰਜਾਬੀ ਬੋਲਣ ਲੱਗ ਪਏ। ਅਤੇ ਐਡੀ ਠੇਠ ਪੰਜਾਬੀ। ਇਹ ਆਸਟ੍ਰੇਲੀਆ ਦੀ ਗੱਲ ਹੈ। ਬੱਚਾ ਕਬੱਡੀ ਖੇਡਦਾ ਸੀ, ਅਤੇ ਉਹ ਸਿਡਨੀ ਤੋਂ ਕਬੱਡੀ ਖੇਡ ਕੇ ਮੈਲਬੌਰਨ ਆਇਆ, ਅਤੇ ਮੈਂ ਘਰ ਬੈਠਾ, ਅਤੇ ਉਹ ਬੱਚਾ ਆਇਆ ਅਤੇ ਕਹਿੰਦਾ ਡੈਡੀ ਜਦੋਂ ਅਸੀਂ ਅੱਜ ਉੱਥੋਂ ਆ ਰਹੇ ਸੀ ਨਾ, ਸਾਡੀ ਗੱਡੀ ਅੱਗੇ ਉਹ ਸਹਿਆ ਨਿਕਲ ਕੇ ਭੱਜਾ। ਮੈਂ ਇੱਕਦਮ ਕੰਨ ਖੜੇ ਕੀਤੇ। ਮੈਂ ਕਿਹਾ ਜੀ ਤੁਹਾਡਾ ਬੇਟੇ ਦਾ ਜਨਮ ਇੱਥੋਂ ਦਾ? ਕਹਿੰਦੇ ਹਾਂਜੀ। ਮੈਂ ਕਿਹਾ ਇਹਨੇ ਸਹਿਆ ਕਿਆ, ਕਿੱਡੀ ਕਮਾਲ ਦੀ ਗੱਲ ਹੈ, ਸਹਿਆ ਨਿਕਲ ਕੇ ਭੱਜਿਆ। ਮੈਂ ਕਿਹਾ ਜੀ ਇਹ ਕਿੱਦਾਂ? ਕਹਿੰਦਾ ਜੀ ਇਹਨਾਂ ਦੀ ਮੰਮੀ ਜੋਬ ਕਰਦੇ ਨੇ, ਸ਼ਾਮਾਂ ਨੂੰ ਰੋਜ਼ ਇੱਕ ਜਪਜੀ ਸਾਹਿਬ ਦੀ ਪੌੜੀ, ਉਹਦੇ ਅਰਥ ਉੱਥੋਂ ਨਾਲ ਲਿਖ ਕੇ ਲੈ ਆਉਣੇ ਨੇ। ਆਣ ਕੇ ਖਾਣਾ ਖਾਣ ਤੋਂ ਪਹਿਲਾਂ ਰੋਜ਼ ਬੱਚਿਆਂ ਨਾਲ ਬੈਠ ਕੇ ਇੱਕ ਵਾਰ ਇਸ ਪੌੜੀ ਦੇ ਵਿਚਾਰ ਕਰਨੇ ਨੇ। ਅਤੇ ਸਾਡੇ ਘਰ ਵੀ ਪੰਜਾਬੀ ਤੋਂ ਬਿਨਾਂ ਦੂਜੀ ਭਾਸ਼ਾ ਨਹੀਂ ਬੋਲੀ ਜਾਂਦੀ। ਬਾਹਰ ਇੰਗਲਿਸ਼ ਬੋਲੋ, ਜਿਹੜੀ ਮਰਜ਼ੀ ਲੈਂਗੁਏਜ ਬੋਲੋ, ਪਰ ਘਰ ਤੁਸੀਂ ਆਪਣੇ ਬੱਚੇ ਸਾਂਭ ਲਓ। ਪਰ ਹੈ ਧਿਆਨ ਸਾਡੇ ਇੱਥੇ ਜਿਹੜਾ ਪੰਜਾਬੀ ਬੋਲਦਾ, ਕੀ ਆਂਦੇ ਭਲਾ ਉਹਨੂੰ? ਬੋਲੋ ਜੀ, ਹੁਣ ਤੁਸੀਂ ਬੋਲ ਕੇ ਦੱਸਿਓ। ਇਹ ਬੈਕਵਰਡ ਆ, ਇਹ ਤਾਂ ਪਛੜਿਆ ਹੋਇਆ। ਮੱਛੀ ਬਾਰੇ ਮੈਂ ਇੱਕ ਐਗਜ਼ਾਮਪਲ ਦਿੰਦਾ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ। ਮੱਛੀ ਦਾ ਪਰਿਵਾਰ ਕਦੀ ਪਾਣੀ ਤੋਂ ਬਾਗੀ ਹੋ ਸਕਦਾ? ਬੋਲ ਕੇ ਦੱਸਿਓ ਜੀ, ਹੋ ਸਕਦਾ? ਹੁਣ ਮੱਛੀ ਇਹ ਕਵੇ, ਵੇਖੋ 21ਵੀਂ ਸਦੀ 'ਚ ਆ, ਸਾਡਿਆਂ ਦਾਦਿਆਂ ਪੜਦਾਦਿਆਂ ਦੀ ਮਜਬੂਰੀ ਸੀ ਪਾਣੀ 'ਚ ਰਹਿਣਾ। ਹੁਣ ਕੋਈ ਕੋਕ ਪੈਪਸੀ ਲੈ ਕੇ ਆਓ, ਕੋਈ ਮਰਿੰਡਾ ਲੈ ਕੇ ਆਓ, ਕੋਈ ਸੋਡਾ ਵਾਟਰ ਲੈ ਕੇ ਆਓ। ਅਮੀਰਾਂ ਤੋਂ ਅਮੀਰਾਂ ਘਰ ਵੀ ਤੁਸੀਂ ਫਿਸ਼ ਪਾਲੋਗੇ, ਮੱਛੀ ਪਾਲੋਗੇ, ਉਹਨੂੰ ਵੀ ਪਾਣੀ 'ਚ ਹੀ ਰਹਿਣਾ ਪੈਣਾ, ਕਿਉਂਕਿ ਜਿਉਂ ਮਛਲੀ ਬਿਨ ਪਾਣੀ ਹੈ ਕਿ ਉਹ ਜੀਵਨ ਪਾਵੇ। ਜੇ ਮੱਛੀ ਪਾਣੀ ਤੋਂ ਬਾਗੀ ਨਹੀਂ ਹੋ ਸਕਦੀ, ਤੇ ਅਸੀਂ ਆਪਣੀ ਮਾਂ ਬੋਲੀ ਤੋਂ ਹੀ ਬਾਗੀ ਹੋ ਗਏ। ਠੀਕ ਹੈ, ਗੁਰਬਾਣੀ ਦੇ ਅਰਥ ਕਈਆਂ ਨੇ ਕਈ ਵੱਖ-ਵੱਖ ਲੈਂਗੁਏਜ 'ਚ ਕੀਤੇ ਨੇ, ਪਰ ਜੋ ਵਿਆਕਰਨ ਦੇ ਨੁਕਤੇ ਪੰਜਾਬੀ ਸਮਝਾਉਣੇ, ਗੁਰਮੁਖੀ ਸਮਝਾਉਣੇ, ਉਹ ਦੂਜੀ ਲੈਂਗੁਏਜ ਥੋੜ੍ਹਾ ਸਮਝਾਉਣੇ ਨੇ। ਅੱਛਾ, ਅਸੀਂ ਆਪਣੇ ਬੱਚਿਆਂ ਨਾਲ ਘਰ 'ਚ ਨਿਕਲ ਕਹਾਂ ਗਏ ਥੇ, ਕਹਾਂ ਸੇ ਆਏ ਹੋ, ਇੱਥੋਂ ਹੀ ਤਾਂ ਚੱਕਰ ਪੈ ਗਿਆ। ਕਮਾਲ ਦੀ ਗੱਲ ਹੈ, ਇੱਕ ਦੂਜੀ ਸਟੇਟ ਦਾ ਵਿਅਕਤੀ ਆਉਂਦਾ, ਅਸੀਂ ਉਹਦੇ ਨਾਲ ਪੂਰੀ ਹਿੰਦੀ, ਤੁਸੀਂ ਕਹੋਗੇ ਨਾ ਅਸੀਂ ਦੂਜਿਆਂ ਨਾਲ ਬੋਲਦੇ ਹਾਂ, ਮੈਂ ਸਰਦਾਰਾਂ ਨਾਲ ਹਿੰਦੀ ਬੋਲਦਿਆਂ ਵੇਖਿਆ। ਉਹ ਕਹਿੰਦਾ ਤੁਹਾਡੇ ਨਾਲ ਤਾਂ ਹੁਣ ਕੋਈ ਦੂਜਾ ਬੰਦਾ ਹੀ ਹੈ ਨਹੀਂ। ਹੁਣ ਗੋਰਿਆਂ ਦੀ ਕੰਟਰੀ 'ਚ ਆਪਾਂ ਜਾਂਦੇ ਹਾਂ, ਕਿਉਂ ਜੀ? ਉੱਥੇ ਜਾ ਕੇ ਆਪਾਂ ਪੰਜਾਬੀ ਬੋਲਦੇ ਹਾਂ ਕਿ ਆਪਾਂ ਨੂੰ ਸਿੱਖਣੀ ਪੈਂਦੀ ਹੈ। ਜਿਹੜਾ ਬੰਦਾ ਇੱਥੇ 6ਵੀਂ ਕਲਾਸ ਨਹੀਂ ਪਾਸ, ਉਹ ਵੀ ਇੰਗਲਿਸ਼ ਬੋਲਦਾ ਉੱਥੇ ਪਾਣੀ ਵਾਂਗੂ। ਅਗਲਿਆਂ ਨੂੰ ਪਤਾ ਉਹ ਤਾਂ ਦੋ ਚੀਜ਼ਾਂ ਸਿੱਖਣੀਆਂ ਪੈਣੀਆਂ ਜਾਂਦੇ ਆ, ਗੱਡੀ ਚਲਾਉਣੀ ਅਤੇ ਦੂਜੀ ਥੋੜ੍ਹੀ ਬਹੁਤੀ ਬੋਲੋ ਜੀ ਇੰਗਲਿਸ਼ ਬੋਲਣੀ। ਗੱਲ ਕਰਨੀ ਆਉਣੀ ਚਾਹੀਦੀ ਵੀ ਤੁਸੀਂ ਕਿਸੇ ਸਟੋਰ 'ਤੇ ਜਾਓ, ਸਮਾਨ 'ਤੇ ਮੰਗ ਸਕੋ। ਜੇ ਅਗਲਿਆਂ ਨੇ ਆਪਣੀਆਂ ਇਹਨਾਂ ਗੱਲਾਂ 'ਤੇ ਆਪਾਂ ਕਿਉਂ ਨਹੀਂ ਪਹਿਰਾ ਦੇ ਸਕਦੇ? ਪਰ ਗੱਲ ਫਿਰ ਅਸੀਂ ਆਵਾ ਇੱਥੋਂ ਊਤ ਗਿਆ ਵੀ ਜਿੱਥਾ ਕਮੇਟੀਆਂ ਦੇ ਆਗੂਆਂ ਨੂੰ ਨਹੀਂ ਪਤਾ, ਉਹ ਪੀੜ੍ਹੀ ਅੱਗੇ ਹੁੰਦੀ, ਸਾਨੂੰ ਕੀ ਹੈ ਜੀ? ਪਰ ਸਿੱਖੋ, ਸਿੱਖਣ ਦੀ ਜ਼ਰੂਰਤ ਹੈ। ਇਹ ਤਾਂ ਸ਼ੁਕਰ ਹੈ ਕਿ ਅਗਲੇ ਐਵੇਂ ਧਿਆਨ ਲੈ ਲਿਆ, ਨਾ ਹੋਇਆ ਤਾਂ ਆਪਾਂ ਤਾਂ ਇੱਥੇ ਲਲਾਰੀ ਦੇ ਮੱਟ ਵਿੱਚ ਪੈ ਗਿੱਦੜਤਾ ਵਾਲੀ ਗੱਲ ਹੀ ਬਣੀ ਪਈ ਸੀ ਵੀ ਜੰਗਲ ਅੰਦਰ ਜਾ ਕੇ ਪਖੰਡ ਕਮੱਤਾ। ਉਹ ਤਾਂ ਬਣਿਆ ਪਿਆ ਸੀ ਜੀ, ਬੱਲੇ ਬੱਲੇ ਜੀ ਸਭ ਕੁਝ ਸਾਨੂੰ ਆਉਂਦਾ। ਉਹ ਤਾਂ ਪਤਾ ਲੱਗਾ ਵੀ ਨਾ ਭਾਈ, ਇੱਥੇ ਤਾਂ ਸੁੱਖ ਨਾ ਕਾਲਾ ਅੱਖਰ ਭੈਂਸ ਬਰਾਬਰ ਹੋਇਆ ਪਿਆ, ਪੜ੍ਹਨਾ ਲਿਖਣ ਦਾ ਪਤਾ ਨਹੀਂ ਕੀ। ਅਸੀਂ ਖਲੋਤੇ ਕਿੱਥੇ ਹਾਂ? ਹੁਣ ਸਾਨੂੰ ਪਤਾ ਬਹੁਤਿਆਂ ਰਾਗੀਆਂ ਪ੍ਰਚਾਰਕਾਂ ਨੇ ਇਸ ਗੱਲੋਂ ਬੋਲਣਾ ਨਹੀਂ, ਕਿਉਂਕਿ ਮਸਲਾ ਸਟੇਜਾਂ ਦਾ, ਮਸਲਾ ਲਿਫਾਫਿਆਂ ਦਾ ਹੈ, ਮਸਲਾ ਅੰਦਰ ਡਰ ਹੈ। ਬਾਬਿਆਂ ਬਾਰੇ ਵੀ ਇਹ ਕਿਹੜੇ ਬਾਗੜ ਬਿੱਲੇ ਨੇ, ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਅਗਲੇ ਨੂੰ ਪਤਾ ਵੀ ਬਰਸੀਆਂ ਪ੍ਰਚਾਰਕਾਂ ਤੋਂ ਬਿਨਾਂ ਰਾਗੀਆਂ ਇੱਦਾਂ ਮੈਨੂੰ ਫੋਨ ਕਰਕੇ ਕਹਿਣਗੇ, ਭਾਈ ਸਾਹਿਬ ਮੈਂ ਪਰਸੋਂ ਦਾ 4 ਵਾਰ ਆਪਣਾ ਮੋਬਾਈਲ ਚਾਰਜ ਕਰਦਾ ਇੱਕ ਦਿਨ 'ਚ, ਪਰਸੋਂ ਦਾ। ਹੁਣ ਕੱਲ੍ਹ ਇੱਕ ਬੰਦੇ ਦਾ ਫੋਨ ਹੈ, ਭਾਈ ਸਾਹਿਬ ਜੀ ਸ਼ਾਮੀ ਗੱਲ ਕੀਤੀ, ਤੁਸੀਂ ਬੜਾ ਢਿੱਲਾ ਬੋਲਦੇ ਸੀ। ਮੈਂ ਕਿਹਾ 500-700 ਫੋਨ ਰੋਜ਼ ਹੋਣਾ, ਸ਼ਾਮਾਂ ਤੱਕ ਤਾਂ ਮਰਨ ਵਾਲਾ ਹੋ ਜਾਣਾ। ਵੈਸੇ ਮੈਂ ਕਥਾ ਵੱਖਰੀ ਕਰਨੀ ਹੈ। ਮੈਂ ਕਿਹਾ 2-4 ਹੱਦ, ਬੰਦਾ ਕਪੈਸਿਟੀ ਲਿਮਿਟ ਹੈ ਨਾ। ਮੈਂ ਕਿਹਾ ਕਿੰਨਾ ਕੁ ਬੋਲਾਂ ਮੈਂ ਹੁਣ ਦੱਸ? ਅਤੇ ਫੋਨ ਪਤਾ ਕੀ ਹੁੰਦੇ ਆ ਇੱਦਾਂ, ਭਾਈ ਸਾਹਿਬ ਚੱਕ ਦੋ ਫੁੱਟੇ ਤੁਹਾਡੇ ਨਾਲ, ਕਮਾਲ ਕਰ। ਤੁਸੀਂ ਕੌਣ ਹੋ? ਮੈਂ ਰਾਗੀ। ਤੁਸੀਂ ਕੌਣ ਹੋ? ਮੈਂ ਗ੍ਰੰਥੀ। ਤੁਸੀਂ ਕੌਣ ਹੋ? ਮੈਂ ਕਮੇਟੀ ਦਾ ਪ੍ਰਧਾਨ। ਤੁਸੀਂ ਕੌਣ ਹੋ? ਮੈਂ ਖਜ਼ਾਨਚੀ। ਤੁਸੀਂ ਕੌਣ ਹੋ? ਮੈਂ ਫਲਾਣਾ। ਮੈਂ ਕਿਹਾ ਅੱਛਾ ਤੁਸੀਂ ਵੀ ਚੱਕੋ ਫੱਟੇ? ਨਹੀਂ ਜੀ, ਫਿਰ ਥੋੜ੍ਹਾ ਜਿਹਾ ਬੱਚੇ ਨਿੱਕੇ ਨੇ।
ਪਤਾ ਸਾਰਾ ਹੈ, ਪਤਾ ਸਾਰਾ ਹੈ। ਤੁਹਾਡੇ ਦਿੱਲੀ ਦੇ ਇੱਥੇ ਕਈਆਂ ਕਮੇਟੀਆਂ ਦੇ ਮੈਂਬਰਾਂ ਦੇ ਫੋਨ ਆਏ ਮੈਨੂੰ ਨਾ ਕਿ ਸਾਨੂੰ ਪਤਾ ਜੀ ਇਹਨਾਂ ਡੇਰੇਦਾਰਾਂ ਨੇ ਕੀ ਕੁਝ ਕੀਤਾ ਹੈ, ਸਾਨੂੰ ਸਾਰਾ ਪਤਾ ਹੈ। ਮੈਂ ਕਿਹਾ ਕਰੋ ਦਲੇਰੀ, ਕੌਮ ਦਾ ਭਲਾ ਕਰੋ, ਆਪਣੀਆਂ ਆਪਣੀਆਂ ਫੇਸਬੁੱਕਾਂ 'ਤੇ ਲਿਖ ਕੇ ਪਾਓ, ਪਤਾ ਲੱਗੇ ਵੀ ਇਹ ਕੀ ਹੋ ਰਿਹਾ ਸਾਡੇ ਨਾਲ। ਪਰ ਅਸੀਂ ਪੈ ਪੀ ਤਾਂ ਅਸੀਂ ਡਰਦੇ ਹਾਂ, ਅਸੀਂ ਗੁਰੂ ਦੀ ਵਿਚਾਰ ਤੋਂ ਕੋਹਾਂ ਦੂਰ ਚਲੇ ਗਏ। ਅਸੀਂ ਮੂੰਹ ਮਲਾਜਾ ਕਰਦੇ ਹਾਂ ਬਸ ਵੀ ਕਿਤੇ ਵਿਗੜ ਨਾ ਜਾਏ ਮੇਰੀ ਇਹਦੇ ਨਾਲ। ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰ ਦਿੱਤੀ ਇਹਨੂੰ ਸਮਝਣ ਦੀ ਜ਼ਰੂਰਤ ਹੈ। ਆਪਣੇ ਪਰਿਵਾਰਾਂ 'ਚ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਮਾਗਮ ਹੁੰਦੇ ਰਹਿਣੇ, ਆਪਾਂ ਕਰਦੇ ਰਹਿਣੇ ਆ। ਮੇਰੀ ਉਹ ਭੈਣੋ ਤੁਹਾਡੇ ਅੱਗੇ ਇੱਕ ਤਰਲਾ ਹੈ, ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰੋ। ਕੱਲ੍ਹ ਨੂੰ ਤੁਹਾਡੇ ਬੱਚੇ ਜਵਾਨ ਹੋਣੇ, ਉਹਨਾਂ ਦੇ ਆਨੰਦ ਕਾਰਜ ਹੋਣੇ ਨੇ। ਆਪਾਂ ਬੂਟਾ ਲਾ ਕੇ ਜਾਈਏ, ਆਪਾਂ ਚੜ੍ਹਾਈ ਕਰ ਗਏ, ਬੱਚਿਆਂ ਨੂੰ ਇਹ ਹੋਏਗਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਘਰ 'ਚ ਪੰਜਾਬੀ ਬੋਲਣੀ ਹੈ, ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਮੇਰਾ ਪਿਤਾ ਕਹਿੰਦਾ ਹੁੰਦਾ ਸੀ। ਆਪਾਂ ਇੱਕ ਬੂਟਾ ਲਾ ਕੇ ਜਾਵਾਂਗੇ ਨਾ। ਜੇ ਆਪਾਂ ਹੀ ਨਾ ਬੋਲੇ ਤੇ ਬੱਚਿਆਂ ਨੇ ਕਹਿਣਾ ਜੇ ਪੰਜਾਬੀ ਜ਼ਰੂਰੀ ਹੁੰਦੀ ਸਾਡੀ ਮਾਂ ਜ਼ਰੂਰ ਕਹਿੰਦੀ, ਸਾਡਾ ਪਿਤਾ ਸਾਨੂੰ ਇਹ ਗੱਲ ਜ਼ਰੂਰ ਕਹਿੰਦਾ। ਇਹ ਆਪਣੇ ਅੰਦਰ ਇੱਕ ਸੁਨੇਹੇ ਨੂੰ ਲੈ ਕੇ ਜਾਓ ਕਿ ਅਸੀਂ ਆਪਣੀ ਜ਼ਿੰਦਗੀ 'ਚ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਣੇ ਪਰਿਵਾਰਾਂ 'ਚ ਬੈਠ ਕੇ ਇੱਕ ਤਾਂ ਫਤਿਹ ਬੁਲਾਉਣ ਦੀ ਆਦਤ ਪਾਓ। ਜਦੋਂ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਵੇ, ਥੋੜ੍ਹੇ ਦਿਨ ਤੁਹਾਨੂੰ ਔਖਾ ਲੱਗਣਾ। ਹੁਣ ਜਿੰਨਾ ਘਰਾਂ ਦਾ ਮਾਹੌਲ ਹੈ, ਤੁਸੀਂ ਘਰ 'ਚ ਪ੍ਰਵੇਸ਼ ਕਰੋ ਨਾ, ਜਾਂਦਿਆਂ ਬੱਚੇ ਗੱਜ ਕੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ। ਤਾਂ ਕਈ ਵੱਡੀ ਉਮਰ ਦੇ ਹੋਣਗੇ, ਉਹ ਅੱਗੇ ਕਹਿਣਗੇ ਸਤਿ ਸ੍ਰੀ ਅਕਾਲ। ਉਹ ਫਿਰ ਬੱਚਾ ਫਤਿਹ ਬੁਲਾਉਂਦਾ, ਕਿਉਂਕਿ ਅਗਲਿਆਂ ਦੇ ਘਰ ਦਾ ਮਾਹੌਲ ਐਸਾ ਬਣਾਇਆ, ਬੱਚੇ ਫਤਿਹ ਬੁਲਾਉਂਦੇ ਨੇ ਆਣ ਕੇ, ਰਾਤ ਨੂੰ ਸੌਣ ਲੱਗਿਆਂ ਫਤਿਹ ਬੁਲਾਉਂਦੇ, ਸਵੇਰੇ ਉੱਠ ਕੇ ਫਤਿਹ ਬੁਲਾਉਂਦੇ। ਜੇ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਵੀ ਉਹਨਾਂ ਨੇ ਸੂਬੇ ਸਰਹੰਦ ਦੀ ਕਚਹਿਰੀ ਜਾਂਦੇ ਹਾਂ, ਉੱਥੇ ਜਾ ਕੇ ਗੱਜ ਕੇ ਫਤਿਹ ਬੁਲਾਈ ਆ। ਅਸੀਂ ਤਾਂ ਆਪਣੇ ਘਰਾਂ 'ਚ ਹੀ ਫਤਿਹ ਬੁਲਾਉਣੀ ਭੁੱਲ ਗਏ ਹਾਂ। ਇਹ ਕੌਣ ਸਿਖਾਏਗਾ? ਚੂਲ ਤੇ ਨਿਸ਼ਾਨ ਰਹਿਣ, ਪੰਥ ਮਹਾਰਾਜ ਕੇ ਸੱਜ ਤੇ ਦੀਵਾਨ ਰਹਿਣ, ਇਹ ਗੱਲਾਂ ਬਸ ਗੁਰਦੁਆਰੇ ਤੱਕ ਸੀਮਤ ਹੈ। ਆਪਣੇ ਘਰਾਂ 'ਚ ਮਾਹੌਲ ਲੈ ਕੇ ਆਓ। ਨੌਜਵਾਨ ਪੜ੍ਹੋ ਲਿਖੋ, ਆਪ ਅੱਗੇ ਆਉਣ ਦੀ ਕੋਸ਼ਿਸ਼ ਕਰੋ, ਕਮੇਟੀਆਂ ਦੇ ਪ੍ਰਬੰਧ ਸੰਭਾਲੋ। ਆਉਣ ਵਾਲੇ ਸਮੇਂ 'ਚ ਅਸੀਂ ਚੰਗੀਆਂ ਵਿਚਾਰਾਂ। ਕੱਲ੍ਹ ਬੱਚੇ ਜਦੋਂ ਸ਼ਾਮ ਨੂੰ ਪਾਠ ਕਰ ਰਹੇ ਸੀ ਨਾ, ਕਿੰਨੀ ਮਨ ਨੂੰ ਖੁਸ਼ੀ ਹੋ ਰਹੀ ਸੀ ਕਿ ਛੋਟੇ ਛੋਟੇ ਬੱਚੇ ਪਾਠ ਕਰਦੇ ਆ, ਸਾਡੀਆਂ ਧੀਆਂ ਪਾਠ ਕਰਦੀਆਂ ਨੇ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਵਾਰਸ ਬਣਨਾ ਹੈ ਕੌਮ ਦੇ। ਤੁਹਾਡਾ ਬੱਚਾ ਕਿਸੇ ਮਹਿਕਮੇ ਜਾਵੇ, ਕਿਸੇ ਅਹੁਦੇ ਜਾਵੇ, ਕੋਈ ਬਿਜ਼ਨਸ ਕਰੇ, ਉਹਨੂੰ ਆਪਣੀਆਂ ਮੁੱਢਲੀਆਂ ਗੱਲਾਂ ਦਾ ਤਾਂ ਪਤਾ ਹੋਵੇ ਨਾ। ਆਪਣੇ ਘਰ ਸਾਂਭਣ ਦੀ ਜ਼ਰੂਰਤ ਹੈ। ਇਤ ਤਨ ਲਾਗੇ ਬਾਣੀਆਂ ਸੁੱਖ ਹੋਵੇ ਸੇਵ ਕਮਾਣੀ। ਜਿਸ ਤਨ ਵਿੱਚ ਸਤਿਗੁਰ ਦੀ ਬਾਣੀ ਦਾ ਤੀਰ ਲੱਗਦਾ ਫਿਰ ਆਤਮਿਕ ਸੁੱਖ ਮਿਲਦਾ ਹੈ, ਅਣਿਆਲਾ ਤੀਰ। ਇਤ ਤਨ ਲਾਗੇ ਬਾਣੀਆਂ ਸੁੱਖ ਹੋਵੇ ਸੇਵ ਕਮਾਣੀਆਂ। ਫਿਰ ਉਹਨੂੰ ਸਮਝ ਆ ਜਾਂਦੀ ਹੈ ਸਭ ਦੁਨੀਆ ਆਵਣ ਜਾਣੀਆਂ। ਦੁਨੀਆ ਆਉਣ ਜਾਣ ਦੇ ਚੱਕਰ 'ਚ ਪਈ ਹੈ। ਨਾਸ਼ਵੰਤ, ਜੰਮ ਗਿਆ ਮਰ ਗਿਆ, ਮਰ ਗਿਆ ਜੰਮ ਗਿਆ। ਇਤ ਤਨ ਲਾਗੇ ਬਾਣੀਆਂ ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ। ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਦੇ ਵਿੱਚ ਰਹਿ ਕੇ ਸੇਵ ਕਮਾਉਣੀ ਹੈ, ਇੱਥੇ ਚੰਗਾ ਕੰਮ ਕਰਨਾ ਹੈ। ਆਪ ਥਮਲਿਆਂ 'ਤੇ ਨਾਂ ਲਿਖਾ ਲਓ, ਥਾਲੀਆਂ 'ਤੇ ਨਾਮ ਲਿਖਾ ਲਓ, ਬਿਲਡਿੰਗਾਂ 'ਤੇ ਨਾਮ ਲਿਖਾ ਲਓ। ਇਹ ਬਿਲਡਿੰਗਾਂ ਵੀ ਢਹਿ ਜਾਣੀਆਂ, ਨਾਮ ਵੀ ਢਹਿ ਜਾਣੇ ਆ, ਪਰ ਮਾਨਵਤਾ ਦੇ ਹਿਰਦੇ 'ਚ ਲਿਖਿਆ ਹੋਇਆ ਨਾਮ ਜਦੋਂ ਤੱਕ ਕਾਇਨਾਤ ਰਹੇਗੀ ਉਦੋਂ ਤੱਕ ਤੇਰਾ ਨਾਮ ਦੁਨੀਆ 'ਤੇ ਗੂੰਜੇਗਾ। ਭਾਈ ਮਨੀ ਸਿੰਘ ਵਰਗੇ ਯੋਧਿਆਂ ਦੇ 90 ਦੇ ਕਰੀਬ ਇਹ ਖੋਜ ਹੋ ਰਹੀ ਹੈ ਵੀ ਕਿੰਨੇ ਪਰਿਵਾਰ ਦੇ ਜੀ ਨੇ। 90 ਦੇ ਕਰੀਬ ਪਰਿਵਾਰ ਦੇ ਜੀ ਕੌਮ ਤੋਂ ਕੁਰਬਾਨ ਕੀਤੇ ਨੇ ਉਹਨਾਂ ਨੇ। ਪਰ ਪੱਥਰ ਲੱਗਾ ਵਿਖਾ ਦਿਓ ਉਹਨਾਂ ਦਾ ਕਿਤੇ, ਵੀ ਸੇਲ ਲੱਗੀ ਹੋਵੇ ਉਹਨਾਂ ਦੀ। ਅਸੀਂ 5 ਥਾਲੀਆਂ ਚੜ੍ਹਾ ਕੇ ਵੀ ਉਹਨਾਂ 'ਤੇ ਨਾਮ ਲਿਖਾਉਂਦੇ ਹਾਂ। ਅਸੀਂ ਪੱਖਾ ਚੜ੍ਹਾ ਕੇ ਇਕੱਲੇ ਇਕੱਲੇ ਫਾਰ ਦੇ ਉੱਤੇ ਇਕੱਲੇ ਇਕੱਲੇ ਉੱਤੇ ਨਾਮ ਲਿਖਾਉਂਦੇ ਹਾਂ। ਸਾਡਾ ਤਾਂ ਵਸ ਨਹੀਂ ਚੱਲਦਾ। ਅਸੀਂ ਤਾਂ 2 ਕਿਲੋ ਦਾਲ ਚੜ੍ਹਾ ਕੇ ਨਾ ਇਕੱਲੇ ਇਕੱਲੇ ਦਾਣੇ 'ਤੇ ਨਾਮ ਲਿਖਾ ਦਈਏ ਵੀ ਖਾਣ ਵਾਲਿਆ ਤੈਨੂੰ ਪਤਾ ਲੱਗ ਜੇ ਇਹ ਫੁੰਮਣ ਸੋਹਣੇ ਚੜ੍ਹਾਈ ਹੈ। ਹੁਣ ਗੁੱਸਾ ਨਾ ਕਰ ਲਿਓ ਜੇ ਕਿਸੇ ਦਾ ਨਾਂ ਫੁੰਮਣ ਹੋਵੇ, ਮੈਂ ਆਪਣਾ ਨਾਂ ਲੈ ਦੇਣਾ, ਸਰਬਜੀਤ ਸੋਹਣੇ ਚੜ੍ਹਾਈ ਹੈ। ਅਸੀਂ ਤਾਂ ਇੱਥੇ ਖਲੋਤੇ ਹਾਂ। ਸੇਵਾ ਕਰਾਈ ਫਲਾਣਾ ਫਲਾਣਾ ਫਲਾਣਾ, ਕਮਰੇ ਦੀ ਸੇਵਾ ਕਰਾਈ ਫਲਾਣੇ ਫਲਾਣੇ ਫਲਾਣੇ, ਪੱਖੇ ਦੀ ਸੇਵਾ ਕਰਾਈ ਫਲਾਣੇ ਫਲਾਣੇ ਫਲਾਣੇ। ਹੁਣ ਜਿਨ੍ਹਾਂ ਪੈਸੇ ਦਿੱਤੇ ਉਹਨਾਂ ਦੇ ਤੇ ਫਲਾਣੇ ਫਲਾਣੇ ਹੋ ਗਏ। ਜਿਨ੍ਹਾਂ ਨੇ ਰੋੜੀ ਕੁੱਟੀ ਹੈ, ਜਿਨ੍ਹਾਂ ਪੱਥਰ ਕੁੱਟਿਆ, ਜਿਨ੍ਹਾਂ ਵਿਚਾਰਿਆਂ ਨੇ ਪਾਣੀ ਪਾਇਆ ਬਿਲਡਿੰਗ 'ਤੇ, ਜਿਨ੍ਹਾਂ ਮਜ਼ਦੂਰਾਂ ਮਿਹਨਤ ਕੀਤੀ ਹੈ, ਜਿਨ੍ਹਾਂ ਪੈਸਾ ਨਹੀਂ ਦਿੱਤਾ, ਵਿਚਾਰਿਆਂ ਉੱਦਾਂ ਸਰੀਰਕ ਤੌਰ 'ਤੇ ਕੰਮ ਕੀਤਾ, ਉਹਨਾਂ ਦਾ ਕਿੱਥੇ ਨਾਂ ਲਿਖੋਗੇ? ਜਦੋਂ ਕੋਈ ਕੰਮ ਹੁੰਦੇ ਨੇ, ਕਈ ਬੰਦੇ ਫਿਜ਼ੀਕਲ ਤੌਰ 'ਤੇ ਕਿੰਨਾ ਸਾਥ ਦਿੰਦੇ ਨੇ। ਉਹਨਾਂ ਪੈਸਾ ਨਹੀਂ ਦਿੱਤਾ ਪਰ ਟਾਈਮ ਕਿੰਨਾ ਦਿੱਤਾ ਉਹਨਾਂ ਨੇ।
ਪੈਸੇ ਦੇਣ ਵਾਲਿਆਂ ਤੁਸੀਂ ਵੱਡਾ ਸਾਰਾ ਪੱਥਰ ਲਾਤਾ। ਜਿਹਨੇ ਵਿਚਾਰੇ ਨੇ ਪ੍ਰਸ਼ਾਦੇ ਜਿਨ੍ਹਾਂ ਭੈਣਾਂ ਨੇ ਪਕਾਏ ਆ, ਜਿਨ੍ਹਾਂ ਨੇ ਮਿਹਨਤ ਕੀਤੀ ਆ, ਜਿਨ੍ਹਾਂ ਨੇ ਕਿੰਨੇ ਕਿੰਨੇ ਦਿਨ ਬਿਲਡਿੰਗ ਦੇ ਵਿੱਚ ਆਣ ਕੇ ਆਪਣਾ ਸਰੀਰਕ ਤੌਰ 'ਤੇ ਹੱਥ ਵਟਾਇਆ, ਫਿਰ ਉਹਨਾਂ ਦੇ ਵੀ ਪੱਥਰ ਲਾਉਣੇ ਪੈਣਗੇ ਸਾਨੂੰ। ਅਸੀਂ ਕਿਹੜੇ ਬੰਨੇ ਤੁਰ ਪਏ? ਅਤੇ ਨਾ ਪਤਾ ਕਿਉਂ ਲਿਖਾਉਂਦੇ ਆ? ਅਗਲੇ ਨੂੰ ਪਤਾ ਲੱਗ ਜਾਏ ਸਾਡੇ ਪਾਪਾ। ਅਸਲ ਦੇ ਵਿੱਚ ਪਤਾ ਸੱਚਾਈ ਕੀ ਆ? ਹੁਣ ਬੰਦੇ ਨੂੰ ਉੱਦਾਂ ਤੇ ਦੁਨੀਆ 'ਤੇ ਚੰਗਾ ਕੰਮ ਕਰਨ ਦੀ ਆਦਤ ਨਹੀਂ ਪਈ। ਬੰਦਾ ਸੋਚਦਾ ਪੱਖੇ ਉੱਤੇ ਨਾਮ ਲਿਖਾਵਾਂਗਾ, ਹੈਂ, ਅਗਲੇ ਨੂੰ ਪਤਾ ਲੱਗ। ਇਹ ਬੜੇ ਦੇਰ ਦੀ ਗੱਲ ਹੈ। ਇਹ MP ਇੱਕ ਗੁਰਦੁਆਰੇ ਸਮਾਗਮ ਕਰਨ ਅਸੀਂ ਗਏ, ਗੁਰਦੁਆਰਾ ਸਾਹਿਬ ਠਹਿਰੇ। ਤਾਂ ਜਦੋਂ ਪੱਖਾ ਰੁਕਿਆ, ਮੈਂ ਰੂਮ 'ਚੋਂ ਬਾਹਰ ਜਾਣ ਲੱਗਾ, ਪੱਖੇ ਦੇ ਇਕੱਲੇ ਇਕੱਲੇ ਫਰ ਦੇ ਉੱਤੇ ਨਾਮ ਲਿਖਿਆ। ਮੈਂ ਕਮਰਾ ਬੰਦ ਕਰਨ ਲੱਗਾ, ਕਮਰੇ ਦੇ ਬਾਹਰ ਵੀ ਨਾਮ ਲਿਖਿਆ। ਮੈਂ ਥੱਲੇ ਜਾ ਕੇ ਪ੍ਰਸ਼ਾਦਾ ਛਕਣ ਲੱਗਾ ਤੇ ਥਾਲੀ 'ਤੇ ਵੀ ਨਾਮ ਲਿਖਿਆ। ਮੈਂ ਕਿਹਾ ਬਾਬਾ ਤੇਰਾ ਨਾਂ ਤਾਂ ਲੱਭਦਾ ਹੀ ਕਿਤੇ ਨਹੀਂ, ਇੱਥੇ ਐਡਾ ਤਗੜਾ ਕਬਜ਼ਾ ਕੀਤਾ ਹੋਇਆ। ਫਿਰ ਮੈਂ ਕਿਹਾ ਇੱਥੇ ਤਾਂ ਜੇ ਕਿਤੇ ਪੱਖਾ ਨਾ ਚੱਲਦਾ ਹੋਇਆ, ਕਿਤੇ ਕੋਈ ਥਾਲੀ ਨਾ ਹੋਈ, ਤਾਂ ਫਿਰ ਤੇ ਅਰਦਾਸਾਂ ਹੀ ਕਰਨੀਆਂ ਪੈਣੀਆਂ ਕਿ ਮਹਾਰਾਜ ਬਜ਼ੁਰਗ ਚੜ੍ਹਾਈ ਕਰਦੇ ਰਹਿਣ ਅਤੇ ਪੱਖੇ ਥਾਲੀਆਂ ਦੀ ਸੇਵਾ। ਇਹ ਗ੍ਰੰਥੀਆਂ ਨੂੰ ਪੁੱਠੇ ਰਾਹ ਨਾ ਤੋਰ ਦਿਓ ਵੀ ਜਿੱਥੇ ਬਿਸਤਰੇ ਮਾੜੇ ਹੋਣ ਅਤੇ ਉੱਥੇ ਫਿਰ ਅਰਦਾਸ ਕਰਨੀ ਪਵੇ ਕਿ ਮਹਾਰਾਜ 2-4 ਬਾਪੂ ਲੈ ਜਾ, ਚੰਗੇ ਤੇ ਬਿਸਤਰੇ ਲੋਕ ਦੇ ਜਾਣ। ਕੀ ਅਸੀਂ ਕਿਸੇ ਦੇ ਚੜ੍ਹਾਈ ਕਰਨ ਨਾਲ ਬਿਸਤਰਾ ਦੇ ਕੇ ਜਾਣਾ? ਉੱਦਾਂ ਸਟੋਰ ਬਣਿਆ ਹੋਵੇ, 50, 100, 200 ਇੱਕ ਸੋਹਣੇ ਬਿਸਤਰੇ ਪਏ ਹੋਣ, ਸੋਹਣੇ ਮੰਜੇ ਹੋਣ, ਆਇਆ ਗਿਆ ਯਾਤਰੂ ਉੱਥੇ ਰਾਤ ਕੱਟ ਸਕੇ। ਅਸੀਂ ਤੁਰ ਕਿਹੜੇ ਬੰਨੇ ਪਏ ਹਾਂ? ਜੀਵਤ ਪਿਤਰ ਨਾ ਮਾਨਿਆ ਕੋ ਮੂਏ, ਸਰਾਧ ਕਰਾਹੀਂ। ਜਿਉਂਦੇ ਮਾਂ ਬਾਪ ਨੂੰ ਰੋਟੀ ਨਹੀਂ ਪੁੱਛਣੀ, ਮਗਰੋਂ ਸਰਾਧ ਦੀਆਂ ਥਾਲੀਆਂ ਚੱਕੀ ਫਿਰਨੀਆਂ ਵੀ ਆਹ ਖੀਰ ਖਾਓ ਜੀ, ਆਹ ਪੂੜੇ ਖਾਓ ਜੀ, ਆਹ ਪਾਪਾ ਜੀ ਦਾ ਸ਼ਰਾਧ ਹੈ, ਆਹ ਬੀਬੀ ਜੀ ਦਾ ਸ਼ਰਾਧ ਹੈ। ਅੱਛਾ, ਮੰਨਣਾ ਕੀ ਆ ਵੀ ਇਹ ਸ਼ਰਾਧ ਅਸੀਂ, ਜੇ ਹਿੰਦੂ ਵੀਰ ਨੇ ਉਹ ਪੰਡਤ ਮੰਦਰ ਵਿੱਚ ਲੈ ਕੇ ਜਾਂਦੇ, ਸਿੱਖ ਵਾ ਤੇ ਉਹ ਲੱਭਦੇ ਫਿਰਦੇ ਆ, ਆਪਣਾ 5 ਪਿਆਰੇ ਲੱਭਦੇ ਫਿਰਦੇ ਆ। ਦਰਬਾਰ ਸਾਹਿਬ ਦੇ ਰਾਗੀ ਸੀ, ਉਹ ਉਮਰ ਉਹਨਾਂ ਦੀ ਜ਼ਿਆਦਾ ਨਹੀਂ ਸੀ, ਕਿਸੇ ਕਾਰਨ ਉਹਨਾਂ ਦੀ ਡੈਥ ਹੋ ਗਈ। ਅਮਰੀਕਾ ਪਹਿਲੀ ਵਾਰ ਹੋ ਗਏ। ਇੱਥੇ ਮਿਲੇ ਮੈਨੂੰ ਬੰਗਲਾ ਸਾਹਿਬ, ਕਹਿੰਦੇ ਸਰਵਿਸਿਆਂ ਪਹਿਲੀ ਵਾਰੀ ਅਮਰੀਕਾ ਗਏ ਅਤੇ ਪਹਿਲੀ ਵਾਰੀ ਸਾਡੇ ਨਾਲ ਇੱਕ ਹਾਦਸਾ ਹੋਏ ਨਾ ਘਟਨਾ ਵਾਪਰੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਗੁਰਦੁਆਰਾ ਸਾਹਿਬ ਦੁਪਹਿਰ ਦਾ ਪ੍ਰਸ਼ਾਦਾ ਛਕਿਆ ਅਤੇ ਪ੍ਰਸ਼ਾਦਾ ਛਕ ਕੇ ਅਤੇ ਸਾਨੂੰ ਗ੍ਰੰਥੀ ਸਿੰਘ ਸੇਵਾਦਾਰ ਕਹਿੰਦੇ ਆਓ ਭਾਈ ਸਾਹਿਬ ਤੁਹਾਨੂੰ ਸੈਰ ਕਰਾ ਲਿਆਈਏ। ਮੌਸਮ ਉੱਥੇ ਵਧੀਆ, ਬੰਦਾ ਦਿਨ ਵੇਲੇ ਵੀ ਘੁੰਮ ਸਕਦਾ, ਉੱਥੇ ਟ੍ਰੈਫਿਕ ਹੁੰਦੀ ਨਹੀਂ ਇੰਨੀ। ਕਹਿੰਦਾ ਅਸੀਂ ਘੁੰਮਣ ਚਲੇ ਗਏ, ਨਾਲ ਸੇਵਾਦਾਰ, ਨਾਲ ਗ੍ਰੰਥੀ ਸਿੰਘ ਦੇ 3 ਜਾਣੇ ਅਸੀਂ। ਕਹਿੰਦਾ ਇੱਕ ਗੱਡੀ ਸਰਦਾਰ ਸਾਹਿਬ ਆਏ, ਲਿਆ ਕੇ ਸਾਡੇ ਬਿਲਕੁਲ ਲਾਗੇ ਡੱਕਤੀ। ਕਹਿੰਦਾ ਜੀ ਬਹਿ ਜਾਓ। ਕਹਿੰਦਾ ਅਸੀਂ ਨਵੇਂ ਗਏ ਸੀ, ਚਲੋ ਉਹ ਤਾਂ ਪੁਰਾਣੇ ਸੀ, ਅਸੀਂ ਡਰਦੇ ਡਰਦੇ ਗੱਡੀ 'ਚ ਬਹਿ ਗਏ। ਅਤੇ ਗੱਡੀ 'ਚ ਬਹਿੰਦਿਆਂ ਸਾਰ ਸਰਦਾਰ ਸਾਹਿਬ ਨੇ ਕੰਨ ਨੂੰ ਫੋਨ ਲਾ ਲਿਆ, ਕਹਿੰਦਾ ਲੱਭ ਗਿਆ, ਲੈ ਕੇ ਆਉਣਾ। ਕਹਿੰਦਾ ਅਸੀਂ ਡਰ ਗਏ ਵੀ ਕਿਤੇ ਗਲਤੀ ਕਰ ਬੈਠੇ ਆ, ਪਹਿਲੀ ਵਾਰ ਬਾਹਰ ਆਏ ਆ, ਕੋਈ ਕਾਨੂੰਨ ਦੀ ਉਲੰਘਣਾ ਹੋ ਗਈ, ਕਿਤੇ ਪੁਲਿਸ ਵਾਲਾ ਨਾ ਹੋਵੇ, ਸਿਵਲ ਵਰਦੀ ਪਾਈ ਆਂਦਾ ਲੱਭ ਗਏ ਆ, ਲੈ ਕੇ ਆਉਣਾ। ਕਹਿੰਦਾ ਅਸੀਂ ਥੋੜ੍ਹੀ ਜਿਹੀ ਗੱਡੀ ਉਹਨੇ ਤੋਰੀ, ਅਸੀਂ ਕਿਹਾ ਜੀ ਗੁਰਦੁਆਰਾ ਤੇ ਉੱਧਰ ਆ। ਕਹਿੰਦਾ ਪਤਾ ਮੈਨੂੰ ਗੁਰਦੁਆਰਾ ਉੱਧਰ ਆ, ਛੱਡ ਆਊਂ ਤੁਹਾਨੂੰ ਗੁਰਦੁਆਰੇ। ਕਹਿੰਦਾ ਘਰ ਜਾ ਕੇ ਉਹਨੇ ਗਰਾਜ 'ਚ ਗੱਡੀ ਲਾਈ, ਸਾਨੂੰ ਕਹਿੰਦਾ ਉੱਤਰ ਆਓ ਭਾਈ ਸਾਹਿਬ। ਉੱਤਰੇ ਜਾਂਦਿਆਂ ਨੂੰ ਕਹਿੰਦਾ ਜ਼ਮੀਨ 'ਤੇ ਕੱਪੜਾ ਵਿਛਾਇਆ ਹੋਇਆ ਸੀ, ਕਹਿੰਦਾ ਬਹਿ ਜਾਓ। ਮੈਂ ਕਿਹਾ ਜੀ ਕਾਹਦੇ ਲਈ? ਕਹਿੰਦਾ ਪਾਪਾ ਜੀ ਦਾ ਸ਼ਰਾਧ ਅੱਜ। ਆਂਦਾ ਦੋਵਾਂ ਜੀਆਂ ਨੇ ਛੁੱਟੀ ਕੀਤੀ ਆ, ਤਾਂ ਸਵੇਰ ਦੇ 5 ਬੰਦੇ ਲੱਭਣ ਡਿਆ ਸੀ, ਲੱਭ ਨਹੀਂ ਸੀ ਰਿਹਾ। 2-3 ਗੁਰਦੁਆਰੇ ਗਿਆ। ਕਹਿੰਦਾ ਤੁਹਾਨੂੰ ਵੇਖ ਕੇ ਚਾਅ ਚੜ੍ਹ ਗਿਆ, ਘਰ ਵਾਲੀ ਨੂੰ ਫੋਨ ਕੀਤਾ, ਲੱਭ ਗਿਆ, ਲੈ ਕੇ ਆਉਣਾ। ਕਹਿੰਦਾ ਉੱਥੇ ਦੱਸ ਦੇਣਾ ਸੀ, ਸਾਡਾ ਸਾਹ ਸੁੱਕਿਆ ਪਿਆ ਵੀ ਸ਼ਾਇਦ ਕਿਸੇ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਤੁਸੀਂ ਵੀ ਲੱਭ ਗਿਆ, ਲੈ ਕੇ ਆਉਣਾ। ਤੁਸੀਂ ਤਾਂ ਆਪਣੇ ਹੋਮ ਮਿਨਿਸਟਰ ਨੂੰ ਫੋਨ ਕੀਤਾ ਵੀ ਲੱਭ ਗਿਆ, ਲੈ ਕੇ ਆਉਣਾ। ਕਹਿੰਦਾ ਅਸੀਂ ਕਿਹਾ ਜੀ ਪ੍ਰਸ਼ਾਦਾ ਛਕ ਕੇ ਤੇ ਤੁਰਨ ਆਏ ਆ, ਤਰਸ ਕਰੋ ਸਾਡੇ 'ਤੇ ਵੀ ਅਸੀਂ ਤਾਂ ਖਾ ਲਿਆ ਪ੍ਰਸ਼ਾਦਾ ਪਹਿਲਾਂ ਹੀ, ਅਸੀਂ ਸੈਰ ਕਰਨ ਆਏ ਆ। ਖਾਣਾ ਪੈਣਾ ਭਾਜੀ ਤੁਹਾਨੂੰ, ਪਾਪਾ ਜੀ ਵਾਸਤੇ ਬਣਾਇਆ ਸੀ। ਕਹਿੰਦਾ ਪਾਪਾ ਜੀ ਤੁਸੀਂ ਆਪਣੇ ਪਾਪਾ ਜੀ ਬਣਾਇਆ ਨਾ, ਵੀ ਸਾਡੇ 'ਤੇ ਤਰਸ ਕਰੋ ਤੁਸੀਂ। ਕਹਿੰਦਾ ਜੀ ਧੱਕੇ ਨਾਲ ਸਾਨੂੰ ਬਿਠਾਤਾ, ਸਾਡੇ ਗਾੜੀ ਥਾਲੀਆਂ ਰੱਖਤੀਆਂ, ਖੀਰ ਬਣਾਈ, ਰਾਇਤਾ ਬਣਾਇਆ। ਕਹਿੰਦਾ ਸਾਡੇ ਕੋਲ ਰਿਹਾ ਨਹੀਂ ਗਿਆ, ਹੈਗੇ ਸੀ ਉਹ ਸਿੱਧਾ। ਕਹਿੰਦਾ ਉਹਨਾਂ ਸਿੱਧਾ ਕਹਿਤਾ ਉਹਨਾਂ। ਕਹਿੰਦਾ ਜੀ ਜਿਉਂਦੇ ਪਾਪਾ ਜੀ ਦੀ ਸੇਵਾ ਕੀਤੀ ਸੀ? ਕਦੀ ਜਿਉਂਦੇ ਪਾਪਾ ਜੀ ਕਹਿਣ ਵੀ ਸਾਰੇ ਟੱਬਰ ਦੀ ਸਬਜ਼ੀ ਬਣੀ, ਪਾਪਾ ਜੀ ਕਹਿਣ ਅੱਜ ਦਲੀਆ ਬਣਾ ਦਿਓ, ਅਤੇ ਕਈ ਤਾਂ ਬਣਾ ਦਿੰਦੀਆਂ, ਉਹਨਾਂ ਗਾੜੀ 'ਤੇ ਸਿਰ ਝੁਕਦਾ ਜਿਹੜੀਆਂ ਮੇਰੀਆਂ ਭੈਣਾਂ ਸੇਵਾ ਕਰਦੀਆਂ, ਅਤੇ ਕਈ ਕਹਿੰਦੇ ਚੁੱਪ ਕਰਕੇ ਖਾ ਲਾ, ਨਖਰੇ ਕਰਦਾ, ਹੋਰ ਕੁਝ ਨਹੀਂ ਆ, ਇੰਨੀ ਮਿਲਦੀ ਥੋੜ੍ਹਾ। ਸੱਚ ਜਾਣਿਓ ਇਹ ਘਰਾਂ 'ਚ ਅਪਮਾਨ ਹੁੰਦਾ ਹੈ, ਉਹ ਫਿਰ ਚੁੱਪ ਕਰਕੇ ਵਿਚਾਰੇ ਖਾ ਲੈਂਦੇ ਨੇ, ਅਤੇ ਮਗਰੋਂ ਗ੍ਰੰਥੀਆਂ ਦੇ ਨਾਸੀ ਧੂੰ ਦਿੱਤਾ ਹੁੰਦਾ ਵੀ ਤੂੰ ਖਾ ਖੀਰ, ਤੂੰ ਖਾ ਪੂੜੇ, ਤੂੰ ਖਾ ਇਹ ਸਮਾਨ, ਅਤੇ ਸਾਡੇ ਪਾਪਾ ਜੀ ਨੂੰ ਪਹੁੰਚਾਓ। ਜਿਉਂਦੇ ਸੇਵਾ ਕਰੋ, ਜਿਉਂਦੇ ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ। ਕਈ ਵਾਰੀ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਨਹੀਂ, ਉਹਨਾਂ ਨੂੰ ਚਾਹੀਦਾ ਕੋਈ ਸ਼ਾਮਾਂ ਸਵੇਰੇ ਉੱਠ ਕੇ ਉਹਨਾਂ ਦਾ ਹਾਲ ਪੁੱਛ ਲਵੇ। ਇੱਦਾਂ ਪੁੱਛ ਲਵੇ ਪਾਪਾ ਜੀ ਠੀਕ ਜੇ,
ਮਾਤਾ ਜੀ ਅੱਜ ਲੇਟ ਉੱਠੇ ਜੇ, ਕੀ ਗੱਲ ਹੈ? ਕੁਝ ਨਾ ਕਰੋ, ਮਾਤਾ ਜੀ ਦੇ ਬੈੱਡ ਤੇ ਬੈਠ ਕੇ 10 ਮਿੰਟ ਲੱਤਾਂ ਹੀ ਦਬਾ ਦਿਓ। ਜਿਹੜੀ ਉਹਦੇ ਅੰਦਰੋਂ ਅਸੀਸ ਨਿਕਲਣੀ ਹੈ ਨਾ, ਦੁਨੀਆ 'ਤੇ ਕੋਈ ਬ੍ਰਹਮ ਗਿਆਨੀ ਨਹੀਂ ਹੈਗਾ ਹੋਰ ਜਿਹੜੀ ਮਾਂ ਦਾ ਮੁਕਾਬਲਾ ਕਰ ਸਕੇ। ਪਰ ਪਖੰਡੀਆਂ ਬਾਬਿਆਂ ਮਗਰ ਤੇਲ ਦੀਆਂ ਸੀਸੀਆਂ ਲੈ ਕੇ ਤੁਰੇ ਫਿਰਦੇ ਵੀ ਬਾਬਾ ਜੀ ਦੀ ਮਾਲਸ਼ ਕਰਨੀ ਆ, ਬਾਬਾ ਜੀ ਨੂੰ ਪੱਖੀ ਚੱਲ, ਏਸੀ ਰੂਮ 'ਚ ਵੀ ਪੱਖੀਆਂ ਚੱਲੀ ਜਾਂਦੇ ਉੱਥੇ। ਮੈਂ ਕਹਿਤਾ ਆ 3 ਦਿਨਾਂ 'ਚ ਇੰਨੇ ਪਖੰਡੀ ਬਾਬਿਆਂ ਦੇ ਸੇਵਕਾਂ ਦੇ ਫੋਨ ਆਏ, ਇੱਦਾਂ ਭੁਗਤਦੇ ਉਹਨਾਂ ਦੇ ਹੱਕ ਵਿੱਚ, ਰਹਿ ਰੱਬ ਦਾ ਨਾ। ਇਹ ਤੋਂ ਪਤਾ ਲੱਗਦਾ ਵੀ ਕਿੱਦਾਂ ਅਗਲਿਆਂ ਨੇ ਸੁਸਰੀ ਵਾਂਗੂ ਇਹਨਾਂ ਨੂੰ ਸਵਾਇਆ ਹੋਇਆ। ਉਹ ਨਹੀਂ ਚਾਹੁੰਦੇ ਦਿਮਾਗ ਆਪਣਾ ਵਰਤਣ, ਪਰ ਵਰਤੋ ਦਿਮਾਗ ਆਪਣਾ, ਕਿਸੇ ਦੇ ਮੁਹਤਾਜ ਨਾ ਹੋ। ਆ ਸਟੇਜ 'ਤੇ 3 ਫੁੱਟ ਉੱਚਾ ਬੈਠਾ, ਸਿਰਫ ਵਿਚਾਰਾਂ ਕਰ ਲਈ, ਉਹ ਤੋਂ ਬਾਅਦ ਅਸੀਂ ਤੁਹਾਡੇ ਵਰਗੇ ਹੀ ਹਾਂ। ਆਪਾਂ ਇਕੱਠੇ ਭੈਣ ਭਰਾਵਾਂ ਗੁਰਮਤਿ ਦੀਆਂ ਗੱਲਾਂ ਕਰਦੇ ਹਾਂ, ਬੈਠ ਕੇ ਇਕੱਠੇ ਪ੍ਰਸ਼ਾਦਾ ਰਾਤ ਛਕਿਆ ਸੀ ਆਪਾਂ। ਇੱਦਾਂ ਇਹ ਹੈ ਅਸਲੀ ਗੱਲ। ਬਾਬਾ ਜੀ ਵਾਸਤੇ ਦਲੀਆ ਬਣਾਓ ਜੀ, ਬਾਬਾ ਜੀ ਆਹ ਦਾਲ ਨਹੀਂ ਖਾਂਦੇ, ਬਾਬਾ ਜੀ ਆਹ ਚੌਲ ਨਹੀਂ ਖਾਂਦੇ। ਜੇ ਕਿਤੇ ਇਹ ਕੰਮ ਗੁਰੂ ਨਾਨਕ ਸਾਹਿਬ ਵੇਲੇ ਹੁੰਦੇ, ਪ੍ਰਚਾਰ ਕਰ ਲੈਂਦੇ ਭਲਾ। ਬੋਲੋ ਭਾਈ। ਉਹ ਤਾਂ ਜਿੱਦਾਂ ਦਾ ਮਿਲਿਆ, ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਾਰਸੋਂ ਬਣਿਆਈ, ਬਾਬਾ ਪਹਿਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਪਰ ਅਸੀਂ ਕਿੱਥੇ ਤੁਰ ਪਏ ਹਾਂ? ਫਿਰ ਕਈ ਮਾਣ ਨਾ ਕਰਨਗੇ ਸਾਡੇ ਘਰ ਬਾਬਾ ਜੀ ਆਉਂਦੇ ਆ, ਆਪੇ ਹੀ ਤਿਆਰ ਕਰਦੇ ਪ੍ਰਸ਼ਾਦੇ ਸੇਵਕ ਉਹਨਾਂ ਦੇ, ਸਾਨੂੰ ਤੇ ਰਸੋਈ 'ਚੋਂ ਬਾਹਰ ਹੀ ਕੱਢ ਦਿੰਦੇ, ਕਿਚਨ 'ਚੋਂ। ਵੀ ਹੱਦ ਹੋ ਗਈ, ਕਮਾਲ ਦੀ ਗੱਲ ਹੈ। ਇਹ 'ਚ ਵਡਿਆਈ ਵਾਲੀ ਕਿਹੜੀ ਗੱਲ ਹੈ? ਤੁਹਾਨੂੰ ਸ਼ਡਿਊਲ ਕਾਸਟ ਸਮਝਦੇ ਅਗਲੇ, ਤੁਹਾਨੂੰ ਦਲਿਤ ਸਮਝਦੇ ਆ ਵੀ ਇਹਨਾਂ ਦੇ ਹੱਥ ਲੱਗਣ ਨਾਲ ਸਾਡਾ ਖਾਣਾ ਪਵਿੱਤਰ ਹੋ ਜਾਣਾ ਹੈ, ਇਸ ਕਰਕੇ ਸਾਡੇ ਸੇਵਕ ਭੋਜਨ ਤਿਆਰ ਕਰਨਗੇ। ਕਬੁੱਧ ਡੂਮਣੀ ਕੁਦਇਆ ਕਸੈਣ, ਪਰ ਨੰਦਾ ਘਟ ਚੂੜੀ, ਮੁੱਠੀ ਕਰੋ ਚੰਡਾਲ, ਤਾਰੀ ਕੰਢੀ ਕਿਆ ਥੀ ਹੈ ਜੇ ਚਾਰੇ ਬੈਠੀਆਂ ਨਾਲ। ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਸਾਨੂੰ ਸੋਹਣਾ। ਇਹ ਆ ਬਹੁਤ ਵੱਡੀਆਂ ਸੰਸਥਾਵਾਂ ਨੇ, ਇੱਦਾਂ ਗੁਰਦੁਆਰੇ ਬੈਠ ਕੇ ਸਮਾਗਮ 'ਚ ਗੁਰਮਤਿ ਦੀਆਂ ਵਿਚਾਰਾਂ ਸੁਣਨੀਆਂ, ਲੰਗਰ ਛਕਣਾ, ਇਹ ਬਹੁਤ ਵੱਡੇ ਸਾਡੇ ਸਿੱਖੀ ਸਿਧਾਂਤ ਦੇ ਥੰਮ ਨੇ ਜਿਹੜੇ ਅੱਜ ਮਨਫੀ ਹੁੰਦੇ ਜਾ ਰਹੇ ਸਾਡੇ ਵਿੱਚੋਂ। ਇਸ ਕਰਕੇ ਵਿੱਚ ਦੁਨੀਆ ਸੇਵਕ ਕਮਾਈ ਹੈ, ਵਿੱਚ ਦੁਨੀਆ ਦੇ ਵਿੱਚ ਰਹਿ ਕੇ ਚੰਗਾ ਕੰਮ ਕਰੀਏ, ਮਾਂ ਬਾਪ ਦਾ ਸਤਿਕਾਰ ਕਰੀਏ, ਤਾਂ ਦਰਗਾਹ ਬੈਸਣ ਪਾਈਏ। ਕਿਹੜੀ ਦਰਗਾਹ? ਜੇ ਮਾਲਕ ਇੱਥੇ ਤੇ ਦਰਗਾਹ ਵੀ ਇੱਥੇ ਉਹਦੀ। ਇੱਥੇ ਮੁੱਖ ਉਜਲੇ ਹੋਣੇ, ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ। ਭਗਤ ਪੂਰਨ ਸਿੰਘ ਜੀ ਦੇ ਮੁੱਖ ਇੱਥੇ ਉਜਲੇ ਹੋ ਰਹੇ ਆ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਇਹਨਾਂ ਦੇ ਮੁੱਖ ਇੱਥੇ ਉਜਲੇ ਹੋ ਰਹੇ ਆ। ਚੰਗੇ ਕੰਮ ਕਰਾਂਗੇ, ਮੁੱਖ ਇੱਥੇ ਉਜਲੇ ਹੋਣਗੇ। ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਂਹ ਲੁੜਾਈਏ। ਬੱਚਾ ਫਸਟ ਆਇਆ ਹੋਵੇ ਨਾ, ਤੇ ਉਹਦੇ ਚਿਹਰੇ ਤੋਂ ਤੁਹਾਨੂੰ ਦਿਸ ਪੈਂਦਾ ਵੀ ਫਸਟ ਆਇਆ ਬੱਚਾ। ਜਦੋਂ ਚੰਗੇ ਕੰਮ ਕਰਾਂਗੇ, ਸਾਡੇ ਚਿਹਰੇ ਨੇ ਸਾਡੇ ਵਿਕਾਸ ਨੂੰ ਦੱਸਣਾ ਵੀ ਕੁਝ ਪ੍ਰਾਪਤ ਕੀਤਾ ਹੋਇਆ। ਅੱਜ ਖੁਸ਼ੀ ਖੇੜਾ ਜ਼ਿੰਦਗੀ 'ਚੋਂ ਗਵਾਚ ਗਿਆ। ਹੱਸੋ ਜ਼ਰੂਰ। ਇੱਕ ਦਿਨ 'ਚ ਡਾਕਟਰ ਵੀ ਕਹਿੰਦੇ ਤੁਹਾਡੇ 'ਚ ਕੋਈ ਡਾਕਟਰ ਵੀਰ ਬੈਠਾ ਹੋਵੇ, ਹਾਸਾ ਬਹੁਤ ਚੰਗਾ ਹੈ। ਹੱਸੋਗੇ ਲੀਵਰ ਵਧੀਆ ਰਹੇਗਾ, ਸਕਿਨ ਵਧੀਆ ਰਹੇਗੀ। ਅੱਜ ਹਾਸਾ ਗਵਾਚ ਗਿਆ। ਅੱਜ ਹਾਸਾ ਤਾਂ ਆਉਂਦਾ ਹੀ ਨਹੀਂ ਬੰਦੇ ਨੂੰ। ਹੱਸਣ ਵਾਸਤੇ ਤਾਂ ਟੀ ਵੀ ਚਾਹੀਦਾ ਵੀ ਕੋਈ ਵਿੱਚੋਂ ਕੋਈ ਕਲਿੱਪ ਇੱਦਾਂ ਦਾ ਆਵੇ ਅਤੇ ਮੈਂ ਹੱਸ ਪਵਾਂ। ਸਾਡਾ ਹਾਸਾ ਕਿਸੇ ਦਾ ਮੁਹਤਾਜ ਨਹੀਂ ਚਾਹੀਦਾ। ਸਾਡਾ ਹਾਸਾ ਚਾਹੀਦਾ ਪਾਪਾ ਜੀ ਨਾਲ ਗੱਲਾਂ ਕਰੋ, ਬੇਬੀ ਜੀ ਨਾਲ ਗੱਲਾਂ ਕਰੋ, ਨਿਆਣਿਆਂ ਨਾਲ ਗੱਲਾਂ ਕਰੋ, ਪਤਨੀ ਨਾਲ ਗੱਲਾਂ ਕਰੋ, ਪਤੀ ਨਾਲ ਗੱਲਾਂ ਕਰੋ, ਪਰਿਵਾਰ 'ਚ ਬਹਿ ਕੇ ਹੱਸੋ। ਪਰ ਹੱਸੋ ਕਿਸੇ ਦਾ ਸਵਾਰ ਕੇ, ਵਿਗਾੜ ਕੇ ਨਾ ਹੱਸੋ। ਕਿਸੇ ਦੇ ਘਰ ਅੱਗ ਲੱਗੀ ਵੇਖ ਕੇ ਨਾ ਹੱਸੋ, ਕਿਸੇ ਦੀ ਅੱਗ ਬੁਝਾ ਕੇ ਹੱਸੋ। ਚੰਗੀ ਸੋਚ ਲੈ ਕੇ ਹੱਸੋ, ਚੰਗੇ ਵਿਚਾਰ ਲੈ ਕੇ ਹੱਸੋ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਨਾ ਖਾਣ ਤੋਂ ਮਨਾ ਕਰਦੀ ਹੈ, ਨਾ ਪੀਣ ਤੋਂ ਮਨਾ ਕਰਦੀ ਹੈ, ਨਾ ਸਾਨੂੰ ਗੁਰਬਤ ਕੋਈ ਕੱਪੜਾ ਪਹਿਨ ਤੋਂ ਮਨਾ ਕਰਦੀ। ਪਰ ਇਹ ਚਾਹੁੰਦੀ ਹੈ ਵਿਸਰ ਗਿਆ ਹੈ ਮਰਨਾ। ਜਦੋਂ ਤੂੰ ਸੱਚ ਨਾਲੋਂ ਟੁੱਟ ਜਾਣਾ, ਆਤਮਿਕ ਮੌਤੇ ਤੂੰ ਮਰ ਜਾਣਾ, ਖਤਮ ਹੋ ਜਾਣਾ। ਆਓ ਗੁਰੂ ਬਖਸ਼ਿਸ਼ ਕਰੇ। ਚੰਗਾ ਖਾਓ, ਚੰਗਾ ਪਹਿਨੋ, ਚੰਗੀ ਸੋਚ ਰੱਖੋ, ਸਿਹਤ ਵਧੀਆ ਰਹੇਗੀ। ਅਤੇ ਇੱਕ ਚੀਜ਼ ਦਾ ਖਿਆਲ ਰੱਖਣਾ, ਜਿੰਨੇ ਵੀ ਤੁਹਾਨੂੰ ਰੋਗ ਨੇ ਸਾਰੇ ਮਨ ਤੋਂ ਪੈਦਾ ਹੁੰਦੇ ਨੇ। ਮਨ ਨੂੰ ਚੜ੍ਹਦੀ ਕਲਾ 'ਚ ਰੱਖੋ, ਤਨ ਵੀ ਚੜ੍ਹਦੀ ਕਲਾ ਵਿੱਚ ਰਹੇਗਾ। ਇੱਕ ਅਖੀਰ 'ਤੇ ਬੇਨਤੀ ਕਿ ਤੁਹਾਡੇ ਕੋਲੋਂ ਖਿਮਾ ਮੰਗਾ। ਕੋਈ ਬੰਦਾ ਬਿਮਾਰ ਹੈ, ਰੋਜ਼ ਆਪਣੇ ਆਪ ਨੂੰ ਇਹ ਕਹਿਣਾ ਸ਼ੁਰੂ ਕਰੇ ਮੈਂ ਕੱਲ੍ਹ ਨਾਲੋਂ ਠੀਕ ਹਾਂ। ਤੁਹਾਡੀ ਬੋਡੀ 'ਚ ਏਡੀ ਤਾਕਤ ਹੈ, ਤੁਹਾਡਾ ਮਨ ਹੀ ਏਡਾ ਤੁਹਾਡੇ ਕੋਲੋਂ, ਇਹ ਏਡੀ ਵੱਡੀ ਸਾਡੇ ਕੋਲੋਂ ਅਦੁੱਤੀ ਦਾਤ ਹੈ ਨਾ, ਤੁਹਾਨੂੰ ਇਹਨੇ ਥੋੜ੍ਹੇ ਦਿਨਾਂ ਬਾਅਦ ਠੀਕ ਕਰਨ ਲੱਗ ਪੈਣਾ ਹੈ। ਅਤੇ ਪਰ ਕਈਆਂ ਦੀ ਆਦਤ ਹੁੰਦੀ ਨਾ, ਪੁੱਛੋ ਹੁਣ ਗੋਡਿਆਂ ਦਾ ਕੀ ਹਾਲ ਨਾ, ਹੁਣ ਕਿੱਥੇ ਤੁਰਿਆ ਜਾਂਦਾ, ਹੁਣ ਤਾਂ ਡਾਕਟਰਾਂ ਵੀ ਜਵਾਬ ਦੇ ਦਿੱਤਾ। ਉਹ ਇਹੋ ਜਿਹਾ ਵਿਅਕਤੀ ਭਾਵੇਂ ਔਰਤ ਹੈ ਭਾਵੇਂ ਮਰਦ ਹੈ ਨਹੀਂ ਤੁਰ ਸਕਦਾ। ਅਤੇ ਜੇ ਤੁਸੀਂ ਕਹੋਗੇ ਨਹੀਂ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਫਰਕ ਹੈ, ਹੁਣ ਕਿੱਦਾਂ ਸਿਹਤ ਦਾ, ਕੱਲ੍ਹ ਨਾਲੋਂ ਥੋੜ੍ਹਾ ਜਿਹਾ ਫਰਕ ਹੈ, ਉਹ ਜਿਹੜਾ ਤੁਹਾਡਾ ਅਵਚੇਤਨ ਮਨ ਹੈ ਨਾ, ਉਹਨੇ ਤੁਹਾਨੂੰ ਅੰਦਰੋਂ ਠੀਕ ਕਰਨਾ ਸ਼ੁਰੂ ਕਰ ਦੇਣਾ। ਜਦੋਂ ਅਸੀਂ ਸੋਚਣਾ ਹੀ ਢਹਿੰਦੀ ਕਲਾ ਵਾਲਾ
ਵਿਚਾਰ ਹੀ ਢਹਿੰਦੀ ਕਲਾ ਵਾਲੇ ਰੱਖਣੇ ਨੇ, ਫਿਰ ਅਸੀਂ ਕਦੀ ਚੰਗੇ ਨਹੀਂ ਹੋ ਸਕਦੇ। ਤਾਂ ਹੀ ਤੁਸੀਂ ਸਿਆਣੇ ਡਾਕਟਰ ਵੇਖਿਓ, ਉਹ ਆ ਡਾਕਟਰ ਸਵੈਮਾਨ ਸਿੰਘ ਟਿਕਰੀ ਬੈਠੇ ਨੇ, ਉਹ ਕਹਿੰਦੇ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਕਿਸੇ ਨੂੰ ਮੈਡੀਸਨ ਨਾ ਦੇਵਾਂ, ਇੱਦਾਂ ਹੀ ਠੀਕ ਕਰਾਂ। ਸਿਆਣੇ ਡਾਕਟਰ ਕਹਿੰਦੇ ਮੈਡੀਸਨ ਦੀ ਲੋੜ ਨਹੀਂ ਤੈਨੂੰ, ਨਾ 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 ਨਾ, ਤੈਨੂੰ ਭੁਲੇਖਾ ਹੈ ਕਿ ਤੂੰ ਦਵਾਈ ਨਾਲ ਠੀਕ ਹੋਣਾ ਹੈ। ਤੇਰੀ ਬੋਡੀ 'ਚ ਇੰਨੀ ਤਾਕਤ ਹੈ, ਤੇਰੇ ਬ੍ਰੇਨ 'ਚ ਇੰਨੀ ਤਾਕਤ ਹੈ ਕਿ ਤੂੰ ਆਪਣੇ ਸਰੀਰ ਨੂੰ ਤੰਦਰੁਸਤ ਕਰ ਸਕਦਾ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਜਦੋਂ ਖਸਮ ਮਨ ਭੁਲਾਉਂਦਾ ਹੈ ਤੇ ਤਨ ਰੋਗੀ ਹੁੰਦਾ ਹੈ। ਆਓ ਸੱਚ ਨਾਲ ਜੁੜੀਏ ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚਾ ਸਟਾਫ, ਗ੍ਰੰਥੀ ਸਿੰਘ, ਰਾਗੀ ਜਥੇ, ਜਿੰਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਹੈ, ਮੇਰੀਆਂ ਭੈਣਾਂ, ਮਾਤਾਵਾਂ, ਬਜ਼ੁਰਗ, ਬੱਚੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅਸੀਂ ਇੱਥੇ ਹੀ ਸਿੰਘੂ ਬਾਰਡਰ ਲਗਾਤਾਰ 11ਵਾਂ ਮਹੀਨਾ ਚੱਲ ਰਿਹਾ ਹੈ। 12ਵਾਂ 26 ਤਰੀਕ ਤੋਂ ਬਾਅਦ ਆਰੰਭ ਹੋ ਜਾਣਾ ਹੈ। 26 ਅਕਤੂਬਰ ਤੋਂ ਬਾਅਦ ਇੱਥੇ ਟੈਂਟ ਲੱਗਾ ਹੈ। ਬਹੁਤ ਜਦੋਂ ਅਸੀਂ ਪਾਸੇ ਜਾਂਦੇ ਹਾਂ ਦੱਸੀਦਾ ਹੈ ਕਿ ਦਿੱਲੀ ਦੇ ਵੀਰਾਂ ਨੇ ਰੱਜ ਕੇ ਸੇਵਾ ਕੀਤੀ ਹੈ, ਇਸ ਅੰਦੋਲਨ ਦੇ ਵਿੱਚ ਹਾਜ਼ਰੀ ਲਵਾਈ ਹੈ, ਆਪਣੇ ਵੱਲੋਂ ਪਹੁੰਚੇ ਨੇ। ਜ਼ਰੂਰ ਆਓ, ਜਦੋਂ ਸਮਾਂ ਲੱਗਦਾ ਐਤਵਾਰ ਕਿਤੇ ਕੁਝ ਨਾ ਕਰੋ, ਭਾਵੇਂ ਚੱਕਰੀ ਮਾਰ ਕੇ ਆ ਜਾਓ। ਉਹਦੇ ਨਾਲ ਉੱਥੇ ਬੈਠੇ ਕਿਸਾਨਾਂ ਨੂੰ ਵੀ ਬਲ ਮਿਲਦਾ ਹੈ ਵੀ ਇਹ ਭਰਾ ਸਾਡੇ ਨਾਲ ਨੇ, ਅਤੇ ਤੁਹਾਨੂੰ ਆਪਣੇ ਆਪ 'ਚ ਇੱਕ ਐਨਰਜੀ ਮਿਲੇਗੀ ਕਿ ਅਸੀਂ ਰੋਜ਼ ਬੈੱਡ 'ਤੇ ਸੌਂਦੇ ਹਾਂ, ਘਰਾਂ 'ਚ ਸੌਂਦੇ ਹਾਂ। ਇਹਨਾਂ ਨੇ ਸਰਦੀ ਵੀ ਕੱਢੀ ਹੈ, ਗਰਮੀ ਵੀ ਕੱਢੀ ਹੈ। ਕਿਆ ਖੇੜਾ ਹੈ। ਸੱਚ ਹੈ, ਕਈ 11 ਮਹੀਨਿਆਂ ਤੋਂ ਇੱਕ ਵਾਰ ਵੀ ਆਪਣੇ ਘਰ ਨਹੀਂ ਗਏ, ਐਨ ਅਡੋਲ ਬੈਠੇ ਨੇ। ਪੁੱਛੋ ਕਦੋਂ ਜਾਣਾ, ਕਹਿੰਦੇ ਜਦੋਂ ਕਾਨੂੰਨ ਰੱਦ ਹੋਣਗੇ। ਪੱਕੀ ਗੱਲ ਹੈ, ਇਸ ਅੰਦੋਲਨ ਨੇ ਇਹ ਗੱਲ ਪੱਕੀ ਹੈ ਕਿ ਸਰਕਾਰ ਅੰਦਰੋਂ ਹਿਲਾਈ ਪਈ ਹੈ। ਇਸ ਅੰਦੋਲਨ ਨੇ ਮੰਨੇ ਕੋਈ ਨਾ ਮੰਨੇ, ਜੋ ਮੋਦੀ ਦੀ ਹਾਲਤ ਕੀਤੀ ਹੈ ਬਾਹਰ, ਅਗਲਿਆਂ ਨੇ ਪਤਾ ਹੀ ਹੈ। ਉੱਥੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਅਗਲਿਆਂ ਨੇ ਕਹਿ ਦਿੱਤਾ ਕਿ ਤੂੰ ਮਨੁੱਖੀ ਹੱਕਾਂ ਦੀ ਗੱਲ ਕਰਦਾ, ਤੇਰੇ ਦੇਸ਼ ਦੇ ਆਪਣੇ ਹੀ ਮਨੁੱਖੀ ਹੱਕਾਂ ਦੇ ਰਾਖੇ ਉਹ ਸੜਕਾਂ 'ਤੇ ਬੈਠੇ ਆ। ਟਵੀਟ ਕੀਤਾ ਸੀ ਮੋਦੀ ਨੇ, ਮੈਂ ਅੱਜ ਹੀ ਵੇਖ ਰਿਹਾ ਸੀ, ਭਾਈ ਤਾਰੂ ਸਿੰਘ ਬਾਰੇ, ਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਮੈਂ ਕੋਟਾਨਕੋਟ ਪ੍ਰਣਾਮ ਕਰਦਾ, ਉਹਨਾਂ ਨੇ ਇੱਦਾਂ ਕੀਤਾ। ਪਰ ਕਮਾਲ ਦੀ ਗੱਲ ਤੁਸੀਂ ਵੇਖੋ, ਅਗਲਿਆਂ ਵਾਸਤਾ ਪਾਇਆ ਕਿ ਉਸੇ ਭਾਈ ਤਾਰੂ ਨੇ ਆ ਜਾ ਬੈਠ ਕੇ ਗੱਲ ਕਰ, ਉੱਤਰ ਅਮੀਰ ਘਰਾਣਿਆਂ ਦੇ ਤਖਤੇ ਤੋਂ ਉੱਤਰ ਕੇ ਕਿਸਾਨਾਂ ਦੇ ਬਰਾਬਰ ਬਹਿ ਗੱਲਾਂ ਬਾਤਾਂ ਕਰ। ਉਹ ਕਾਹਦਾ ਬਾਦਸ਼ਾਹ ਜਿਹੜਾ ਪਬਲਿਕ ਤੋਂ ਡਰੇ? ਤੂੰ ਬੈਠ ਕੇ ਗੱਲਬਾਤ ਕਰ, ਵਿਚਾਰ ਕਰ ਭਾਈ। ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਨੇ, ਇਹਨੂੰ ਰੱਦ ਕਰ ਤੇ ਕਿਸਾਨ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਜਾਣ। ਆਓ ਗੁਰੂ ਬਖਸ਼ਿਸ਼ ਕਰੇ। ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਅਜੇ ਤੱਕ ਨਹੀਂ ਗਏ ਜ਼ਰੂਰ ਜਾਓ, ਵਾਰੀ ਬੰਨੋ। ਬਹੁਤ ਤੁਹਾਡੇ ਵਿੱਚੋਂ ਵੀਰ ਜਾ ਚੁੱਕੇ ਨੇ, ਪਰ ਜਿਹੜੇ ਅਜੇ ਤੱਕ ਨਹੀਂ ਗਏ, ਇਹਨਾਂ ਬਾਰਡਰਾਂ 'ਤੇ ਹਾਜ਼ਰੀ ਲਵਾਇਆ ਕਰੋ। ਹਫ਼ਤੇ ਬਾਅਦ, 15 ਦਿਨਾਂ ਬਾਅਦ ਸਭ ਤੋਂ ਵਧੀਆ ਐਤਵਾਰ ਹੁੰਦਾ ਸੰਡੇ ਸਾਡੇ ਕੋਲ। ਪਰਿਵਾਰ ਲੈ ਕੇ, ਗੱਡੀ ਲੈ ਕੇ ਸਵੇਰੇ ਨਿਕਲੋ, ਟੂਰ ਲਵਾ ਕੇ ਲਿਆਓ ਆਪਣੇ ਬੱਚਿਆਂ ਨੂੰ। ਵੇਖੋ ਆਣ ਕੇ ਕਿ ਭਾਈ ਆ ਉਹ ਬਜ਼ੁਰਗ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ, ਜਿਨ੍ਹਾਂ ਦੀ ਬਦੌਲਤ ਸਾਡੇ ਘਰ ਦਹੀਂ, ਮੱਖਣ, ਲੱਸੀ, ਸਾਡੇ ਘਰਾਂ ਦੇ ਵਿੱਚ ਸਵੇਰੇ ਅਸੀਂ ਰੋਟੀ ਖਾਂਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਸਬਜ਼ੀਆਂ ਆਉਂਦੀਆਂ ਨੇ। ਇਹ ਕਿਸਾਨ ਸਾਡੀ ਜੰਗ ਲੜ ਰਹੇ ਨੇ। ਆਓ ਗੁਰੂ ਕਿਰਪਾ ਕਰੇ। ਸਾਰਿਆਂ ਦਾ ਧੰਨਵਾਦ। ਅਰਦਾਸ ਹੈ ਮਾਲਕ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ਿਸ਼ ਕਰੇ। ਅਸੀਂ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਜੂ ਸਕੀਏ। ਖੰਡੇ ਬਾਟੇ ਦੀ ਪੌਲ, ਜਿਵੇਂ ਕੱਲ੍ਹ ਵੀਰਾਂ ਨੇ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ 'ਚ ਤਿਆਰ ਹੋ ਰਹੀ ਹੈ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਰਹੀ, ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਗੁਰੂ ਦੇ ਰਸਤੇ 'ਤੇ ਤੁਰਨ ਦਾ ਯਤਨ ਕਰੀਏ। ਨਸ਼ਿਆਂ ਦਾ, ਵਹਿਮਾਂ ਦਾ, ਭਰਮਾਂ ਦਾ, ਪਖੰਡਾਂ ਦਾ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਕਰੀਏ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ, ਬੁਰਾਈਆਂ ਦੇ ਉੱਤੇ ਇਹ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਚੋਟ ਕਰੇ ਤੇ ਅਸੀਂ ਚੰਗੇ ਰਸਤੇ ਦੇ ਪਾਂਧੀ ਬਣ ਸਕੀਏ। ਇੰਨੇ ਇੱਕ ਬਚਨ ਪ੍ਰਵਾਨ ਕਰਨੇ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ। ਸਹਿਜ ਪਾਠ ਜ਼ਰੂਰ ਕਰੋ, ਭਾਵੇਂ 1 ਅੰਕ ਰੋਜ਼ ਪੜ੍ਹੋ, ਅੱਧਾ ਪੜ੍ਹੋ, ਪਰ ਜ਼ਰੂਰ ਪੜ੍ਹੋ। ਬਾਣੀ ਆਪ ਪੜ੍ਹਿਆ ਕਰੋ। ਜਿਹੜੇ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਸੁਣਾਇਆ ਕਰੋ। ਕੋਲ ਬੈਠ ਕੇ ਅਰਥਾਂ ਸਹਿਤ ਬਾਣੀ ਪੜ੍ਹਾਂਗੇ ਤੇ ਸਾਨੂੰ ਗੁਰੂ ਦੀ ਬਾਣੀ ਬਾਰੇ, ਗੁਰੂ ਦੇ ਉਪਦੇਸ਼ ਬਾਰੇ ਹੌਲੀ ਸਮਝ ਆਉਣ ਲੱਗੇਗੀ ਤੇ ਜ਼ਿੰਦਗੀ ਵਿੱਚ ਬਦਲਾਅ ਆਏਗਾ। ਸਾਰਿਆਂ ਦਾ ਧੰਨਵਾਦ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਬਹੁਤ ਪਿਆਰ ਨਾਲ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।